ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਕਾਫੀ ਸਾਰੇ ਸਟੂਡੈਂਟਸ ਮੈਸੇਜ ਕਰ ਰਹੇ ਸੀ ਕਿ ਸਰ ਜਿਹੜੇ ਕੰਪਿਊਟਰ ਦੇ ਕੁਐਸਚਨ ਆਏ ਸੀਗੇ ਜਿਹੜੇ ਹੁਣੇ ਪੰਜਾਬ TSS ਦੇ ਐਗਜ਼ਾਮ ਹੋਏ ਆ ਹਨਾ ਉਹਨਾਂ ਦੇ ਵਿੱਚ, ਕਿਉਂਕਿ ਜੀਕੇ ਮੈਂ ਕਰਾਤੀ ਸੀ ਆਲਰੇਡੀ ਤੇ ਸਟੂਡੈਂਟ ਕਮੈਂਟ ਕਰ ਰਹੇ ਸੀ ਤੇ ਮੈਸੇਜ ਕਰੀ ਕਿ ਸਰ ਕੰਪਿਊਟਰ ਵੀ ਕਰਾ ਦਿਓ। ਠੀਕ ਹੈ, ਹਾਲਾਂਕਿ ਇਹ ਕੋਈ ਟਾਈਮ ਨਹੀਂ ਹੈਗਾ ਹੁਣ ਚੈਨਲ ਦੇ ਉੱਤੇ ਵੀਡੀਓ ਪਾਉਣ ਦਾ, ਕਿਉਂਕਿ 2-3 ਦਿਨ ਤੁਹਾਡੇ ਹੈਗੇ ਆ। ਤੁਸੀਂ ਜਿੰਨਾ ਪਹਿਲਾਂ ਪੜ੍ਹਿਆ ਹੋਇਆ ਨਾ ਬਸ ਉਸੇ ਨੂੰ ਰਿਵਾਈਜ਼ ਕਰੋ, ਨਵਾਂ ਡਾਟਾ ਪੜ੍ਹਨ ਦੀ ਬਿਲਕੁਲ ਲੋੜ ਨਹੀਂ ਹੈਗੀ। ਠੀਕ ਹੈ, ਜਿਹੜਾ ਤੁਹਾਡੇ ਕੋਲ ਪਹਿਲਾਂ ਹੈ ਨਾ ਉਸੇ ਨੂੰ ਆਲਰੇਡੀ ਇੰਨਾ ਜ਼ਿਆਦਾ ਪੜ੍ਹੋ ਕਿ ਉਸੇ 'ਚ ਜੇ ਕੁਛ ਆ ਜੇ ਨਾ ਉਹ ਤੁਹਾਡਾ ਕਲੀਅਰ ਹੋਵੇ ਵਧੀਆ ਤਰੀਕੇ ਨਾਲ। ਠੀਕ ਹੈ, ਨਵੇਂ ਡਾਟਾ ਪੜ੍ਹਨ ਦਾ ਕੋਈ ਫਾਇਦਾ ਨਹੀਂ। ਹੁਣ ਚਲੋ ਇੰਨੇ ਜ਼ਿਆਦਾ ਮੈਸੇਜ ਆ ਰਹੇ ਸੀ ਤਾਂ ਮਜਬੂਰੀ ਹੈ ਬਈ, ਤੁਹਾਡੀ ਸੁਣਨੀ ਪੈਣੀ ਹੈ, ਸਿੱਧੀ ਜੀ ਗੱਲ ਹੈ। ਤਾਂ ਵੀਡੀਓ ਨੂੰ ਤੁਸੀਂ ਸਪੀਡ 'ਚ ਕਰਕੇ ਦੇਖਣਾ ਹੈ। ਠੀਕ ਹੈ, ਤੇ ਇੱਕ PDF ਵਾਲਾ ਇਸ਼ੂ ਰਹਿੰਦਾ ਹੈ ਬੱਚਿਆਂ ਨੂੰ ਕਿ PDF ਦੇ ਵਿੱਚ ਮੈਂ ਆਨਸਰ ਜੇ ਹੁੰਦੇ ਆ ਜਿਹੜੇ ਉਹ ਮੈਂ ਮਾਰਕ ਕਰਕੇ ਨਹੀਂ ਦਿੰਦਾ। ਦੇਖੋ PDF ਉਹ ਪ੍ਰੈਕਟਿਸ ਵਾਸਤੇ ਹੁੰਦੀ ਹੈ ਨਾ ਕਿ ਰਿਵੀਜ਼ਨ ਵਾਸਤੇ। ਠੀਕ ਹੈ, ਵੀਡੀਓ ਤੁਸੀਂ ਦੇਖਦੇ ਹੋ ਹਨਾ, ਤੁਸੀਂ ਧਿਆਨ ਨਾਲ ਵੀਡੀਓ ਦੇਖਿਆ ਕਰੋ ਤੇ ਉਹ ਜਿਹੜੀ ਪ੍ਰੈਕਟਿਸ ਵਾਸਤੇ ਮੈਂ PDF ਪਾਉਂਦਾ ਉਸ 'ਚ ਆਨਸਰ ਇਸ ਕਰਕੇ ਨਹੀਂ ਪਾਉਂਦਾ ਕਿ ਤੁਹਾਨੂੰ ਉਹ ਕੁਐਸਚਨ ਪੜ੍ਹ ਕੇ ਤੁਹਾਨੂੰ ਇੰਨਾ ਕੁ ਯਾਦ ਰਹੇ ਕਿ ਇਹਦਾ ਆਨਸਰ ਕੀ ਹੈ। ਠੀਕ ਹੈ, ਉਹ ਪ੍ਰੈਕਟਿਸ ਵਾਸਤੇ ਹੁੰਦੀ ਹੈ ਨਾ ਕਿ ਰਿਵੀਜ਼ਨ ਵਾਸਤੇ। ਠੀਕ ਹੈ, ਤੇ ਉਹਨਾਂ ਸਟੂਡੈਂਟ ਵਾਸਤੇ ਹੁੰਦੀ ਹੈ ਜਿਹੜੇ ਵੀਡੀਓ ਦੇਖਦੇ ਆ ਰੈਗੂਲਰ ਦੇਖਦੇ ਆ ਵੀਡੀਓ। ਠੀਕ ਹੈ, ਤੇ ਚਲੋ ਜਿਹੜੀ ਇਹ PDF ਮੈਂ ਪਾਉਂਗਾ ਇਹਦੇ 'ਚ ਮੈਂ ਆਨਸਰ ਮਾਰਕ ਕਰ ਦੂੰਗਾ, ਕੋਈ ਇਸ਼ੂ ਨਹੀਂ ਹੈਗਾ। ਬਟ 16 ਤੋਂ ਬਾਅਦ ਜੋ ਵੀ PDF ਪਾਉਂਗਾ ਮੈਂ ਟੈਲੀਗ੍ਰਾਮ 'ਚ, ਮੈਂ ਆਨਸਰ ਮਾਰਕ ਨਹੀਂ ਕਰਨੇ ਆ ਬਈ। ਤੁਸੀਂ ਗੁੱਸਾ ਹੋਣਾ ਹੈ ਗੁੱਸਾ ਹੋ ਜਾਓ, ਠੀਕ ਹੈ, ਕੋਈ ਚੱਕਰ ਨਹੀਂ ਹੈਗਾ। ਮੇਨ ਚੀਜ਼ ਕੀ ਹੈ, ਤੁਸੀਂ ਇਹ ਹੈਬਿਟ ਬਣਾਓ ਆਪਣੀ ਕਿ ਬਿਨਾਂ ਆਨਸਰ ਤੋਂ। ਠੀਕ ਹੈ ਨਾ, ਕਿਉਂਕਿ ਆਨਸਰ ਤਾਂ ਬੁੱਕਸ ਇੰਨੀ ਸਾਰੀ ਬੁੱਕਸ ਹੈਗੀਆਂ ਬਈ ਜਿਹੜੇ MCQ ਵਾਲੀ ਮਿਲਦੀਆਂ ਹਨਾ ਪ੍ਰੈਕਟਿਸ ਵਾਸਤੇ, ਪ੍ਰੀਵੀਅਸ ਈਅਰ ਕੁਐਸਚਨ ਦੀ ਬੁੱਕਸ ਹੈਗੀਆਂ, ਸਾਰੇ 'ਚ ਆਨਸਰ ਹੁੰਦੇ ਆ। ਫਿਰ ਉਹ ਬੁੱਕਸ ਤੁਸੀਂ ਪ੍ਰੈਫਰ ਕਰੋ। ਠੀਕ ਹੈ ਨਾ, ਉਹ ਪ੍ਰੈਕਟਿਸ ਵਾਸਤੇ ਹੈ ਜਿਹੜੀ ਮੈਂ PDF ਪਾਉਂਦਾ। ਓਕੇ, ਹਾਂਜੀ ਕਰਦੇ ਹਾਂ ਸਟਾਰਟ ਬਾਈ। ਠੀਕ ਹੈ, ਕਿਸੇ ਨੂੰ ਗੱਲ ਕੋਈ ਕੜਵੀ ਲੱਗੀ ਹੋਈ ਤਾਂ ਸੌਰੀ। ਇਹ ਐਗਜ਼ਾਮ ਹੋਏ ਸੀ ਬਾਈ ਸਤੰਬਰ ਮਹੀਨੇ ਦੇ ਵਿੱਚ। ਠੀਕ ਹੈ, ਇਹ ਮੇਰੇ ਕੋਲ 5 ਸ਼ਿਫਟਾਂ ਹੈ, ਸ਼ਾਇਦ ਇਸ ਤੋਂ ਜ਼ਿਆਦਾ ਵੀ ਹੋਏ ਸੀ ਬਟ ਮੇਰੇ ਕੋਲ 5 ਸੀਗੀ। ਮੈਂ ਇਹਨਾਂ ਦੀ ਜਿਹੜੇ ਕੰਪਿਊਟਰ ਦੇ ਕੁਐਸਚਨ ਹੈ ਉਹ ਮੈਂ ਤੁਹਾਨੂੰ ਕਰਾਊਂਗਾ। ਠੀਕ ਹੈ, ਤੇ ਇੱਕ ਗੱਲ ਹੋਰ ਹੈ, ਬੱਚੇ ਕਹਿ ਰਹੇ ਸੀ ਕਿ ਚੱਲ ਫਟਾਫਟ ਹੀ ਕਰਾ ਦਿਓ ਸਰ ਜੇ ਨਹੀਂ ਕਰਾਣੇ ਤੁਸੀਂ ਐਕਸਪਲੇਨੇਸ਼ਨ ਦੇ ਨਾਲ, ਬਟ ਬਈ ਬਿਨਾਂ ਐਕਸਪਲੇਨੇਸ਼ਨ ਤੋਂ ਗੱਲ ਬਣਦੀ ਨਹੀਂ। ਠੀਕ ਹੈ ਨਾ, ਤਾਂ ਕੋਸ਼ਿਸ਼ ਕਰਾਂਗਾ ਕਿ ਫਟਾਫਟ ਵੀ ਹੋ ਜਾਏ ਤੇ ਥੋੜੀ ਜਿਹੀ ਐਕਸਪਲੇਨੇਸ਼ਨ ਵੀ ਹੋ ਜਾਏ ਨਾਲ ਦੀ ਨਾਲ ਹਨਾ, ਤੇ ਹੋਰ ਜਿਹੜੇ ਕੁਐਸਚਨ ਪੁੱਛੇ ਜਾ ਸਕਦੇ ਆ ਉਹ ਵੀ ਹੋ ਜਾਏ। ਠੀਕ ਹੈ, ਹੁਣ ਗੱਲਾਂ ਬਹੁਤ ਹੋ ਗਈ, ਫਟਾਫਟ ਜਿਹੜੀ ਵੀਡੀਓ ਹੈ ਉਹਨੂੰ ਸਪੀਡ 'ਚ ਕਰੋ ਤੇ ਕਰੋ ਸਟਾਰਟ। ਠੀਕ ਹੈ ਨਾ, ਹਾਂਜੀ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਵੈਲਿਡ ਕਲਾਸ। ਨੋਟ ਉਹਨਾਂ ਨੇ ਪੁੱਛਿਆ ਨੋਟ ਅ ਵੈਲਿਡ ਕਲਾਸ ਆਫ ਕਲਾਸ A IP ਐਡਰੈਸ। ਤਾਂ IP ਐਡਰੈਸ ਜਿਹੜਾ ਹੁੰਦਾ ਹੈ ਬਈ ਇੰਟਰਨੈਟ ਪ੍ਰੋਟੋਕੋਲ ਹਨਾ, IP ਦਾ ਮਤਲਬ ਇਹ ਜਿਹੜਾ ਐਡਰੈਸ ਹੁੰਦਾ ਇਹਦੀ ਕਈ ਕਲਾਸਾਂ ਹੁੰਦੀਆਂ। ਠੀਕ ਹੈ, ਜ਼ਿਆਦਾ ਡਿਟੇਲ ਦੇ ਵਿੱਚ ਜਾਣਾ ਨਹੀਂ ਹੈ ਆਪਾਂ ਨੇ। ਠੀਕ ਹੈ, ਕਈ ਕਲਾਸਾਂ ਹੁੰਦੀਆਂ, ਕਿਹੜੀ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਦੱਸ ਦੂੰ। ਠੀਕ ਹੈ, ਤੇ ਹਰ ਕਲਾਸ ਦੇ ਵਿੱਚ ਇੱਕ ਇਦਾਂ ਦਾ 3 ਅੱਖਰ ਹੋ ਗਏ ਡਾਟ ਹੋ ਗਏ, 3 ਅੱਖਰ ਮਤਲਬ 2 ਅੱਖਰ ਹੋ ਗਏ ਡਾਟ ਹੋ ਗਏ ਹਨਾ, ਇਦਾਂ ਦਾ ਕੁਝ ਬਣਿਆ ਹੁੰਦਾ ਹੈ। ਓਕੇ, ਇਹਨਾਂ ਨੇ ਪੁੱਛਿਆ ਕਿ ਨੋਟ ਕਿਹੜਾ ਨਹੀਂ ਹੈ। ਦੇਖੋ ਜਿਹੜੇ ਕਲਾਸ A ਵਾਲੇ ਹੁੰਦੇ ਆ, ਕਲਾਸ A ਦੀ ਪਛਾਣ ਕੀ ਹੈ, ਉਹ 128 ਤੋਂ ਘੱਟ ਹੀ ਹੋਣਗੇ, ਕਿਉਂਕਿ 126 ਤੋਂ 126 ਚਲੋ 127 ਸਮਝੋ ਤੁਸੀਂ, 126 127 ਤੋਂ ਬਾਅਦ ਵਾਲੇ ਜਿਹੜੇ ਕਲਾਸ B ਦੇ ਵਿੱਚ ਆ ਜਾਂਦੇ ਆ। ਇਸ ਤੋਂ ਬਾਅਦ ਵਾਲੇ, ਇਸ ਤੋਂ ਪਹਿਲਾਂ ਵਾਲੇ ਸਾਰੇ ਆਪਾਂ ਨੇ ਕਲਾਸ A ਦੇ ਵਿੱਚ ਹੀ ਰੱਖਣੇ ਆ। ਠੀਕ ਹੈ, ਕਲਾਸ B ਜਿਹੜੀ ਸ਼ੁਰੂ ਹੁੰਦੀ ਹੈ ਉਹ 128 ਤੋਂ ਸ਼ੁਰੂ ਹੋ ਜਾਂਦੀ ਹੈ, ਯਾਨੀ ਇੱਥੇ 128 ਜਿਹੜਾ ਹੈਗਾ ਇਹ ਕਲਾਸ B ਦੀ ਹੈ। ਇਹਦਾ ਮਤਲਬ ਆਨਸਰ ਵੀ ਇਹਦਾ ਇਹੀ ਹੋ ਗਿਆ। ਸਮਝੋ ਗੱਲ, ਦੁਬਾਰੇ ਦੇਖੋ, ਇਹ ਵਿਜ਼ੀਬਲ ਹੈ, ਇੱਕ ਵਾਰ ਮੈਂ ਚੈੱਕ ਕਰਨਾ। ਠੀਕ ਹੈ ਜੀ, ਬਿਲਕੁਲ ਵਿਜ਼ੀਬਲ ਹੈ, ਭਾਵੇਂ ਮੈਨੂੰ ਥੋੜਾ ਜਿਹਾ ਹੋਰ ਜ਼ੂਮ ਕਰਨਾ। ਠੀਕ ਹੈ, PDF ਦੇ ਵਿੱਚ ਵੀ ਮਿਲ ਜੂਗਾ। ਇਹ ਹੈਗੀਆਂ ਸਾਰੀ ਕਲਾਸਾਂ ਹੈ ਨਾ IP ਐਡਰੈਸ ਦੀ, ਕਲਾਸ ਕਲਾਸ A B C D ਤੇ E। ਠੀਕ ਹੈ, ਰੇਂਜ ਹੈ ਜਿਹੜੀ 1 ਤੋਂ ਲੈ ਕੇ 126 ਤੱਕ ਹੋਊਗੀ ਤੇ B ਦੀ ਹੈ ਜਿਹੜੀ 128 ਤੋਂ ਸ਼ੁਰੂ ਹੋਊਗੀ। 127 ਵਾਲਾ ਜਿਹੜਾ ਉਹਨੂੰ ਆਪਾਂ ਕਲਾਸ A ਦੇ ਵਿੱਚ ਹੀ ਰੱਖਦੇ ਹਾਂ। ਠੀਕ ਹੈ ਨਾ, ਬਟ ਉਹਨੂੰ ਮਤਲਬ ਉਹਨੂੰ ਆਪਾਂ ਕਲਾਸ B 'ਚ ਨਹੀਂ ਰੱਖਣਾ। ਕਹਿਣ ਦਾ ਮਤਲਬ ਇਹ ਹੈ ਕਲਾਸ A ਹੈ ਜਿਹੜੀ 1 ਤੋਂ ਲੈ ਕੇ 126 ਤੱਕ ਹੈ। ਇਹ ਪਿਛਲਾ ਕੁਐਸਚਨ ਦੇਖੋ। ਠੀਕ ਹੈ, 1 ਤੋਂ ਲੈ ਕੇ 126 ਤੱਕ ਮਤਲਬ ਸਾਹਮਣੇ ਜੇ ਤੁਹਾਨੂੰ 1 ਤੋਂ ਲੈ ਕੇ 126 ਤੱਕ ਕੁਝ ਵੀ ਆਉਂਦਾ ਹੈ ਉਹ ਕਲਾਸ A ਹੀ ਹੈਗੀ ਹੈ, ਤੇ 127 ਨੂੰ ਵੀ ਆਪਾਂ ਕਲਾਸ A ਦੇ ਵਿੱਚ ਹੀ ਰੱਖਾਂਗੇ। ਬਟ 128 ਤੋਂ ਕਲਾਸ B ਸ਼ੁਰੂ ਹੋ ਜਾਂਦੀ ਹੈ ਤੇ ਕਲਾਸ B ਹੈ ਜਿਹੜੀ 128 ਤੋਂ 191 ਤੱਕ ਹੈ। ਠੀਕ ਹੈ, ਹੁਣ ਜੇ 191 ਤੋਂ ਵੱਧ ਵਾਲਾ ਕੋਈ ਹੁੰਦਾ, 191 ਤੋਂ ਵੱਧ ਵਾਲਾ ਕੋਈ ਹੁੰਦਾ, ਜਿਵੇਂ ਇੱਧਰ ਕੋਈ ਲਿਖਿਆ ਹੁੰਦਾ ਹੈ ਕਿ 195 ਹਨਾ, ਐਦਾਂ ਕਰਕੇ ਕੁਝ ਪਾਇਆ ਹੁੰਦਾ ਤਾਂ ਇਹ ਕਲਾਸ C ਹੋ ਜਾਣੀ ਸੀ। ਇਹ ਕਲਾਸ B ਵੀ ਨਹੀਂ ਰਹਿੰਦੀ। ਕਿਉਂ? ਕਿਉਂਕਿ ਇਹ ਕ੍ਰੋਸ ਕਰ ਗਈ ਹੈ 191 ਨੂੰ। 192 ਤੋਂ ਕਲਾਸ C ਸ਼ੁਰੂ ਹੋਗੀ 223 ਤੱਕ, ਤੇ 224 ਤੋਂ 239 ਤੱਕ ਕਲਾਸ D ਹੈ, 240 ਤੋਂ 254 ਤੱਕ ਕਲਾਸ E ਹੈ।
ਤੇ ਯਾਦ ਰੱਖ ਸਕਦੇ ਹੋ ਤੁਸੀਂ, ਠੀਕ ਹੈ। ਫालतू ਹਲੇ ਕੁਝ ਨਹੀਂ ਯਾਦ ਰੱਖਣਾ, ਨਾ ਜ਼ਿਆਦਾ ਇਹਦੀ ਟੈਕਨੀਕੈਲਿਟੀ ਦੇ ਵਿੱਚ ਜਾਣਾ ਹੈ, ਬਸ ਇਹੀ ਯਾਦ ਰੱਖਣਾ ਹੈ, ਪਰ ਇਹਨੂੰ ਰਹਿਣ ਦਿਓ। ਓਕੇ, ਉਹ ਯਾਦ ਰੱਖਣਾ ਹੈ, ਉਹਨੂੰ ਤੁਸੀਂ ਨੋਟ ਕਰ ਲਿਓ। ਦੂਜੇ ਕੁਐਸਚਨ ਤੇ ਆ ਜਾਓ। ਇਨ ਗੂਗਲ ਕ੍ਰੋਮ ਪ੍ਰੈਸ ਡੈਸ਼ ਟੂ ਸਿਲੈਕਟ ਦਾ URL ਆਫ ਏ ਵੈਬ ਪੇਜ। ਠੀਕ ਹੈ ਜੀ, ਜਦੋਂ ਆਪਾਂ ਗੂਗਲ ਕ੍ਰੋਮ ਖੋਲਦੇ ਆ, ਆਪਾਂ ਉਹਦੇ ਤੇ ਵੈਬਸਾਈਟਾਂ ਖੋਲਦੇ ਆ, ਵੈਬ ਪੇਜ ਖੋਲਦੇ ਆ, ਤਾਂ ਉਹਦਾ ਜਿਹੜਾ URL ਹੁੰਦਾ ਹੈ, ਠੀਕ ਹੈ, ਉਹਨੂੰ ਜੇ ਆਪਾਂ ਨੇ ਸਿਲੈਕਟ ਕਰਨਾ ਹੈ, ਮਤਲਬ ਆਪਾਂ ਨੂੰ ਉਹਨੂੰ ਕੱਟ ਵੀ ਕਰਨਾ ਪੈ ਸਕਦਾ ਹੈ, ਕਾਪੀ ਵੀ ਕਰਨਾ ਪੈ ਸਕਦਾ ਹੈ, ਤਾਂ ਉਹ ਜਿਹੜਾ URL ਹੁੰਦਾ ਹੈ ਨਾ, URL ਜਿਹੜਾ ਹੁੰਦਾ ਹੈ, ਉਸ ਨੂੰ ਕਾਪੀ ਕਰਨ ਵਾਸਤੇ ਕਿਹੜੀ ਸ਼ਾਰਟਕਟ ਵਰਤਦੇ ਆ? ਹੁਣ ਦੇਖੋ, ਸ਼ਾਰਟਕਟ ਪਹਿਲਾਂ ਹੋਰ ਘੱਟ ਸੀਗੀ, ਵੀ ਪਹਿਲਾਂ MS ਵਰਡ ਦੀ ਵੀ ਸ਼ਾਰਟਕਟ ਯਾਦ ਕਰੀਏ, ਪਾਵਰਪੁਆਇੰਟ ਦੀ ਵੀ ਸ਼ਾਰਟਕਟ ਯਾਦ ਕਰੀਏ, ਵਿੰਡੋ ਦੀ ਵੀ ਕਰੀਏ, ਐਕਸਲ ਦੀ ਵੀ ਕਰੀਏ, ਪੇਪਰ ਦੇ ਵਿੱਚ ਕ੍ਰੋਮ ਵਾਲੀ ਸ਼ਾਰਟਕਟ ਹੈ ਜਿਹੜੀ ਉਹ ਪੁੱਛੀ ਹੋਈ ਹੈ, ਠੀਕ ਹੈ। ਤਾਂ ਮੈਂ ਐਡ ਕਰੀਆਂ ਕੁਝ ਕ੍ਰੋਮ ਵਾਲੀ ਸ਼ਾਰਟਕਟਸ, ਉਹ ਕ੍ਰੋਮ ਵਾਲੀ ਸ਼ਾਰਟਕਟਸ ਵੀ ਤੁਸੀਂ ਐਡ ਕਰ ਲੈਣਾ, ਠੀਕ ਹੈ। ਤਾਂ ਇਹ ਕ੍ਰੋਮ ਵਾਲੀ ਸ਼ਾਰਟਕਟ ਇੱਥੇ ਯੂਜ਼ ਹੁੰਦੀ ਹੈ ਕੰਟਰੋਲ L ਦੇ ਨਾਲ ਆਪਾਂ ਜੋ ਵੀ ਵੈਬ ਪੇਜ ਵੈਬਸਾਈਟ ਦਾ URL ਹੁੰਦਾ ਹੈ ਉਹ ਸਿਲੈਕਟ ਹੋ ਜਾਂਦਾ ਹੈ ਬਾਈ, ਠੀਕ ਹੈ। ਓਕੇ, ਤੇ ਇਹਦੇ ਨਾਲ ਦੋ ਕੁਐਸਚਨ ਹੋਰ ਬਣਦੇ ਆ, ਇਹ ਵੀ ਇੱਕ ਵਾਰ ਤੁਸੀਂ ਨੋਟ ਕਰ ਲੈਣੇ ਆ। ਇਹ ਕੁਐਸਚਨ ਵੀ ਪੁੱਛੇ ਜਾ ਸਕਦੇ ਆ ਕਿ ਦਾ ਬਾਕਸ ਵੇਅਰ ਵੀ ਕੈਨ ਟਾਈਪ ਦਾ URL ਇਨ ਦਾ ਬ੍ਰਾਊਜ਼ਰ ਇਜ਼ ਕਾਲਡ ਐਡਰੈਸ ਬਾਰ, ਠੀਕ ਹੈ। ਆਪਾਂ ਕੋਈ ਵੀ ਤੁਸੀਂ ਬ੍ਰਾਊਜ਼ਰ ਖੋਲਦੇ ਹੋ ਇੰਟਰਨੈਟ ਚਲਾਉਣ ਵਾਸਤੇ, ਹਨਾ, ਉੱਥੇ ਇੱਕ ਖਾਲੀ ਜਿਹਾ ਬਾਕਸ ਬਣਿਆ ਹੋਇਆ ਹੁੰਦਾ, ਇੱਥੇ ਆਪਾਂ ਪਾਉਂਦੇ ਆ www.pratapacademy.com, ਠੀਕ ਹੈ। ਇੱਥੇ ਤੁਸੀਂ ਕੋਈ ਵੈਬਸਾਈਟ ਪਾਈ ਹੈ, ਕੋਈ ਐਡਰੈਸ ਪਾਇਆ, ਹਨਾ, ਇਸ ਨੂੰ ਆਪਾਂ ਕੀ ਕਹਾਂਗੇ? ਇਹਨੂੰ ਆਪਾਂ ਕਹਿੰਦੇ ਆ ਐਡਰੈਸ ਬਾਰ, ਇਹਨੂੰ ਆਪਾਂ ਕੀ ਕਹਿੰਦੇ ਆ? ਐਡਰੈਸ ਬਾਰ, ਠੀਕ ਹੈ, ਯਾਦ ਰੱਖਣਾ ਹੈ। ਤੇ URL ਦੀ ਫੁੱਲ ਫਾਰਮ ਤੁਹਾਨੂੰ ਪਤਾ ਹੀ ਹੈ, ਯੂਨੀਫਾਰਮ ਰਿਸੋਰਸ ਲੋਕੇਟਰ, ਯਾਦ ਰੱਖਣਾ ਹੈ। ਹਰ ਸ਼ਿਫਟ ਦੇ ਵਿੱਚ ਇੱਕ ਕੁਐਸਚਨ, ਇੱਕ ਤੋਂ ਵੱਧ 2 ਕੁਐਸਚਨ ਤੱਕ ਦੇਖੇ ਗਏ ਹੈ ਫੁੱਲ ਫਾਰਮ ਦੇ ਉੱਤੇ, ਤਾਂ ਫੁੱਲ ਫਾਰਮ ਤਾਂ ਤੁਹਾਨੂੰ ਸਾਰੀ ਯਾਦ ਕਰਨੀ ਹੈ, ਯਾਦ ਰੱਖਣ। ਫੁੱਲ ਫਾਰਮ ਤੇ ਸ਼ਾਰਟਕਟ ਬਹੁਤ ਆਏ। ਹਾਂਜੀ, ਨੈਕਸਟ ਹੈ ਜੀ, which of the following CPU units can store instructions, data and intermediate result? ਠੀਕ ਹੈ ਜੀ, CPU ਦੀ ਕਿਹੜੀ ਯੂਨਿਟ ਹੈ ਜਿਹੜੀ ਇੰਸਟਰਕਸ਼ਨ ਨੂੰ ਸਟੋਰ ਕਰਦੀ ਹੈ? ਤੇ ਇੰਸਟਰਕਸ਼ਨ ਸਟੋਰ ਕਿੱਥੇ ਹੋਊਗੀ? ਸਟੋਰੇਜ ਯੂਨਿਟ ਦੇ ਵਿੱਚ ਹੋਊਗੀ। ਸਿੰਪਲ ਜਿਹਾ ਕੁਐਸਚਨ ਹੈ, ਠੀਕ ਹੈ। ਆਪਣੀ ਕਲਾਸਾਂ ਜਿਹੜੀ ਪੜ੍ਹੀ ਹੈ ਕੰਪਿਊਟਰ ਦੀ ਉਹ ਵੀ ਇਨਫ ਸੀਗੀ, ਠੀਕ ਹੈ, ਹਾਲਾਂਕਿ ਘੱਟ ਪਈਆਂ ਚੈਨਲ ਦੇ ਉੱਤੇ, ਉਹ ਸੀਰੀਜ਼ ਹੈ ਜਿਹੜੀ ਕੰਪਲੀਟ ਨਹੀਂ ਹੋ ਪਾਈ, ਕੁਝ ਪੜ੍ਹੀਆਂ ਕਲਾਸਾਂ, ਬਟ ਜਿੰਨੀ ਕਿ ਵੀ ਸੀਗੀ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਕੁਐਸਚਨ ਹੈ ਜਿਹੜਾ ਆਇਆ ਹੋਇਆ। ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ। ਕੰਪਿਊਟਰ GK ਇੱਕ ਅਲੱਗ ਤੋਂ ਪਲੇਲਿਸਟ ਮਿਲ ਜੂਗੀ, ਉੱਥੇ ਘੱਟੋ ਘੱਟ ਵੀ 10-12 ਕਲਾਸਾਂ ਪਈਆਂ ਕੰਪਿਊਟਰ ਦੀ, ਉਹ ਇੱਕ ਵਾਰ ਜ਼ਰੂਰ ਦੇਖ ਲਿਓ ਜੇ ਟਾਈਮ ਹੈਗਾ, ਅਦਰਵਾਈਜ਼ ਭਾਵੇਂ ਰਹਿਣ ਦਿਓ, ਕਿਉਂਕਿ ਹੁਣ ਤਾਂ 2-3 ਦਿਨ ਪਏ ਆ, ਰਹਿਣ ਦਿਓ, ਇਹੀ ਵੀਡੀਓ ਦੇਖ ਲਓ ਬਸ, ਠੀਕ ਹੈ। ਹੁਣ ਟਾਈਮ ਨਹੀਂ ਹੈਗਾ ਕੁਝ ਵੀ ਨਵਾਂ ਪੜ੍ਹਨ ਦਾ, ਜਿੰਨਾ ਪਹਿਲਾਂ ਪੜ੍ਹਿਆ ਹੋਇਆ ਉਹੀ ਯਾਦ ਰੱਖੋ, ਠੀਕ ਹੈ। ਤੇ ਬਾਕੀ ALU ਇੱਥੇ ਹੈਗਾ, ALU ਦੀ ਫੁੱਲ ਫਾਰਮ ਅਰਥਮੈਟਿਕ ਲੌਜਿਕ ਯੂਨਿਟ ਹੈਗੀ ਆ ਬਾਈ, ਯਾਦ ਰੱਖਣੀ ਹੈ, ਠੀਕ ਹੈ। ਨੈਕਸਟ, which of the following have extremely large storage capacity and computing speed? ਬਹੁਤ ਜ਼ਿਆਦਾ ਕੈਪੈਸਿਟੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਸਪੀਡ, ਇਹ ਤਾਂ ਸੁਪਰ ਕੰਪਿਊਟਰਾਂ ਦੀ ਹੀ ਹੁੰਦੀ ਹੈ। ਚਲੋਗੇ, ਇਹ ਸੁਪਰ ਕੰਪਿਊਟਰ ਹੈਗੇ ਆ ਦੁਨੀਆ ਦੇ ਟੌਪ ਦੇ ਸੁਪਰ ਕੰਪਿਊਟਰ ਹੈਗੇ ਆ, ਸਭ ਤੋਂ ਉੱਪਰ ਹੈ, ਸਭ ਤੋਂ ਫਾਸਟ, ਸਭ ਤੋਂ ਵੱਡਾ ਸੁਪਰ ਕੰਪਿਊਟਰ ਪੂਰੀ ਦੁਨੀਆ ਦਾ ਸਭ ਤੋਂ ਵੱਡਾ, ਮਤਲਬ ਸਭ ਤੋਂ ਤੇਜ਼ ਸੁਪਰ ਕੰਪਿਊਟਰ ਕਿਹੜਾ ਹੈ? ਸਭ ਤੋਂ ਵੱਡਾ ਸੁਪਰ ਕੰਪਿਊਟਰ 2022 ਦੇ ਵਿੱਚ ਹੀ ਬਣਿਆ ਬਈ, ਇਹ ਫਰੰਟੀਅਰ, ਇਹਦਾ ਨਾਮ ਕੀ ਹੈ? ਫਰੰਟੀਅਰ, ਜਾਂ ਪੂਰਾ ਨਾਮ ਇਹਦਾ ਕਰੇ HPE ਫਰੰਟੀਅਰ, ਠੀਕ ਹੈ, ਜਾਂ ਕੱਲਾ ਫਰੰਟੀਅਰ ਤੁਸੀਂ ਇਹਨੂੰ ਬੋਲ ਦਿਓ ਫਰੰਟੀਅਰ, ਠੀਕ ਹੈ। 2022 ਦੇ ਵਿੱਚ ਹੀ ਬਣਿਆ। ਕਿੱਥੋਂ ਦਾ ਹੈ? ਅਮਰੀਕਾ, ਜ਼ਰੂਰ ਯਾਦ ਰੱਖਣਾ, ਅਮਰੀਕਾ ਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮਤਲਬ 6-7 ਮਹੀਨੇ ਪਹਿਲਾਂ ਇੱਕ ਵੀਡੀਓ ਮੈਂ ਪਾਈ ਸੀ, ਠੀਕ ਹੈ, ਜਦੋਂ ਕੰਪਿਊਟਰ ਦੇ ਕੁਝ ਪੁਰਾਣੇ ਕੁਐਸਚਨ ਹੈ ਮੈਂ ਕਰਾ ਰਿਹਾ ਸੀ, ਉਸ ਟਾਈਮ ਇਹ ਨਹੀਂ ਸੀਗਾ, ਉਸ ਟਾਈਮ ਤਾਂ ਫਿਰ ਕੌਣ ਸੀਗਾ? ਫੁਗਾਕੂ ਸੀ, ਤਾਂ ਉਸ ਵੀਡੀਓ ਦੇ ਵਿੱਚ ਮੈਂ ਫੁਗਾਕੂ ਇਹ ਦੱਸਿਆ ਹੋਇਆ, ਠੀਕ ਹੈ, ਬਟ ਉਹ ਵੀਡੀਓ ਜਿਹੜੀ ਪੁਰਾਣੀ ਹੈ। ਹੁਣ ਨਵਾਂ ਕਿਹੜਾ ਹੈ? ਫਰੰਟੀਅਰ ਹੈ, ਓਕੇ, ਯਾਦ ਰੱਖਣਾ ਵੀ ਫਰੰਟੀਅਰ ਹੈ, ਪਹਿਲਾਂ ਫੁਗਾਕੂ ਸੀਗਾ ਜਾਪਾਨ ਦਾ। IBM ਸਬਮਿਟ ਵੀ ਹੈਗਾ ਆ, ਇਹ ਵੀ ਅਮਰੀਕਾ ਦਾ ਹੈ, ਠੀਕ ਹੈ। ਇਹ ਦੇਖ ਲਓ, ਇੱਥੇ ਇੰਡੀਆ ਦਾ ਕੋਈ ਹੈਗਾ? ਨਹੀਂ ਹੈਗਾ ਬਈ। ਇਹ ਟੌਪ ਦੇ ਕੰਪਿਊਟਰ ਹੈਗੇ ਆ ਪੂਰੀ ਦੁਨੀਆ ਦੇ ਸੁਪਰ ਕੰਪਿਊਟਰ, ਤੇ ਇੰਡੀਆ ਦਾ ਸੁਪਰ ਕੰਪਿਊਟਰ ਪਹਿਲਾਂ ਕਿਹੜਾ ਸੀਗਾ? ਪਰਮ, ਪਤਾ ਹੀ ਹੈ, ਠੀਕ ਹੈ। ਹਾਂਜੀ, MS ਪਾਵਰਪੁਆਇੰਟ ਜਿਹੜਾ ਹੈਗਾ 2016 ਦਾ, ਦੇਖੋ 2016 ਲਿਖ ਲਓ, 2018 ਲਿਖ ਲਓ, 19 ਲਿਖ ਲਓ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ 2007 ਤੋਂ ਬਾਅਦ ਵਾਲੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਸਭ ਕੁਝ ਸੇਮ ਹੀ ਹੈ, ਠੀਕ ਹੈ, ਟੈਨਸ਼ਨ ਲੈਣ ਦੀ ਲੋੜ ਨਹੀਂ, ਐਵੇਂ ਲਿਖ ਕੇ ਕਨਫਿਊਜ਼ ਕਰਦੇ ਆ। 2016 ਦੇ ਪਾਵਰਪੁਆਇੰਟ ਦੇ ਵਿੱਚ ਕੁਇਕ ਅਸੈਸ ਟੂਲ ਬਾਰ ਜਿਹੜਾ ਹੈਗਾ ਬਾਈ ਡਿਫਾਲਟ ਮਤਲਬ ਆਪਣੇ ਆਪ ਹੀ, ਮਤਲਬ ਤੁਸੀਂ ਕੁਝ ਨਹੀਂ ਕਰਿਆ, ਠੀਕ ਹੈ, ਤੁਸੀਂ ਮਾਈਕਰੋਸਾਫਟ 2016 ਦਾ ਪਾਵਰਪੁਆਇੰਟ ਜਿਹੜਾ ਖੋਲਿਆ, ਠੀਕ ਹੈ, ਬਾਈ ਡਿਫਾਲਟ ਜਿਹੜਾ ਕੁਇਕ ਅਸੈਸ ਟੂਲ ਬਾਰ ਹੈ ਉਹ ਤੁਹਾਨੂੰ ਕਿੱਥੇ ਦਿਖਾਈ ਦੇਵੇਗਾ? ਪਾਵਰਪੁਆਇੰਟ ਦੇ ਵਿੱਚ ਤੁਹਾਨੂੰ ਕਿੱਥੇ ਦਿਖਾਈ ਦੇਵੇਗਾ? ਪਹਿਲੀ ਗੱਲ, ਤੁਹਾਨੂੰ ਕੁਇਕ ਅਸੈਸ ਟੂਲ ਬਾਰ ਪਤਾ ਹੋਣਾ ਚਾਹੀਦਾ ਕੀ ਚੀਜ਼ ਹੈ, ਫਿਰ ਤੁਸੀਂ ਦੱਸ ਪਾਓਗੇ ਵੀ ਕਿੱਥੇ ਹੈ। ਤਾਂ
ਇਹ ਮੈਂ ਸਕਰੀਨਸ਼ਾਟ ਲਿਆ, ਇਹ ਮੈਂ ਸਕਰੀਨਸ਼ਾਟ ਲਿਆ ਬਈ ਜਦੋਂ ਮੈਂ ਇਹ ਸਲਾਈਡ ਬਣਾ ਰਿਹਾ ਸੀਗਾ, ਕਿਉਂਕਿ ਪਾਵਰ ਪੁਆਇੰਟ ਤੁਹਾਨੂੰ ਪਤਾ ਹੈ ਨਾ, ਕੋਈ ਵੀ ਪ੍ਰੈਜੈਂਟੇਸ਼ਨ ਤਿਆਰ ਕਰਨੀ ਹੁੰਦੀ ਹੈ ਆਪਾਂ ਪਾਵਰ ਪੁਆਇੰਟ ਦੇ ਵਿੱਚ ਹੀ ਕਰਦੇ ਹਾਂ। ਤਾਂ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪ੍ਰੈਜੈਂਟੇਸ਼ਨ ਹੀ ਹੈ, ਤੇ ਮੈਂ ਇਹਨੂੰ ਪਾਵਰ ਪੁਆਇੰਟ ਦੇ ਵਿੱਚ ਹੀ ਰੈਡੀ ਕਰਿਆ ਤੇ ਉਹਦਾ ਇਹ ਮੈਂ ਸਕਰੀਨਸ਼ਾਟ ਲਿਆ। ਹੁਣ ਇਹ ਸਮਝੋ ਕਿ ਇਹ ਮੈਂ ਖੋਲਿਆ, ਕੀ ਖੋਲਿਆ ਮੈਂ, ਮਾਈਕਰੋਸਾਫਟ ਪਾਵਰ ਪੁਆਇੰਟ 2016 ਬੋਲ ਦੋ, 18 ਬੋਲ ਦੋ, 19 ਬੋਲ ਦੋ, ਡਸ ਨੋਟ ਮੈਟਰ, ਠੀਕ ਹੈ, ਮੇਰਾ 19 ਵਾਲਾ ਹੈ। ਹਾਂਜੀ, ਇਹਦੇ ਵਿੱਚ ਕੀ ਹੈ, ਕੁਇਕ ਅਸੈਸ ਟੂਲ ਬਾਰ ਜਿਹੜਾ ਹੁੰਦਾ ਹੈ ਨਾ, ਕੁਇਕ ਅਸੈਸ ਟੂਲ ਬਾਰ ਹੁੰਦਾ ਹੈ ਇਹ ਵਾਲਾ, ਕਿਹੜਾ ਹੁੰਦਾ ਹੈ, ਇਹ ਵਾਲਾ ਹੁੰਦਾ ਹੈ ਬਾਈ। ਦੇਖੋ ਇਹਨਾਂ ਨੇ ਕੀ ਪੁੱਛਿਆ, ਕੁਇਕ ਕੁਐਸਚਨ ਵੀ ਇੱਥੇ ਲਿਖਿਆ ਹੋਇਆ, ਕੁਇਕ ਅਸੈਸ ਟੂਲ ਬਾਰ ਬਾਈ ਡਿਫਾਲਟ ਕਿੱਥੇ ਹੈ, ਤਾਂ ਬਾਈ ਡਿਫਾਲਟ ਹੁੰਦਾ ਬਈ ਇਹ ਵਾਲਾ ਕੁਇਕ ਅਸੈਸ ਟੂਲ ਬਾਰ ਹੈ। ਇੱਥੇ ਕੁਝ ਆਪਸ਼ਨ ਹੁੰਦੇ ਆ, ਮੈਂ ਆਪਣੇ ਹਿਸਾਬ ਨਾਲ ਵੀ ਇੱਥੇ ਰੱਖ ਸਕਦਾ ਆਪਸ਼ਨ, ਠੀਕ ਹੈ। ਇਹਨੂੰ ਆਪਾਂ ਕੁਇਕ ਅਸੈਸ ਟੂਲ ਬਾਰ ਬੋਲਦੇ ਆ ਕਿ ਕੁਇਕ ਮਤਲਬ ਜਲਦੀ, ਅਸੈਸ ਮਤਲਬ ਉਹਨੂੰ ਆਪਾਂ ਅਸੈਸ ਕਰ ਸਕਦੇ ਹਾਂ, ਜਲਦੀ ਅਸੈਸ ਕਰ ਸਕਦੇ ਹਾਂ, ਉਹ ਵਾਲਾ ਟੂਲ ਬਾਰ ਹੈ ਨਾ। ਕੋਈ ਸੇਵ ਦਾ ਕਰਨਾ, ਬੈਕ ਦਾ ਕਰਨਾ, ਬਟਨ ਪਾਵਰ, ਇਹ ਆਪਣਾ ਸਲਾਈਡ ਸ਼ੋ ਦਾ ਬਟਨ ਹੈ, ਠੀਕ ਹੈ, ਇੱਥੇ ਮਿਲਦਾ। ਇਹ ਕਿੱਥੇ ਹੈ ਬਈ, ਹੁਣ ਦੇਖ ਲਓ ਟੌਪ ਦੇ ਉੱਤੇ ਆ ਤੇ ਟੌਪ ਦੇ ਵਿੱਚ ਵੀ ਕਿੱਥੇ ਹੈ, ਲੈਫਟ ਸਾਈਡ ਤੇ, ਤਾਂ ਲੈਫਟ ਟੌਪ ਇਹਦਾ ਆਨਸਰ ਹੋ ਗਿਆ, ਲੈਫਟ ਟੌਪ। ਕੀ ਆਨਸਰ ਹੋ ਗਿਆ, ਲੈਫਟ ਟੌਪ, ਠੀਕ ਹੈ। ਕੁਇਕ ਅਸੈਸ ਟੂਲ ਬਾਰ ਇਹ ਹੁੰਦਾ ਹੈ। ਤੇ ਇਹ ਦੇਖੋ ਬਈ, ਹੁਣ ਤੁਹਾਨੂੰ ਨਾ ਮੈਂ ਪਾਵਰ ਪੁਆਇੰਟ ਬਾਰੇ ਦੋ ਤਿੰਨ ਗੱਲਾਂ ਹੋਰ ਦੱਸਦਾ। ਇਹ ਪਾਵਰ ਪੁਆਇੰਟ ਹੋ ਗਿਆ, ਠੀਕ ਹੈ। ਇਹ ਸਾਰਾ ਹੁੰਦਾ ਹੈ ਨਾ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਜਿਹੜਾ ਮੈਂ ਮਾਰਕ ਕਰਿਆ, ਇਹਨੂੰ ਆਪਾਂ ਕੀ ਬੋਲਦੇ ਆ, ਠੀਕ ਹੈ ਜੀ। ਇਹ ਇੱਕ ਕੁਐਸਚਨ ਆ ਜਾਂਦਾ ਹੈ, ਇਹਨੂੰ ਆਪਾਂ ਬੋਲਦੇ ਆ ਟਾਈਟਲ ਬਾਰ। ਕੀ ਬੋਲਦੇ ਆ, ਟਾਈਟਲ ਬਾਰ। ਤਾਂ ਕੁਐਸਚਨ ਆਉਂਦਾ ਟਾਈਟਲ ਬਾਰ ਦੇ ਵਿੱਚ ਕੀ ਸ਼ੋ ਹੁੰਦਾ ਹੈ, ਤਾਂ ਟਾਈਟਲ ਬਾਰ ਦੇ ਵਿੱਚ ਜੋ ਵੀ ਮੈਂ ਫਾਈਲ ਖੋਲੀ ਹੋਈ ਆ ਉਹਦਾ ਨਾਂ ਸ਼ੋ ਹੁੰਦਾ ਹੈ। ਇਹ ਟਾਈਟਲ ਬਾਰ ਹੈ, ਠੀਕ ਹੈ। ਮੈਂ ਕਲਰ ਵੀ ਚੇਂਜ ਕਰ ਦਿੰਦਾ, ਕਈ ਵਾਰ ਰੈੱਡ ਦੇ ਵਿੱਚ ਰੈੱਡ ਨਾ ਤੁਹਾਨੂੰ ਵਿਜ਼ੀਬਲ ਹੋਵੇ, ਠੀਕ ਹੈ। ਇਹ ਜਿੰਨਾ ਕੁ ਏਰੀਆ ਮੈਂ ਮਾਰਕ ਕਰ ਰਿਹਾ ਨਾ, ਠੀਕ ਹੈ, ਇਹ ਸਾਰਾ ਕੀ ਹੈ, ਇਹ ਟਾਈਟਲ ਬਾਰ ਹੈ ਇੱਕ ਤਰ੍ਹਾਂ ਦਾ, ਠੀਕ ਹੈ। ਇਹ ਕੀ ਹੈ, ਟਾਈਟਲ ਬਾਰ ਹੈ, ਜਾਂ ਪੂਰੇ ਦਾ ਪੂਰਾ ਤੁਸੀਂ ਇਹ ਲਿਓ, ਇਹ ਪੂਰਾ ਦਾ ਪੂਰਾ ਉੱਪਰ ਸਭ ਤੋਂ ਉੱਪਰ ਟਾਈਟਲ ਬਾਰ ਹੈ। ਟਾਈਟਲ ਬਾਰ ਦੇ ਲੈਫਟ ਸਾਈਡ ਕੁਇਕ ਅਸੈਸ ਟੂਲ ਬਾਰ ਹੈ, ਠੀਕ ਹੈ। ਤੇ ਵਿੱਚ ਦੇ ਵਿੱਚ ਇਹ ਟਾਈਟਲ ਹੁੰਦਾ ਹੈ ਜਿਹੜੀ ਫਾਈਲ ਆਪਾਂ ਨੇ ਖੋਲੀ ਹੋਈ ਹੈ, ਡਾਕੂਮੈਂਟ ਜਿਹੜਾ ਆਪਾਂ ਨੇ ਖੋਲਿਆ ਹੋਇਆ, ਠੀਕ ਹੈ। ਦੇਖੋ ਇੱਥੇ ਲਿਖਿਆ ਹੋਇਆ TSS ਕੰਪਿਊਟਰ ਆਲ ਸ਼ਿਫਟਸ 2022, ਠੀਕ ਹੈ, ਯਾਨੀ ਇਹ ਮੇਰੀ ਫਾਈਲ ਦਾ ਨਾਮ ਸੀਗਾ, ਇੱਥੇ ਨਾਂ ਸ਼ੋ ਹੁੰਦਾ ਹੈ। ਅੱਗੇ ਲਿਖਿਆ ਹੋਇਆ ਪਾਵਰ ਪੁਆਇੰਟ, ਮਤਲਬ ਇਹ ਮੈਂ ਪਾਵਰ ਪੁਆਇੰਟ ਖੋਲਿਆ ਹੋਇਆ, ਠੀਕ ਹੈ। ਜੇ ਮੈਂ ਵਰਡ 'ਚ ਖੋਲਦਾ ਤਾਂ ਇੱਥੇ ਮੇਰੇ ਫਾਈਲ ਦਾ ਨਾਂ ਲਿਖਿਆ ਹੁੰਦਾ, ਇੱਥੇ ਲਿਖਿਆ ਹੁੰਦਾ ਵਰਡ। ਜੇ ਮੈਂ ਐਕਸਲ 'ਚ ਖੋਲਦਾ ਇੱਥੇ ਐਕਸਲ ਲਿਖਿਆ ਹੋਣਾ ਸੀ। ਤੇ ਇਹ ਇੱਕ ਰਾਈਟ ਟੌਪ ਦੇ ਵਿੱਚ ਦੇਖੋ ਇਹ ਆਪਸ਼ਨ ਹੁੰਦੇ ਆ, ਇੱਥੇ ਮੇਰਾ ਅਕਾਊਂਟ ਦਾ ਨਾਮ ਆ ਗਿਆ, ਮਤਲਬ ਮੇਰੇ ਕੰਪਿਊਟਰ ਦੇ ਵਿੱਚ ਜਿਹੜਾ ਅਕਾਊਂਟ ਖੋਲਿਆ ਹੋਇਆ, ਮੰਨ ਲਓ ਮੈਂ ਲੈਪਟਾਪ ਦੇ ਵਿੱਚ ਪ੍ਰਤਾਪ ਅਕੈਡਮੀ ਦਾ ਅਕਾਊਂਟ ਖੋਲਿਆ ਹੋਇਆ ਸੀ ਤੇ ਪ੍ਰਤਾਪ ਅਕੈਡਮੀ ਲਿਖਿਆ ਆ ਗਿਆ ਇੱਥੇ, ਠੀਕ ਹੈ। ਇਸ ਨੂੰ ਸਮਝਣ ਤੋਂ ਪਹਿਲਾਂ ਇਸ ਨੂੰ ਦੇਖੋ ਤੁਸੀਂ, ਇਹ ਸਾਰਾ ਹੁੰਦਾ ਰਿਬਨ, ਇਹਨੂੰ ਆਪਾਂ ਸਾਰੇ ਨੂੰ ਕੀ ਬੋਲਦੇ ਆ, ਰਿਬਨ ਬੋਲਦੇ ਆ। ਇਹ ਹੁੰਦਾ ਰਿਬਨ। ਰਿਬਨ ਜਿਹੜਾ ਬਾਅਦ ਚ ਸ਼ੁਰੂ ਹੋਇਆ, ਠੀਕ ਹੈ, 2007 ਤੋਂ ਸ਼ੁਰੂ ਹੋਇਆ ਸੀ ਰਿਬਨ, ਉਸ ਤੋਂ ਪਹਿਲਾਂ ਨਹੀਂ ਸੀਗਾ ਰਿਬਨ, ਠੀਕ ਹੈ। ਲੇਟੈਸਟ ਮਤਲਬ 2007 ਜਾਂ 2007 ਤੋਂ ਬਾਅਦ ਦੇ ਜਿਹੜੇ ਇਹ ਆਏ ਆ ਆਫਿਸ, ਇਹਨਾਂ ਦੇ ਵਿੱਚ ਰਿਬਨ ਸੀਗਾ। ਰਿਬਨ ਦੇ ਵਿੱਚ ਬਹੁਤ ਸਾਰੇ ਆਪਸ਼ਨ ਹੁੰਦੇ ਆ, ਠੀਕ ਹੈ। ਤੇ ਰਿਬਨ ਦੇ ਵਿੱਚ ਇਹ ਬਹੁਤ ਸਾਰੀ ਟੈਬ ਹੁੰਦੀ ਆ, ਹੋਮ ਟੈਬ, ਇਨਸਰਟ ਟੈਬ, ਡਰਾ ਟੈਬ, ਡਿਜ਼ਾਈਨ, ਹਨਾ, ਇਹ ਸਾਰੀ ਟੈਬ ਹੁੰਦੀ ਆ ਬਾਈ, ਠੀਕ ਹੈ। ਇਸ ਰਿਬਨ ਦੇ ਕਈ ਸਾਰੇ ਆਪਸ਼ਨ ਇੱਥੋਂ ਮਿਲਦੇ ਆ। ਇਸ ਨੂੰ ਆਪਾਂ ਹਾਈਡ ਵੀ ਕਰ ਸਕਦੇ ਆ, ਰਿਬਨ ਨੂੰ ਇੱਥੇ ਕਲਿੱਕ ਕਰਕੇ ਰਿਬਨ ਨੂੰ ਹਾਈਡ ਕਰ ਸਕਦੇ ਆ ਇੱਥੇ ਕਲਿੱਕ ਕਰਕੇ, ਠੀਕ ਹੈ। ਇਹ ਮਿਨੀਮਾਈਜ਼ ਦਾ, ਮੈਂ ਇੱਥੇ ਕਲਿੱਕ ਕਰਾਂਗਾ ਇਹ ਸਾਰਾ ਮਿਨੀਮਾਈਜ਼ ਹੋ ਜਾਏਗਾ, ਇਹ ਸਾਰਾ ਕੀ ਹੋ ਜਾਏਗਾ, ਮਿਨੀਮਾਈਜ਼ ਹੋ ਜਾਏਗਾ, ਓਕੇ। ਜਿਵੇਂ ਫੋਰ ਐਗਜ਼ਾਮਪਲ ਜਿਹੜਾ ਸੌਫਟਵੇਅਰ ਮੈਂ ਯੂਜ਼ ਕਰ ਰਿਹਾ, ਮੈਂ ਇਹਨੂੰ ਵੀ ਮਿਨੀਮਾਈਜ਼ ਕਰ ਸਕਦਾ, ਸਾਰਾ ਬੰਦ ਕਰ ਸਕਦਾ, ਮੇਰਾ ਸਿੱਧਾ ਡੈਸਕਟਾਪ ਆ ਜਾਏਗਾ। ਮੰਨ ਲਓ ਇਹ ਮੈਂ ਮਿਨੀਮਾਈਜ਼ ਕਰਤਾ, ਓਕੇ, ਤਾਂ ਇਹ ਮਿਨੀਮਾਈਜ਼ ਹੋ ਗਿਆ। ਸੇਮ ਇਦਾਂ ਹੀ ਮੈਂ ਜੇ ਉਹਦੇ ਚ ਕਰਦਾ ਉਹ ਮਿਨੀਮਾਈਜ਼ ਹੋ ਜਾਣਾ ਸੀਗਾ। ਫਿਰ ਇਹ ਮੈਕਸੀਮਾਈਜ਼ ਦਾ ਹੈਗਾ ਆ, ਮੈਕਸੀਮਾਈਜ਼ ਦਾ ਵੀ ਕੀ, ਇੱਥੇ ਕਈ ਸਾਰੇ ਆਪਸ਼ਨ ਆ ਗਏ, ਹੁਣ ਇਹਨੂੰ ਬਾਅਦ ਚ ਫਿਰ ਕਦੇ ਦੇਖਾਂਗੇ। ਇਹ ਕਲੋਜ਼ ਦਾ ਹੈਗਾ ਬਈ, ਜੇ ਮੈਂ ਇਹ ਫਾਈਲ ਇਹ ਸਾਰਾ ਕੁਝ ਕਲੋਜ਼ ਕਰਨਾ, ਇੱਥੇ ਮੈਂ ਕਲਿੱਕ ਕਰਾਂਗਾ, ਇਹ ਕਲੋਜ਼ ਦਾ ਹੈਗਾ। ਜਦੋਂ ਮੈਂ ਕਲੋਜ਼ ਤੇ ਕਲਿੱਕ ਕਰਾਂਗਾ ਇਹ ਮੈਨੂੰ ਪੁੱਛੇਗਾ ਕਿ ਤੁਸੀਂ ਜਿਹੜੇ ਫਾਈਲ ਹੈ ਕਲੋਜ਼ ਕਰਨੀ ਹੈ, ਇਹ ਤੁਸੀਂ ਸੇਵ ਕਰਨੀ ਹੈ ਜਾਂ ਨਹੀਂ ਕਰਨੀ ਹੈ। ਜੇ ਮੈਂ ਕਹਾਂਗਾ ਯਸ ਮੈਂ ਕਰਨੀ ਹੈ, ਤਾਂ ਫਿਰ ਯਸ ਕਰਨ ਤੋਂ ਬਾਅਦ ਇਹ ਪੁੱਛੇਗਾ ਕੀ ਨਾਂ ਰੱਖਣਾ, ਫਿਰ ਮੈਂ ਨਾਂ ਰੱਖ ਕੇ ਉਹਨੂੰ ਸੇਵ ਕਰ ਸਕਦਾ, ਠੀਕ ਹੈ, ਫਿਰ ਕਲੋਜ਼ ਹੋ ਜਾਏਗਾ, ਓਕੇ। ਤਾਂ ਇਹ ਕੁਐਸਚਨ ਕਵਰ ਹੋ ਗਿਆ। ਇਹ ਸਾਰਾ ਰਿਬਨ ਹੁੰਦਾ ਬਈ, ਇਹ ਰਿਬਨ ਦੇ ਵਿੱਚ ਬਹੁਤ ਸਾਰੀ ਟੈਬ ਹੁੰਦੀਆਂ, ਹੋਮ ਟੈਬ, ਇਨਸਰਟ, ਡਰਾ, ਡਿਜ਼ਾਈਨ, ਟ੍ਰਾਂਜੀਸ਼ਨ, ਐਨੀਮੇਸ਼ਨ, ਸਲਾਈਡ ਸ਼ੋ, ਰਿਵਿਊ, ਵਿਊ, ਹੈਲਪ, ਠੀਕ ਹੈ। ਯਾਦ ਰੱਖਣਾ, ਇਹ ਪੁੱਛੇ ਜਾਂਦੇ ਆ। ਤੇ ਹੁਣ ਦੇਖੋ ਮੈਂ ਕਿਹੜੀ ਟੈਬ ਖੋਲੀ ਹੋਈ ਹੈ, ਹੋਮ ਦੀ ਟੈਬ ਖੋਲੀ ਹੋਈ ਹੈ। ਕਿਹੜੀ ਟੈਬ ਖੋਲੀ ਹੋਈ ਹੈ, ਹੋਮ ਦੇ ਉੱਤੇ ਕਲਿੱਕ ਹੈ ਨਾ, ਤਾਂ ਇਹ ਹੋਮ ਦੀ ਟੈਬ ਦੇ ਆਪਸ਼ਨ ਹੈ। ਹੋਮ ਦੇ ਵਿੱਚ ਮੈਨੂੰ ਕਲਿੱਪ ਬੋਰਡ ਮਿਲੇਗਾ। ਸਭ ਤੋਂ ਪਹਿਲਾਂ ਕੀ ਹੈ, ਹੋਮ ਦੇ ਵਿੱਚ ਕਲਿੱਪ ਬੋਰਡ ਹੈ। ਇੱਕ ਮਿੰਟ ਮੈਂ ਦੇਖ ਲਾਂ, ਵਿਜ਼ੀਬਲ ਹੈ ਨਾ, ਵਿਜ਼ੀਬਲ ਹੀ ਹੈ। ਥੋੜਾ ਜਿਹਾ ਹੋਰ ਜ਼ੂਮ ਕਰਨਾ ਬਾਈ, ਹੈ ਨਾ, ਇੱਕ ਮਿੰਟ ਰੁਕੋ, ਇਹ ਲਿਓ ਥੋੜਾ ਜਿਹਾ ਤੁਹਾਡੇ ਕਰਕੇ ਥੋੜਾ ਜਿਹਾ ਹੋਰ ਜ਼ੂਮ, ਬਸ ਬਈ, ਇਸ ਤੋਂ ਜ਼ਿਆਦਾ ਜ਼ੂਮ ਨਹੀਂ ਹੋਣਾ, ਠੀਕ ਹੈ। ਹਾਂਜੀ, ਸਭ ਤੋਂ ਪਹਿਲਾਂ ਹੋਮ ਦੇ ਵਿੱਚ ਇਹ ਹੈਗਾ ਵੀ ਕਲਿੱਪ ਬੋਰਡ। ਕਲਿੱਪ ਬੋਰਡ ਦੇ ਵਿੱਚ ਕਿਹੜੇ ਕਿਹੜੇ ਆਪਸ਼ਨ ਮੈਨੂੰ ਮਿਲਦੇ ਆ,
ਕੱਟ ਕਾਪੀ ਪੇਸਟ ਹਨਾ, ਕੱਟ ਕਾਪੀ ਪੇਸਟ ਦੇ ਮਿਲਦੇ ਆ। ਇਹ ਸਲਾਈਡ ਹੈ ਬਈ, ਸਲਾਈਡ ਦੇ ਵਿੱਚ ਮਤਲਬ ਇਹ ਜਿਹੜੀ ਹੈਗੀ ਹੈ ਨਾ, ਇਹ ਕੱਲੀ ਕੱਲੀ ਸਲਾਈਡ ਹੈ, ਕੱਲੀ ਕੱਲੀ ਸਲਾਈਡ ਹੈ। ਤੇ ਹੁਣ ਮੈਂ ਜਿਹੜੀ ਸਲਾਈਡ ਖੋਲੀ ਹੋਈ ਹੈ ਇਹ ਵਾਲੀ ਸਲਾਈਡ ਹੈ, 8ਵੀਂ ਸਲਾਈਡ ਹੈ ਮੇਰੀ ਇਹ ਵਾਲੀ, ਠੀਕ ਹੈ। ਇਦਾਂ ਹੁੰਦਾ, ਇਹ ਸਾਰੀ ਸਲਾਈਡਾਂ ਹੈਗੀਆਂ ਸਾਈਡ ਦੇ ਵਿੱਚ ਵਿਜ਼ੀਬਲ ਹੁੰਦੀ ਹੈ ਲੈਫਟ ਸਾਈਡ ਤੇ, ਠੀਕ ਹੈ। ਇੱਥੇ ਸਲਾਈਡ ਦੇ ਵਿੱਚ ਮੈਂ ਕੁਝ ਵੀ ਚੇਂਜ ਕਰ ਸਕਦਾ, ਨਿਊ ਸਲਾਈਡ ਕਰਨੀ ਹੈ, ਰੀਸੈਟ ਕਰਨਾ, ਜਾਂ ਲੇਆਊਟ। ਸਲਾਈਡਾਂ ਦੇ ਕਾਫੀ ਸਾਰੇ ਲੇਆਊਟ ਹੁੰਦੇ ਆ, ਡਿਜ਼ਾਈਨ ਜਿਹੜਾ ਹੁੰਦਾ ਨਾ ਅੰਦਰ ਦਾ, ਓਕੇ ਠੀਕ ਹੈ। ਉਸ ਤੋਂ ਬਾਅਦ ਫੌਂਟ ਆ ਗਿਆ ਬਈ, ਫੌਂਟ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਡਿਜ਼ਾਈਨ ਕਰ ਸਕਦਾ ਹੈ, ਕਲਰ ਕਰ ਸਕਦਾ ਹੈ ਹਨਾ। ਫੌਂਟ ਮਤਲਬ ਚੇਂਜ ਕਰ ਸਕਦਾ, ਬੋਲਡ ਕਰਨਾ ਹੈ ਕੁਛ ਇਹਨੂੰ, ਜਾਂ ਇਟੈਲਿਕ ਕਰਨਾ ਮਤਲਬ ਟੇਢਾ ਕਰਨਾ ਹੈ ਕੁਛ ਲਿਖਿਆ ਹੋਇਆ, ਅੰਡਰਲਾਈਨ ਕਰਨੀ ਹੈ ਕੋਈ ਚੀਜ਼, ਫੌਂਟ ਘੱਟ ਵੱਧ ਕਰਨਾ ਹੈ, ਉਹ ਸਾਰਾ ਕੁਝ ਮੈਂ ਇੱਥੇ ਕਰ ਸਕਦਾ। ਇਹ ਪੈਰਾਗ੍ਰਾਫ ਦਾ ਆਪਸ਼ਨ ਆ ਗਿਆ, ਫੌਂਟ ਤੋਂ ਬਾਅਦ ਪੈਰਾਗ੍ਰਾਫ ਦਾ ਆਪਸ਼ਨ ਆ ਗਿਆ ਬਈ। ਅੱਛਾ ਇੱਕ ਗੱਲ ਹੋਰ ਹੈ ਬਈ, ਇੱਥੇ ਨਾ ਜਿਹੜਾ ਫੌਂਟ ਹੁੰਦਾ ਹੈ ਆਟੋਮੈਟਿਕਲੀ ਉਹ ਹੁੰਦਾ ਹੈ ਕੈਲੀਬਰੀ, ਇਹ ਵੀ ਯਾਦ ਰੱਖਣਾ। ਕੈਲੀਬਰੀ ਹੁੰਦਾ ਜਿਹੜਾ ਫੌਂਟ ਹੁੰਦਾ ਨਾ, ਬਾਈ ਡਿਫਾਲਟ ਕੈਲੀਬਰੀ ਹੁੰਦਾ, ਠੀਕ ਹੈ। ਇਹ ਪੈਰਾਗ੍ਰਾਫ ਦਾ ਆਪਸ਼ਨ ਆ ਗਿਆ। ਪੈਰਾਗ੍ਰਾਫ ਦੇ ਵਿੱਚ ਮੈਂ ਇਹ ਜਿਹੜਾ ਹੈਗਾ ਨਾ, ਇਹ ਮੇਰਾ ਪੈਰਾਗ੍ਰਾਫ ਲਿਖਿਆ ਹੋਇਆ, ਇਹਨੀ ਮੈਂ ਅਲਾਈਨਮੈਂਟ ਸੈੱਟ ਕਰ ਸਕਦਾ। ਜੇ ਮੈਂ ਇੱਥੇ ਕਰਾਂਗਾ ਲੈਫਟ ਤਾਂ ਇਹ ਲੈਫਟ ਹੋ ਜਾਊਗਾ, ਜੇ ਮੈਂ ਇੱਥੇ ਕਰਾਂਗਾ ਰਾਈਟ ਤਾਂ ਇਹ ਰਾਈਟ ਚਲੀ ਜਾਊਗਾ, ਜੇ ਮੈਂ ਇੱਥੇ ਕਰਾਂਗਾ ਸੈਂਟਰ ਇਹ ਸੈਂਟਰ ਦੇ ਵਿੱਚ ਆ ਜਾਊਗਾ। ਏਦਾਂ ਕਰਕੇ ਹੈਗਾ, ਇਹ ਜਸਟੀਫਾਈ ਹੋ ਜਾਊਗਾ ਪੂਰਾ ਕੰਪਲੀਟ ਦੇ ਵਿੱਚ। ਕੁਝ ਵੀ ਮੈਂ ਅੱਗੇ ਡਰਾਇੰਗ ਆ ਗਈ ਬਈ, ਮੈਂ ਕੁਝ ਹੋਰ ਐਡ ਕਰਨੀ ਹੈ ਚੀਜ਼ਾਂ ਹਨਾ, ਕੋਈ ਸਿੰਬਲ ਵਗੈਰਾ ਜੋ ਵੀ ਚੀਜ਼ਾਂ ਐਡ ਹੋਈਆਂ ਉਹਨਾਂ ਦਾ ਕਲਰ ਕਰਨਾ ਹੈ, ਆਊਟਲਾਈਨ ਕਰਨੀ, ਏਦਾਂ ਕਰਕੇ ਐਡੀਟਿੰਗ ਕੁਝ ਹੋਰ ਫਾਈਂਡ ਕਰਨਾ, ਰਿਪਲੇਸ ਕਰਨਾ, ਸਾਰਾ ਕੁਝ ਇਹਦੇ ਚ ਹੁੰਦਾ ਹੈ ਹੋਮ ਦੀ ਟੈਬ ਦੇ ਵਿੱਚ, ਠੀਕ ਹੈ। ਅਤੇ ਕੱਲੇ ਇਸ ਨੂੰ ਕੱਲੇ ਪੇਜ ਨੂੰ ਆਪਾਂ ਸਲਾਈਡ ਬੋਲਦੇ ਹਾਂ, ਠੀਕ ਹੈ। ਸਲਾਈਡ ਕਿੱਥੇ ਮਿਲਣਗੀਆਂ? ਵਰਡ ਚ ਮਿਲਣਗੀਆਂ ਜਾਂ ਐਕਸਲ ਚ ਮਿਲਣਗੀਆਂ ਸਲਾਈਡ, ਜਾਂ ਫਿਰ ਤੁਹਾਨੂੰ ਪਾਵਰ ਪੁਆਇੰਟ ਦੇ ਵਿੱਚ ਮਿਲਣਗੀਆਂ। ਤਾਂ ਸਲਾਈਡ ਮਿਲਦੀ ਹੈ ਪਾਵਰ ਪੁਆਇੰਟ ਦੇ ਵਿੱਚ, ਠੀਕ ਹੈ। ਵਰਕਿੰਗ ਸ਼ੀਟ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਸਲਾਈਡ ਬੋਲਦੇ ਹਾਂ, ਵਰਕਿੰਗ ਸ਼ੀਟ ਨੂੰ ਕੀ ਬੋਲਦੇ ਆ? ਸਲਾਈਡ ਬੋਲਦੇ ਆ, ਠੀਕ ਹੈ। ਇੱਥੇ ਥੱਲੇ ਇੱਥੇ ਜ਼ੂਮ ਦਾ ਆਪਸ਼ਨ ਮਿਲਦਾ ਬਈ, ਜ਼ੂਮ ਦਾ ਆਪਸ਼ਨ, ਠੀਕ ਹੈ। ਜ਼ੂਮ ਕਰ ਸਕਦੇ ਆਪਾਂ ਇਹਨੂੰ, ਤਾਂ ਜ਼ੂਮ ਯਾਦ ਰੱਖਣਾ ਹੈ। ਬੋਟਮ ਦੇ ਵਿੱਚ ਮਿਲਦਾ ਹੈ ਰਾਈਟ ਸਾਈਡ, ਠੀਕ ਹੈ। ਸਲਾਈਡ ਕਿੰਨੀ ਹੈਗੀਆਂ ਉਹਨਾਂ ਦੀ ਸੰਖਿਆ, ਤੇ ਤੁਸੀਂ ਕਿਹੜੀ ਸਲਾਈਡ ਤੇ ਹੋ, ਇੱਥੇ ਲਿਖਿਆ ਹੋਇਆ ਬਈ 100 ਸਲਾਈਡਾਂ ਹੈਗੀਆਂ ਇੱਥੇ, ਤੇ ਮੈਂ 8ਵੀਂ ਤੇ ਆ। ਇਹ ਮਿਲਦਾ ਹੈ ਬੋਟਮ ਦੇ ਵਿੱਚ ਲੈਫਟ ਸਾਈਡ। ਡਨ। ਬਹੁਤ ਕੁਐਸਚਨ ਬਣਦੇ ਆ ਬਈ, ਕੋਈ ਲਿਮਿਟ ਹੀ ਨਹੀਂ ਹੈਗੀ ਕੁਐਸਚਨਾਂ ਦੀ, ਕੋਈ ਲਿਮਿਟ ਨਹੀਂ, ਅਨਲਿਮਿਟਡ ਜਿੰਨੇ ਮਰਜ਼ੀ ਕੁਐਸਚਨ ਬਣਾਓ। ਤਾਂ ਇਹ ਮੇਨ ਕੀ ਚੀਜ਼ ਹੈ ਬਈ, ਦੇਖੋ ਜਿਹਨੇ ਯੂਜ਼ ਕਰਿਆ ਉਹ ਤਾਂ ਕਰ ਲੈਂਦਾ ਕੁਐਸਚਨ ਨੂੰ ਹਨਾ, ਜਿਹਨੇ ਮਤਲਬ ਥਿਉਰੀ ਪੜ੍ਹੀ ਹੋਈ ਹੈ। MCQ ਤਾਂ ਤੁਸੀਂ ਰੱਟਾ ਲਾ ਹੀ ਨਹੀਂ ਸਕਦੇ, ਹਜ਼ਾਰੋਂ MCQ ਬਣਦੇ ਆ, ਠੀਕ ਹੈ। ਚਲੋ ਫਿਰ ਨੈਕਸਟ ਆ ਜਾਓ, ਗੁੱਸਾ ਨਹੀਂ ਕਰਨਾ। ਹਾਂਜੀ, ਆਇਡੈਂਟੀਫਾਈ ਦਾ ਆਪਸ਼ਨ that arrange the given computers based on their physical size from large to small। ਸਭ ਤੋਂ ਵੱਡਾ, ਉਸ ਤੋਂ ਬਾਅਦ ਉਸ ਤੋਂ ਛੋਟਾ, ਉਸ ਤੋਂ ਛੋਟਾ, ਉਸ ਤੋਂ ਛੋਟਾ, ਏਦਾਂ ਕਰਕੇ ਅਰੇਂਜ ਦੇ ਵਿੱਚ ਲਗਾਣੇ ਆ। ਹੁਣ ਇੰਨਾ ਡਿਟੇਲ ਦੇ ਵਿੱਚ ਕੌਣ ਪੜਦਾ ਵੀ ਕੰਪਿਊਟਰ? ਸਿੱਧੀ ਜੀ ਗੱਲ ਹੈ, ਇਹ ਕੰਪਿਊਟਰ ਲਿਖੇ ਹੋਏ ਆ ਤਾਂ ਨੋਰਮਲ ਜੀ ਗੱਲ ਹੈ। ਤੁਸੀਂ ਕੰਪਿਊਟਰ ਦੀ ਜਨਰੇਸ਼ਨ ਪੜ੍ਹੀ ਹੈ, ਤੇ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਆਪਾਂ ਨੇ ਪੜ੍ਹੇ ਸੀਗੇ ਬਹੁਤ ਵੱਡੇ ਸੀਗੇ, ਇੱਕ ਰੂਮ ਜਿੱਡੇ, ਇੱਕ ਹੋਲ ਜਿੱਡੇ ਕੰਪਿਊਟਰ ਹੁੰਦੇ ਸੀ। ਉਸ ਤੋਂ ਬਾਅਦ ਜਨਰੇਸ਼ਨ ਦੇ ਵਿੱਚ ਚੇਂਜਸ ਆਏ ਆ, ਮਤਲਬ ਜਨਰੇਸ਼ਨ ਬਾਈ ਜਨਰੇਸ਼ਨ ਕੰਪਿਊਟਰ ਦੀ ਸਪੀਡ ਵੱਧਦੀ ਗਈ ਹੈ ਤੇ ਸਾਈਜ਼ ਘਟਦਾ ਗਿਆ, ਠੀਕ ਹੈ। ਤਾਂ ਇਹ ਦੇਖੋ ਪਹਿਲੀ ਜਨਰੇਸ਼ਨ ਦਾ ਕੋਈ ਕੰਪਿਊਟਰ ਹੈਗਾ ਇੱਥੇ, ਇਹ ਪਿਆ ਪਹਿਲੀ ਜਨਰੇਸ਼ਨ ਦਾ ਕੰਪਿਊਟਰ, ਤਾਂ ਸਭ ਤੋਂ ਵੱਡਾ ਕੰਪਿਊਟਰ ਇਹ ਹੋਏਗਾ, ਠੀਕ ਹੈ ਜੀ। ਤਾਂ ਬੀ ਆਪਸ਼ਨ ਪਹਿਲੇ ਨੰਬਰ ਤੇ ਆਏਗਾ। ਖਤਮ, ਟਾਟਾ ਬਾਏ ਬਾਏ, ਓਕੇ। ਚਲੋ ਇਹ ਕੁਝ ਫੁੱਲ ਫਾਰਮ ਹੈਗੀਆਂ ਵੀ, ਦੇਖੋ ਪਹਿਲੀ ਜਨਰੇਸ਼ਨ ਦਾ ਕੰਪਿਊਟਰ ਹੈ ਨਾ, EDVAC, ਇਹਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ, ਪੁੱਛੀ ਜਾ ਸਕਦੀ ਕਿ ਪੁੱਛੀ ਜਾਂਦੀ ਹੈ, ਯਾਦ ਰੱਖਣੀ ਹੈ। ਤੇ ਇਸ ਤੋਂ ਇਲਾਵਾ ਇਹ ਹੋਰ ਯਾਦ ਰੱਖਣੀ ਹੈ, ENIAC ਦੀ ਫੁੱਲ ਫਾਰਮ ਯਾਦ ਰੱਖਣੀ ਹੈ, EDVAC ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਤੇ EDSAC ਦੀ ਫੁੱਲ ਫਾਰਮ ਯਾਦ ਰੱਖਣੀ ਹੈ। ਤੇ ਇੱਕ ਗੱਲ ਯਾਦ ਰੱਖਣਾ ਹੈ ਬਈ, ਇੱਥੇ ਵੀ ਕੰਪਿਊਟਰ ਸੀਗਾ, ਸੀ ਦਾ ਮਤਲਬ ਇੱਥੇ ਵੀ ਕੰਪਿਊਟਰ ਹੈ, ਸੀ ਦਾ ਮਤਲਬ, ਤੇ ਇੱਥੇ ਸੀ ਦਾ ਮਤਲਬ ਕੰਪਿਊਟਰ ਨਹੀਂ, ਇੱਥੇ ਸੀ ਦਾ ਮਤਲਬ ਕੈਲਕੂਲੇਟਰ ਹੈ, ਸਮਝੇ? ਤਾਂ ਜਿੱਥੇ S ਆਊਗਾ ਉੱਥੇ ਕੈਲਕੂਲੇਟਰ ਆਊਗਾ, ਜਿੱਥੇ S ਉੱਥੇ ਕੈਲਕੂਲੇਟਰ, ਠੀਕ ਹੈ। ਬਸ ਇਹ ਯਾਦ ਰੱਖ ਲੈਣਾ ਹੈ, ਕਿਉਂਕਿ ਇਹ ਕਨਫਿਊਜ਼ ਬਹੁਤ ਹੁੰਦੇ ਆ ਸਟੂਡੈਂਟ, ਠੀਕ ਹੈ। ਬਸ ਉੱਪਰੋਂ ਜੀ ਰੱਟਾ ਮਾਰ ਕੇ ਚਲੇ ਜਾਂਦੇ ਆ, ਉੱਥੇ ਜਾ ਕੇ ਬੋਂਦਲ ਜਾਂਦੇ ਆ ਵੀ ਯਾਰ ਪਤਾ ਨਹੀਂ ਇੱਥੇ ਕੰਪਿਊਟਰ ਆਊਗਾ, ਪਤਾ ਨਹੀਂ ਕੈਲਕੂਲੇਟਰ ਆਊਗਾ। ਤਾਂ ਬਈ ਯਾਦ ਰੱਖਣਾ, ਜੇ S ਆ ਗਿਆ ਤਾਂ ਕੈਲਕੂਲੇਟਰ ਆਊਗਾ। ਬਸ ਇਹ ਗੱਲ ਨੂੰ 20-25 ਵਾਰ ਬੋਲ ਦਿਓ, ਜੇ S ਆ ਗਿਆ ਤਾਂ ਕੈਲਕੂਲੇਟਰ ਆਊਗਾ, ਜੇ S ਆ ਗਿਆ ਤਾਂ ਕੈਲਕੂਲੇਟਰ ਆਊਗਾ। S ਮਤਲਬ ਏਦਾਂ ਯਾਦ ਰੱਖੋ, ਜੇ ਸਮ, S ਤੋਂ ਮਤਲਬ ਕੀ ਹੁੰਦਾ? ਸਮ ਮਤਲਬ ਸਵਾਲ ਆ ਗਿਆ ਤਾਂ ਕੈਲਕੂਲੇਟਰ ਦੀ ਲੋੜ ਪੈਣੀ ਹੈ। ਜੇ S ਆ ਗਿਆ ਯਾਨੀ ਸਵਾਲ ਆ ਗਿਆ ਤਾਂ ਕੈਲਕੂਲੇਟਰ ਦੀ ਲੋੜ ਪੈਣੀ ਹੈ, ਠੀਕ ਹੈ। ਡਨ। ਚਲੋ ਅੱਗੇ, which of the following file menu option in MS Word 2016 is used to open an existing file from the local storage of a computer। ਕੁਐਸਚਨ ਏਡਾ ਵੱਡਾ ਕਰਤਾ, ਕੁਝ ਵੀ ਨਹੀਂ। ਇਹ ਕਹਿੰਦਾ ਵੀ ਜਿਹੜੀ ਪਹਿਲਾਂ ਤੋਂ ਹੀ ਫਾਈਲ ਪੜੀ ਹੈ ਉਹਨੂੰ ਓਪਨ ਕਰਨਾ, ਤਾਂ ਕੀ ਕਮਾਂਡ ਯੂਜ਼ ਕਰਾਂਗੇ? ਕੀ ਯੂਜ਼ ਕਰਾਂਗੇ?
ओपन ही करांगे भाई, होर की करांगे। ठीक है, चलो अगे। विच ऑफ द फॉलोइंग इज ए सीक्वेंस ऑफ बिट बाइट लाइन्स और रिकॉर्ड्स, अगे फाइल आऊगा, बस गल खत्म। इनू इदां ही याद रख लो, फालतू पंगा नहीं लेना। चलो अगे। फुल फॉर्म मैं तुहानूं कहा भी फुल फॉर्म हर शिफ्ट दे विच 2 क्वेश्चन तुहानूं डेफिनेटली मिलणगे फुल फॉर्म दे। तां VDU मतलब जिहड़ी तुहाडी LCD LED जो तुसीं बोलदे हो है ना, मोनीटर जिहड़ा अपना कंप्यूटर दा हुंदा ਉਹਨੂੰ ਆਪਾਂ VDU बोलते हैं, विजुअल डिस्पले यूनिट। ਜਿਹੜਾ ਕੰਪਿਊਟਰ ਦਾ ਮੋਨੀਟਰ ਹੁੰਦਾ ਹੈ, ਜਿਹੜਾ ਕੰਪਿਊਟਰ ਦਾ ਮੋਨੀਟਰ ਹੁੰਦਾ ਹੈ ਉਹਨੂੰ ਆਪਾਂ ਵਿਜ਼ੂਅਲ ਡਿਸਪਲੇ ਯੂਨਿਟ ਬੋਲਦੇ ਆ। ਫੁੱਲ ਫਾਰਮ ਸਾਰੀ ਯਾਦ ਕਰ ਲਓ, ਇਹ ਵੀ ਯਾਦ ਕਰ ਲਓ। ਮੈਂ ਜਿੰਨੀ ਵੀ ਫੁੱਲ ਫਾਰਮ ਦੇ ਕੁਐਸਚਨ ਆਏ ਆ ਸਾਰਿਆਂ ਦੇ ਪਿੱਛੇ ਫੁੱਲ ਫਾਰਮਾਂ 3-4 ਹੋਰ ਐਕਸਟਰਾ ਪਾਈ ਆ। VR ਦਾ ਮਤਲਬ ਵੇਰੀਏਬਲ, VGA ਵੀਡੀਓ ਗ੍ਰਾਫਿਕਸ ਐਰੇ, VSNL ਵਿਦੇਸ਼ ਸੰਚਾਰ ਨਿਗਮ ਲਿਮਟਿਡ, VDU ਵਿਜ਼ੂਅਲ ਡਿਸਪਲੇ ਯੂਨਿਟ। ਠੀਕ ਹੈ, ਚਲੋਗੇ। ਹਾਊ many cells are present in the cell range B3 F9 of an MS Excel worksheet। सब तो पहली गल, MS Excel सॉफ्टवेयर जिवें MS PowerPoint है ना, वो प्रेजेंटेशन वास्ते आप यूज करते हैं। MS Word है अपने कोई डॉक्यूमेंट बनाना उस विच यूज करते हैं MS Word नूं। ते MS Excel आपां कोई स्प्रैडशीटां बनाणियां है ना, रा ते कॉलम दे विच डाटा बनाना हुंदा है ना, टेबल बनाने हैं, तां उत्थे आपां Excel आ जिहड़ा यूज करते हैं। डन भाई। हुण उत्थे की है MS Excel दे विच इदां करके खाने जे बने हुंदे आ, इदां करके मतलब देखो, छोड़ो यार इधर, ये हैगा आ MS Excel दा स्क्रीनशॉट मैं लिया, इनू मैं होर जूम करदा। ठीक है, जदों तुसीं MS Excel खोलदे हो इदां दी शीट बनी जांदी है। ये तां मैं सिलेक्ट करिया होया, चलो इनू छड्ड दो, इदां दे हुंदे आ। तां ये हुंदी है, ओ भाई ओए रुक जा, ओए ओए रुक जा। ठीक है, ये पूरी दी पूरी हुंदी है कॉलम, एक कॉलम हो गया, ये दूजा कॉलम हो गया, ये तीजा कॉलम हो गया। ठीक है, मतलब ये नाम भी हो गया, ये D वाला कॉलम हो गया, E कॉलम हो गया, F कॉलम हो गया, G कॉलम हो गया। ठीक है, ये हुंदी है रा या रो बोलते हैं, सॉरी रो, कॉलम एंड रो। ठीक है, ये पहली रो होगी, दूजी रो होगी, तीजी रो होगी, चौथी, पंजवीं, छेवीं, सतवीं, ऐदा करके ये सारी रोज होगी, ये सारे कॉलम्स हो गए। ठीक है, ओके। हुण देखो, ये जिहड़ा एक खाना हुंदा है, ये वाला, इहनूं आपां खाना नहीं, इहनूं आपां सैल बोलांगे। की बोलांगे? सैल। इहनूं आपां की बोलदे आ? सैल बोलदे आ, याद रखना है। ठीक है, ते MS Excel दे विच भी बई ओही है, ये उपर टाइटल बार है। ठीक है, उपर वाला उत्थे डॉक्यूमेंट दा नाम आऊगा, ओही सेम है, होम, ये इंसर्ट वगैरह, एक क्विक एक्सेस टूल बार हो गया, ओही सारी चीज़ां है ना। ये होम होगी, उहदे च ओही क्लिपबोर्ड, फॉन्ट, अलाइनमेंट, वो सारा कुछ आ गया। हुण क्वेश्चन की सीगा बई? क्वेश्चन है B3 तो F9 तक किन्ने खाने होणगे, किन्ने सैल होणगे, सैल। ठीक है, वो देसी भाषा च खाना ही बोले जाता है, किन्ने सैल होणगे। बी सैल, बी ए हो गया। हुण B3 उन्हें कहा, तो B दा 3 की होगा? 1 2 3, ये B3 हो गया। ये सैल का नाम की है? ये सैल का नाम हैगा बई B3। ओके, फिर उन्हें कहा F9 तक। हुण F कित्थे है? F9 केड़ा होगा? 1 2 3 4 5 6 7 8 9, ये F9 हो गया। हुण जे आपां इत्थों तक सिलेक्ट करते हैं, यानी कि ये सारा सिलेक्ट हो गया। ठीक है, ओके। इहदे च किन्ने टोटल खाने हैगे आ? तां देखो, 1 2 3 4 5 6 7, ये 7 हो गए। 1 2 3 4, 7 चौका 28, 7 चौका 28 हुए ना? हाँ, तो ठीक है, फिर 28 है ऑप्शन के नहीं। 1 मिनट रुको, फिर कुछ गड़बड़ है। 5 हो गए ना? 1 2 3 4 5, 7 5 35, 35 होंगे। ठीक है, तो एक ही आंसर है 35 है। हुण जे अगे नूं आ जाए क्वेश्चन होर चेंज करके, फिर की करोगे? तो इनू जे तो तुहानूं मतलब ये फार्मूले पता, तरीके पता, फिर तो तुसीं ईजिली करोगे। नहीं तो फिर बई अपना वही देसी तरीका है, बनाओ सीट थोड़ी जी, है ना, करके देखो ट्राई, कोई चक्कर नहीं, हो जाएगा। ठीक है, F9 का मतलब यह भी 9 तक करना अपने। ठीक है, तो B3 अपने 3 तो शुरू करना, यानी 3 तो अगे 4 5 6 7 8 9 तक जाऊगा, यानी 6 हो गए। ठीक है ना, 1 2 3 4 5 6 7 हो गए। तीसरा भी तो गिनना अपने, 6 ए हो गए। तो फिर B दूजे नंबर ते है, F 6वें नंबर ते है, तो बस वो देख लो B C D E F, 5 ए हो गए बस। ठीक है ना, तो 5 ते 7, 7 5 35, ऐदा कैलकुलेट कर लियो। इनू एक दो बार प्रैक्टिस करोगे, हो जाऊगा। नेक्स्ट है, विच ऑफ द फॉलोइंग इज नॉट अ वैलिड स्लाइड ले आउट इन MS PowerPoint 2016। 2016 कुछ नहीं हुंदा भाई,
ਜੇ 2003 ਤੁਹਾਨੂੰ ਲਿਖਿਆ ਹੋਇਆ ਫਿਰ ਗੱਲ ਹੋਰ ਹੈ, ਠੀਕ ਹੈ। ਉਹ ਪਹਿਲਾਂ ਹੋਰ ਹੁੰਦਾ ਸੀ, 2016 ਦੀ ਥਾਂ ਤੇ 2018 ਵੀ ਲਿਖ ਦੇਣਗੇ ਨਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ। ਅੱਧੇ ਬੰਦੇ ਤਾਂ ਉਹੀ ਬੋਂਦਲੇ ਰਹਿੰਦੇ ਆ ਇਸ ਚੱਕਰ ਦੇ ਵਿੱਚ, ਠੀਕ ਹੈ। ਦੇਖੋ ਨੋਟ ਅ ਵੈਲਿਡ ਸਲਾਈਡ ਲੇਆਊਟ, ਠੀਕ ਹੈ। ਜਦੋਂ ਆਪਾਂ ਪਾਵਰ ਪੁਆਇੰਟ ਯੂਜ਼ ਕਰਦੇ ਹਾਂ, ਪਾਵਰ ਪੁਆਇੰਟ ਦੇ ਵਿੱਚ ਤੁਹਾਨੂੰ ਪਤਾ ਹੈ ਜਿੱਥੇ ਆਪਾਂ ਵਰਕ ਕਰਦੇ ਹਾਂ ਉਹ ਇੱਕ ਸਲਾਈਡ ਹੁੰਦੀ ਹੈ, ਇਹ ਪੂਰੀ ਦੀ ਪੂਰੀ ਇੱਕ ਸਲਾਈਡ ਹੈ ਮੈਂ ਬਣਾਈ ਹੋਈ, ਠੀਕ ਹੈ। ਇਹਦੇ ਬਹੁਤ ਸਾਰੇ ਲੇਆਊਟ ਹੁੰਦੇ ਆ, ਕਿਹੜੇ ਕਿਹੜੇ ਹੁੰਦੇ ਆ ਉਹ ਦੇਖਾਂਗੇ, ਤੇ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ ਤਾਂ ਹੈਡਰ ਤੇ ਫੁੱਟਰ ਵਾਲਾ ਨਹੀਂ ਹੁੰਦਾ ਬਈ। ਹੈਡਰ ਤੇ ਫੁੱਟਰ ਵਾਲਾ ਆਪਣੇ ਕੋਲ ਹੁੰਦਾ ਹੈ ਜਦੋਂ ਆਪਾਂ MS ਵਰਡ ਯੂਜ਼ ਕਰਦੇ ਹਾਂ ਨਾ, ਉੱਥੇ ਹੈਡਰ ਫੁੱਟਰ ਯੂਜ਼ ਹੁੰਦੇ ਆ MS ਵਰਡ ਦੇ ਵਿੱਚ, ਉੱਥੇ ਆਪਾਂ ਡਾਕੂਮੈਂਟ ਬਣਾਉਣਾ ਹੁੰਦਾ ਹੈ, ਇੱਥੇ ਪ੍ਰੈਜੈਂਟੇਸ਼ਨ ਦੇਣੀ ਹੈ, ਇੱਥੇ ਹੈਡਰ ਫੁੱਟਰ ਦਾ ਕੋਈ ਕੰਮ ਨਹੀਂ ਹੈਗਾ, ਠੀਕ ਹੈ। ਬਾਕੀ ਇਹ ਸਾਰੇ ਹੈਗੇ ਆ, ਤੇ ਹੋਰ ਇਹਨਾਂ ਤੋਂ ਇਲਾਵਾ ਕਿਹੜੇ ਆ ਇਹ ਦੇਖੋ, ਇਹ ਮੈਂ ਸਕਰੀਨਸ਼ਾਟ ਲਿਆ ਹੋਇਆ, ਉਹੀ ਸੇਮ ਸਲਾਈਡ ਹੈ ਜਿੱਥੇ ਮੈਂ ਕੰਮ ਕਰ ਰਿਹਾ ਸੀ, ਸੇਮ ਉਹੀ ਕੁਐਸਚਨ ਹੈ, ਠੀਕ ਹੈ। ਮੈਂ ਇੱਥੇ ਗਿਆ ਹੋਮ ਦੇ ਵਿੱਚ, ਹਨਾ, ਇੱਥੇ ਦੇਖੋ ਇਹ ਪਹਿਲਾ ਕਲਿੱਪ ਬੋਰਡ ਦਾ ਆਪਸ਼ਨ ਹੈ, ਦੂਜਾ ਆਪਸ਼ਨ ਸੀਗਾ ਸਲਾਈਡ ਦਾ। ਸਲਾਈਡ ਦੇ ਵਿੱਚ ਆਂਦਾ ਸਲਾਈਡ ਦਾ ਲੇਆਊਟ, ਸਲਾਈਡ ਦਾ ਲੇਆਊਟ ਆਪਸ਼ਨ ਆਂਦਾ। ਜਦੋਂ ਆਪਾਂ ਲੇਆਊਟ ਤੇ ਕਲਿੱਕ ਕਰਦੇ ਹਾਂ ਨਾ, ਇਹ ਜਿੰਨੇ ਸਲਾਈਡ ਦੇ ਲੇਆਊਟ ਹੁੰਦੇ ਆ ਇਹ ਆ ਗਏ। ਟਾਈਟਲ ਸਲਾਈਡ ਆਊਗਾ, ਟਾਈਟਲ ਐਂਡ ਕੰਟੈਂਟ, ਸੈਕਸ਼ਨ ਹੈਡਰ, ਟੂ ਕੰਟੈਂਟ, ਕੰਪਰੀਹੈਂਸ਼ਨ, ਟਾਈਟਲ ਓਨਲੀ, ਬਲੈਂਕ, ਕਨਸੈਪਟ ਵਿਦ ਕੈਪਸ਼ਨ, ਪਿਕਚਰ ਵਿਦ ਕੈਪਸ਼ਨ। ਇਦਾਂ ਕਰਕੇ ਇਹ ਸਾਰੇ ਦੇ ਸਾਰੇ ਲੇਆਊਟ ਹੁੰਦੇ ਆ ਬਈ, ਇਹ ਸਾਰੇ ਦੇ ਸਾਰੇ ਕੀ ਹੈ ਸਲਾਈਡ ਦੇ ਲੇਆਊਟ ਹੁੰਦੇ ਆ, ਓਕੇ। ਹੁਣ ਇਹ ਮੈਨੂੰ ਇਹ ਨਹੀਂ ਪਤਾ ਕਿ ਵਿਜ਼ੀਬਲ ਹੋਣੇ ਕਿ ਨਹੀਂ ਤੁਹਾਨੂੰ, ਚਲੋ ਮੈਂ ਜ਼ੂਮ ਕਰ ਦਿੰਦਾ, ਹਨਾ, ਇਹ ਦੇਖੋ, ਓਕੇ। ਵੈਸੇ ਤੁਹਾਡੇ ਕੋਲ ਕੰਪਿਊਟਰ ਹੋਣਾ ਤਾਂ ਪ੍ਰੈਕਟਿਸ, ਪਰ ਹੁਣ ਪ੍ਰੈਕਟਿਸ ਦਾ ਵੀ ਟਾਈਮ ਕਿੱਥੇ ਹੈ, ਓਕੇ। ਚਲੋ ਨੈਕਸਟ ਆ ਜਾਓ ਫਿਰ। ਵਟ ਇਜ਼ ਦਾ ਫੁੱਲ ਫਾਰਮ ਆਫ MSI? ਫੁੱਲ ਫਾਰਮ ਮੈਂ ਤੁਹਾਨੂੰ ਕਿਹਾ ਵੀ ਫੁੱਲ ਫਾਰਮ ਤਾਂ ਬਹੁਤ ਪੁੱਛੀ ਜਾਂਦੀ ਹੈ, ਤਾਂ MSI ਦੀ ਫੁੱਲ ਫਾਰਮ ਕੀ ਹੈ? ਮੀਡੀਅਮ ਸਕੇਲ ਇੰਟੀਗ੍ਰੇਸ਼ਨ, ਮੀਡੀਅਮ ਸਕੇਲ ਇੰਟੀਗ੍ਰੇਸ਼ਨ। M ਤੋਂ ਹੋਰ ਕਿਹੜੀ ਕਿਹੜੀ ਬਣਦੀ ਹੈ ਇਹ ਚੱਕੋ, ਸਕਰੀਨਸ਼ਾਟ ਲੈ ਲਓ ਇਹਦਾ। MB, B ਛੋਟੇ ਵਾਲਾ ਤਾਂ ਮੈਗਾ ਬਿਟ ਹੋ ਗਿਆ, B ਛੋਟੇ ਵਾਲਾ ਤਾਂ ਮੈਗਾ ਬਿਟ ਹੋ ਗਿਆ, B ਕੈਪੀਟਲ ਹੈ ਤਾਂ ਮੈਗਾ ਬਾਈਟ ਹੋ ਗਿਆ ਬਈ, ਠੀਕ ਹੈ, याद रखना। MPEG मूविंग पिक्चर एक्सपर्ट्स ग्रुप, MMS मल्टीमीडिया मैसेज सर्विस, MICR मैग्नेटिक इंक कैरेक्टर रीडर, MIPS मिलियन इंस्ट्रक्शंस पर सेकंड, MBR मास्टर बूट रिकॉर्ड। चलोगे, चलो चलो चलो, हाँ जी। टू डैश CPU यूटिलाइजेशन एंड टू allow multi process to run, process scheduling is performed by the operating system। कुछ नहीं, ਇਹਦਾ ਆਨਸਰ ਹੈ ਮੈਕਸਿਮਾਈਜ਼, ਠੀਕ ਹੈ ਨਾ। ਸ਼ਡਿਊਲਿੰਗ ਜਿਹੜੀ ਹੁੰਦੀ ਹੈ, ਸ਼ਡਿਊਲਿੰਗ ਦਾ ਪ੍ਰੋਸੈਸ ਜਿਹੜਾ ਹੁੰਦਾ ਹੈ, ਜਿਹੜਾ ਆਪਰੇਟਿੰਗ ਸਿਸਟਮ ਕਰਦਾ ਹੈ। ਹੁਣ ਜੇ ਤੁਸੀਂ ਆਪਰੇਟਿੰਗ ਸਿਸਟਮ ਜਾਣਦੇ ਹੋ ਤੇ ਉਹਦੇ ਅੰਦਰ ਦੀ ਪ੍ਰੋਸੈਸਿੰਗ, ਥ੍ਰੈਡਿੰਗ ਵਗੈਰਾ ਸਾਰਾ ਜਾਣਦੇ ਹੋ, ਤਾਂ ਇਹ ਕੁਐਸਚਨ ਕੁਝ ਵੀ ਨਹੀਂ ਸੀਗਾ। ਜੇ ਇਹਦੇ ਬਾਰੇ ਤੁਸੀਂ ਨਹੀਂ ਜਾਣਦੇ, ਇਹ ਕੁਐਸਚਨ ਬਹੁਤ ਕੁਝ ਹੈ ਫਿਰ, ਠੀਕ ਹੈ। ਇਹਦਾ ਆਨਸਰ ਮੈਕਸਿਮਾਈਜ਼ ਹੈ, ਤਾਂ ਬਸ ਫਿਲਹਾਲ ਇਹਨਾਂ ਯਾਦ ਰੱਖੋ, ਠੀਕ ਹੈ। ਆਪਰੇਟਿੰਗ ਸਿਸਟਮ ਉਹ ਹੁੰਦਾ ਹੈ ਜਿਹਦੇ ਤੇ ਆਪਣਾ ਸਿਸਟਮ ਜਿਹੜਾ ਹੈਗਾ ਆਪਰੇਟ ਕਰਦਾ ਹੈ, ਠੀਕ ਹੈ। ਤੁਸੀਂ ਮੋਬਾਈਲ ਯੂਜ਼ ਕਰਦੇ ਹੋ, ਕਿਹੜੀ ਵੀ ਕੰਪਨੀ ਦਾ ਹੋਣਾ, ਐਪਲ ਨੂੰ ਛੱਡ ਕੇ, ਉਹਦੇ 'ਚ ਜਿਹੜਾ ਆਪਰੇਟਿੰਗ ਸਿਸਟਮ ਹੈ ਉਹ ਐਂਡਰੋਇਡ ਹੈ। ਤੁਸੀਂ ਸੈਮਸੰਗ ਵਰਤ ਲਓ, ਵੀਵੋ, ਓਪੋ, MI ਜੋ ਵੀ ਤੁਸੀਂ ਲੈ ਰਹੇ ਹੋ, ਮਾਈਕਰੋਮੈਕਸ, ਐਂਡਰੋਇਡ ਹੋਊਗਾ। ਜੇ ਐਪਲ ਵਾਲੇ ਤਾਂ ਉਹਨਾਂ ਦਾ ਆਪਣਾ ਆਪਰੇਟਿੰਗ ਸਿਸਟਮ ਹੈ, iOS ਜੋ ਵੀ ਉਹਨੂੰ ਕਹਿੰਦੇ ਆ, ਠੀਕ ਹੈ, ਅਮੀਰਾਂ ਵਾਲਾ ਉਹ ਹੈਗਾ। ਕੰਪਿਊਟਰ ਯੂਜ਼ ਕਰ ਰਹੇ ਹੋ, ਉਹਦੇ 'ਚ ਤੁਸੀਂ ਵਿੰਡੋ ਕਰੀ ਹੋਣੀ ਤਾਂ ਵਿੰਡੋ ਆਪਰੇਟਿੰਗ ਸਿਸਟਮ ਹੈ, ਨਹੀਂ ਤਾਂ ਤੁਸੀਂ ਫਿਰ ਐਪਲ ਦਾ ਵਰਤ ਰਹੇ ਹੋ ਤਾਂ ਉਹਨਾਂ ਦਾ ਆਪਣਾ ਅਲੱਗ ਆਪਰੇਟਿੰਗ ਸਿਸਟਮ ਹੈ। ਨੈਕਸਟ ਆ ਜਾਓ। ਇਨ ਵਿੰਡੋ ਐਕਸਪਲੋਰਰ ਵਿਚ ਆਫ ਦਾ ਫੋਲੋਇੰਗ ਇਨਕਲੂਡਸ ਦਾ ਚੇਂਜ ਆਈਕਨ ਵਿਊ। ਵਿੰਡੋ ਐਕਸਪਲੋਰਰ ਦੇ, ਅੱਛਾ, ਵਿੰਡੋ ਐਕਸਪਲੋਰਰ ਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਚੇਂਜ ਆਈਕਨ ਵਿਊ ਕਿੱਥੇ ਇਨਕਲੂਡ ਹੋਊਗਾ, ਤਾਂ ਇਹ ਮਿਲੂਗਾ ਤੁਹਾਨੂੰ ਮੀਨੂ ਬਾਰ ਦੇ ਵਿੱਚ, ਮੀਨੂ ਬਾਰ ਦੇ ਵਿੱਚ ਮਿਲੂਗਾ ਜਾ ਕੇ ਆਪਸ਼ਨ, ਠੀਕ ਹੈ। ਨੈਕਸਟ ਆ ਜਾਓ। ਇਹ ਵਿੰਡੋ ਬਾਰੇ ਬੇਸਿਕ ਜਿਹੇ ਕੁਐਸਚਨ ਹੈ, ਹਾਂਜੀ। ਇਦਾਂ ਦੇ ਕੁਐਸਚਨ ਦੇਖਣ ਨੂੰ ਮਿਲੇ ਆ, ਸਟੇਟਮੈਂਟਾਂ ਦੇ ਕੇ ਕਿਹਾ ਹੋਇਆ ਕਿ ਇਹਨਾਂ ਚੋਂ ਕਿਹੜੀ ਟਰੂ ਹੈ ਕਿਹੜੀ ਫਾਲਸ ਹੈ, ਪਰ ਇਹ ਦੇਖਣ ਨੂੰ ਔਖੇ ਲੱਗਦੇ ਆ ਕੁਐਸਚਨ, ਹੈ ਈਜ਼ੀ ਕੁਐਸਚਨ ਸੀਗੇ, ਠੀਕ ਹੈ ਜੀ। ਪਹਿਲਾ, the storage capacity of the main memory, ठीक है, the storage capacity of main memory ਜਿਹੜੀ ਕੰਪਿਊਟਰ ਦੀ ਆਪਣੀ ਮੇਨ ਮੈਮਰੀ ਹੁੰਦੀ ਹੈ, is larger than the hard disk। ਬਿਲਕੁਲ ਵੀ ਨਹੀਂ, ਮੇਨ ਮੈਮਰੀ ਤਾਂ ਬਹੁਤ ਛੋਟੀ ਹੁੰਦੀ ਹੈ, ਕਿਉਂਕਿ ਠੀਕ ਹੈ ਹਾਰਡ ਡਿਸਕ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ। ਆਪਾਂ ਹਾਰਡ ਡਿਸਕ ਤਾਂ ਕਈ GB ਦੀ ਲਗਾ ਸਕਦੇ ਹਾਂ, TB ਦੀ ਵੀ ਅੱਜ ਕੱਲ੍ਹ ਲਗਾਉਂਦੇ ਆ, ਠੀਕ ਹੈ। ਤਾਂ ਇਹ ਤਾਂ ਗਲਤ ਹੋ ਗਈ ਸਟੇਟਮੈਂਟ ਬਾਈ। ਹਾਰਡ ਡਿਸਕ ਇਜ਼ ਫਾਸਟਰ ਦੈਨ ਸੋਲਿਡ ਸਟੇਟ ਡਰਾਈਵ। ਹਾਰਡ ਡਿਸਕ ਜਿਹੜੀ ਆਪਾਂ ਬਾਹਰੋਂ ਲਗਾਉਂਦੇ ਆ ਹਾਰਡ ਡਿਸਕ, ਠੀਕ ਹੈ, ਹਾਰਡ ਡਿਸਕ ਡਰਾਈਵ HDD, ਇਹ ਸੋਲਿਡ ਸਟੇਟ ਡਰਾਈਵ यानी SSD ਤੋਂ ਫਾਸਟਰ ਹੈ? ਬਿਲਕੁਲ ਵੀ ਨਹੀਂ, ਇਹ ਪੁਰਾਣਾ ਹੋ ਗਿਆ। ਹੁਣ ਤਾਂ ਅੱਜ ਕੱਲ ਸਾਰੇ SSD ਵਾਲੇ ਲੈ ਰਹੇ ਆ ਬਈ, ਠੀਕ ਹੈ ਨਾ। ਸੋਲਿਡ ਸਟੇਟ ਡਰਾਈਵ ਵਾਲੇ ਜੋ ਵੀ ਆਪਾਂ ਨੇ ਲੈਪਟਾਪ ਲੈਣਾ, ਕੰਪਿਊਟਰ ਲੈਣਾ, ਉਹਦੇ 'ਚ ਆਪਾਂ SSD ਪਵਾਉਂਦੇ ਆ ਤਾਂ ਕਿ ਇਹਦੀ ਸਪੀਡ ਹੈ ਜਿਹੜੀ ਇਨਕਰੀਜ਼ ਰਹੇ, ਵਧੀਆ ਰਹੇ ਸਪੀਡ, ਠੀਕ ਹੈ। ਤਾਂ ਇਹ ਵੀ ਸਟੇਟਮੈਂਟ ਜਿਹੜੀ ਫਾਲਸ ਹੋਗੀ, ਤਾਂ यानी कि ਪਹਿਲੀ ਵੀ ਗਲਤ, ਦੂਜੀ ਵੀ ਗਲਤ, यानी कि B, सॉरी C, यानी कि C हो गया, फिर C है ना ऑप्शन, हाँ, दोनों एक फाल्स है। नेक्स्ट आ जाओ भाई। which of the following types of memory is slowest? सब तो स्लो memory ਕਿਹੜੀ ਹੈ ਇਹਨਾਂ ਦੇ ਵਿੱਚ?
ਤਾਂ ਮੈਗਨੈਟਿਕ ਟੇਪ, ਮੇਨ ਮੈਮਰੀ, ਮੈਗਨੈਟਿਕ ਡਿਸਕ, ਮੈਗਨੈਟਿਕ ਟੇਪ ਹੋ ਗਈ ਬਾਈ। ਠੀਕ ਹੈ, ਪਹਿਲਾਂ ਯੂਜ਼ ਹੁੰਦੀ ਸੀ ਮੈਗਨੈਟਿਕ ਟੇਪ, ਜਿਹੜੀ ਰੀਲਾਂ ਵਗੈਰਾ ਦੇ ਵਿੱਚ ਟੇਪ ਹੁੰਦੀਆਂ ਨੇ, VCR ਦੇ ਵਿੱਚ ਹੁੰਦੀ ਸੀ ਟੇਪ, ਉਹ ਸਭ ਤੋਂ ਸਲੋਐਸਟ ਹੈ ਇਹਨਾਂ ਦੇ ਵਿੱਚ। ਨੈਕਸਟ ਆ ਜਾਓ, ਇਨ ਗੂਗਲ ਕ੍ਰੋਮ ਪ੍ਰੈਸ ਡੈਸ਼ ਟੂ ਇਨਕਰੀਜ਼ ਦਾ ਜ਼ੂਮ ਲੈਵਲ ਆਫ ਏ ਵੈਬ ਪੇਜ। ਤੁਸੀਂ ਇੰਟਰਨੈਟ ਯੂਜ਼ ਕਰ ਰਹੇ ਹੋ ਗੂਗਲ ਕ੍ਰੋਮ ਦੇ ਵਿੱਚ, ਠੀਕ ਹੈ, ਗੂਗਲ ਕ੍ਰੋਮ ਦੇ ਵਿੱਚ ਤੁਸੀਂ ਨੈਟ ਚਲਾ ਹੋਇਆ, ਕੋਈ ਵੀ ਵੈਬਸਾਈਟ ਖੋਲੀ ਹੋਈ ਹੈ, ਤੁਹਾਨੂੰ ਉਹ ਜ਼ੂਮ ਕਰਕੇ ਦੇਖਣੀ ਹੈ, ਵੱਡੇ ਕਰਕੇ ਦੇਖਣੀ ਹੈ, ਤੁਸੀਂ ਕਿਹੜਾ ਸ਼ਾਰਟਕਟ ਵਰਤੋਗੇ? ਤਾਂ ਸ਼ਾਰਟਕਟ ਆਪਾਂ ਵਰਤਾਂਗੇ ਵੀ ਕੰਟਰੋਲ ਪਲੱਸ ਪਲੱਸ, ਠੀਕ ਹੈ ਨਾ, ਮਤਲਬ ਕੰਟਰੋਲ ਤੇ ਪਲੱਸ ਦਾ ਸਾਈਨ ਦਬਾਂਗੇ, ਉਹ ਜ਼ੂਮ ਹੋ ਜਾਏਗਾ। ਠੀਕ ਹੈ, ਉਹ ਕੀ ਹੈ? ਜ਼ੂਮ ਹੋ ਜਾਏਗਾ ਬਾਈ। ਓਕੇ, ਤਾਂ ਗੂਗਲ ਕ੍ਰੋਮ ਦੇ ਸ਼ਾਰਟਕਟ ਪੁੱਛੇ ਹੋਏ ਆ ਬਾਈ, ਕੋਈ ਨਹੀਂ, ਆਪਾਂ ਕਰ ਰਹੇ ਹਾਂ ਐਡ, ਸਾਰੇ ਕਰ ਰਹੇ ਹਾਂ, ਟੈਨਸ਼ਨ ਫਰੀ ਰਹੋ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਫੰਕਸ਼ਨ ਆਫ ਐਨ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਦਾ ਕਿਹੜਾ ਇਹਨਾਂ ਵਿੱਚੋਂ ਕੰਮ ਨਹੀਂ ਹੈ? ਆਪਰੇਟਿੰਗ ਸਿਸਟਮ ਪਤਾ ਹੈ? ਉਸ ਤੋਂ ਪਹਿਲਾਂ ਆਪਰੇਟਿੰਗ ਸਿਸਟਮ ਹੁੰਦਾ ਜਿਹਦੇ 'ਚ ਆਪਣਾ ਸਿਸਟਮ ਜਿਹੜਾ ਆਪਰੇਟ ਕਰ ਰਿਹਾ, ਕੰਮ ਕਰ ਰਿਹਾ। ਕੰਪਿਊਟਰਾਂ ਦੇ ਵਿੱਚ ਮੇਨਲੀ ਵਿੰਡੋ ਹੋ ਗਿਆ ਤੇ ਮੋਬਾਈਲਾਂ ਦੇ ਵਿੱਚ ਮੇਨਲੀ ਆਪਾਂ ਐਂਡਰੋਇਡ ਪਾ ਕੇ ਰੱਖਦੇ ਹਾਂ। ਠੀਕ ਹੈ, ਇੱਕ ਮੈਂ ਜਨਰਲ ਗੱਲ ਕਰੀਏ ਆਮ। ਠੀਕ ਹੈ, ਤਾਂ ਕੀ ਕਰਦਾ ਬਈ? ਟਰਾਂਸਲੇਟ HLL ਮਤਲਬ ਹਾਈ ਲੈਵਲ ਲੈਂਗੁਏਜ, ਕੋਡ ਨੂੰ ਮਸ਼ੀਨ ਕੋਡ ਦੇ ਵਿੱਚ ਬਦਲਦਾ, ਇਹੀ ਨਹੀਂ ਕਰਦਾ। ਠੀਕ ਹੈ, ਬਾਕੀ ਇਹਦੇ ਵਾਸਤੇ ਅਲੱਗ ਹੁੰਦਾ, ਪੜਾਂਗੇ ਆਪਾਂ। ਯੂਜ਼ਰ ਇੰਟਰਫੇਸ ਹੈਗਾ ਆ, ਯੂਜ਼ਰ ਇੰਟਰਫੇਸ ਤਾਂ ਹੈ ਹੀ ਹੈ, ਪ੍ਰੋਸੈਸ ਮੈਨੇਜਮੈਂਟ ਕਰਦਾ, ਮੈਮਰੀ ਮੈਨੇਜਮੈਂਟ ਕਰਦਾ, ਹੋਰ ਵੀ ਜਿੰਨੀ ਵੀ ਮੈਨੇਜਮੈਂਟ ਕਰਦਾ ਉਹੀ ਕਰਦਾ। ਤਾਂ ਇਹ ਨਹੀਂ ਹੈਗਾ ਬਈ, ਇਹਦੇ ਵਾਸਤੇ ਆਪਾਂ ਕੁਝ ਹੋਰ ਵਰਤਦੇ ਹਾਂ। ਹਾਈ ਲੈਵਲ ਲੈਂਗੁਏਜ, ਦੇਖੋ ਕੰਪਿਊਟਰ ਜਿਹੜਾ ਹੈਗਾ ਬਈ ਉਹ ਮਸ਼ੀਨੀ ਭਾਸ਼ਾ ਸਮਝਦਾ ਹੈ, ਮਸ਼ੀਨਰੀ ਮਤਲਬ ਬਾਈਨਰੀ ਕੋਡ ਸਮਝਦਾ ਹੈ 0 ਤੇ 1, ਮਸ਼ੀਨੀ ਕੋਡ ਸਮਝਦਾ ਹੈ 0 1, ਇਹਨੂੰ ਮਸ਼ੀਨੀ ਕੋਡ ਨੂੰ ਆਪਾਂ ਬਾਈਨਰੀ ਕੋਡ ਬੋਲਾਂਗੇ, ਬਾਈਨਰੀ ਕੋਡ। ਠੀਕ ਹੈ, ਆਬਜੈਕਟ ਕੋਡ ਬੋਲ ਦਾਂਗੇ। ਠੀਕ ਹੈ, ਮਸ਼ੀਨ ਕੋਡ ਬੋਲ ਦਾਂਗੇ, ਲੋ ਲੈਵਲ ਲੈਂਗੁਏਜ ਬੋਲ ਦਾਂਗੇ, ਲੋ ਲੈਵਲ ਲੈਂਗੁਏਜ ਬੋਲ ਦਾਂਗੇ। ਠੀਕ ਹੈ, ਕੰਪਿਊਟਰ ਬਸ ਇਹੀ ਸਮਝਦਾ ਹੈ ਬਾਈ। ਇਸ ਤੋਂ ਬਾਅਦ ਜਿਹੜੇ ਹੈਗੀ ਆ ਉਹ ਹਾਈ ਲੈਵਲ ਲੈਂਗੁਏਜ ਹੈ, ਤੇ ਜਦੋਂ ਆਪਾਂ ਹਾਈ ਲੈਵਲ ਲੈਂਗੁਏਜ ਦੇ ਵਿੱਚ ਕੁਝ ਪਾਉਂਦੇ ਆ, ਹਾਈ ਲੈਵਲ ਲੈਂਗੁਏਜ ਦੇ ਵਿੱਚ ਕੁਝ ਪਾਉਂਦੇ ਆ, ਕੰਪਿਊਟਰ ਉਹਨੂੰ ਟਰਾਂਸਲੇਟ ਕਰਦਾ ਹੈ, ਫਿਰ ਉਹ ਬਾਈਨਰੀ ਦੇ ਵਿੱਚ ਕਰਕੇ ਉਹਨੂੰ ਸਮਝਦਾ ਹੈ। ਠੀਕ ਹੈ, ਉਹਦੇ ਵਾਸਤੇ ਆਪਾਂ ਕੀ ਯੂਜ਼ ਕਰਦੇ ਹਾਂ? ਉਹਦੇ ਵਾਸਤੇ ਆਪਾਂ 2-3 ਚੀਜ਼ਾਂ ਯੂਜ਼ ਕਰਦੇ ਹਾਂ, ਅਸੈਂਬਲਰ, ਕੰਪਾਈਲਰ ਤੇ ਇੰਟਰਪ੍ਰੀਟਰ। ਇਹ 3 ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ। ਇਹ ਮੈਂ YouTube ਦੇ ਉੱਤੇ ਕਰਾ ਚੁੱਕਿਆ ਪਹਿਲਾਂ ਵੀ। ਠੀਕ ਹੈ, ਲੈਂਗੁਏਜ ਟਰਾਂਸਲੇਟਰ ਯੂਜ਼ ਕਰਦੇ ਹਾਂ। ਅਸੈਂਬਲਰ ਜਿਹੜਾ ਹੁੰਦਾ ਹੈ, ਅਸੈਂਬਲਰ ਅਸੈਂਬਲੀ ਲੈਂਗੁਏਜ ਨੂੰ, ਅਸੈਂਬਲੀ ਭਾਸ਼ਾ ਨੂੰ ਮਸ਼ੀਨ ਭਾਸ਼ਾ ਦੇ ਵਿੱਚ ਬਦਲਦਾ ਹੈ। ਕੰਪਾਈਲਰ ਜਿਹੜਾ ਹੁੰਦਾ ਹੈ, ਕੰਪਾਈਲਰ ਜਿਹੜਾ ਹੁੰਦਾ ਹੈ ਬਈ ਉਹ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨੀ ਲੈਂਗੁਏਜ ਦੇ ਵਿੱਚ ਬਦਲਦਾ ਹੈ, ਪੂਰੇ ਪ੍ਰੋਗਰਾਮ ਨੂੰ ਇਕੱਠੇ ਹੀ ਬਦਲ ਦਿੰਦਾ ਹੈ ਇੱਕੇ ਵਾਰੀ ਦੇ ਵਿੱਚ। ਠੀਕ ਹੈ, ਪੂਰੇ ਪ੍ਰੋਗਰਾਮ ਨੂੰ ਇੱਕ ਹੀ ਵਾਰੀ ਦੇ ਵਿੱਚ ਬਦਲ ਦਿੰਦਾ ਹੈ, ਸਾਰੇ ਦੇ ਸਾਰੇ ਨੂੰ। ਇੰਟਰਪ੍ਰੀਟਰ ਵੀ ਇਹੀ ਕੰਮ ਕਰਦਾ ਹੈ, ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨੀ ਭਾਸ਼ਾ ਦੇ ਵਿੱਚ ਬਦਲ ਦਿੰਦਾ ਹੈ, ਬਟ ਉਹ ਲਾਈਨ ਬਾਈ ਲਾਈਨ ਬਦਲਦਾ ਹੈ, ਲਾਈਨ ਬਾਈ ਲਾਈਨ। ਤਾਂ ਕੰਪਾਈਲਰ ਤੇ ਇੰਟਰਪ੍ਰੀਟਰ ਦੇ ਵਿੱਚ ਬਸ ਇਹੀ ਫਰਕ ਹੈ, ਦੋਨੇ ਹਾਈ ਲੈਵਲ ਲੈਂਗੁਏਜ ਨੂੰ ਲੋ ਲੈਵਲ ਲੈਂਗੁਏਜ ਦੇ ਵਿੱਚ ਬਦਲ ਰਹੇ ਹਾਂ, ਮਸ਼ੀਨੀ ਲੈਂਗੁਏਜ ਦੇ ਵਿੱਚ ਬਦਲ ਰਹੇ ਹਾਂ, ਬਟ ਕੰਪਾਈਲਰ ਸਾਰੇ ਨੂੰ ਇਕੱਠਾ, ਠੀਕ ਹੈ, ਸਾਰੇ ਨੂੰ ਇਕੱਠਾ ਕਰਕੇ ਚੇਂਜ ਕਰ ਦਿੰਦਾ ਹੈ, ਤੇ ਜੇ ਕੋਈ ਐਰਰ ਆਉਂਦਾ ਤਾਂ ਐਰਰ ਦਿਖਾ ਦਿੰਦਾ, ਨਹੀਂ ਕਰ ਦਿੰਦਾ। ਠੀਕ ਹੈ, ਇੰਟਰਪ੍ਰੀਟਰ ਕੀ ਹੈ? ਲਾਈਨ ਬਾਈ ਲਾਈਨ, ਪਹਿਲਾਂ ਇੱਕ ਲਾਈਨ ਕਰੇਗਾ, ਸਟੈਪ ਬਾਈ ਸਟੈਪ। ਠੀਕ ਹੈ, ਲਾਈਨ ਬਾਈ ਲਾਈਨ ਜਾਂ ਸਟੈਪ ਬਾਈ ਸਟੈਪ। ਓਕੇ, ਅਸੈਂਬਲਰ ਤਾਂ ਸਿੰਪਲ ਹੈ, ਅਸੈਂਬਲੀ ਨੂੰ ਮਸ਼ੀਨੀ ਦੇ ਵਿੱਚ ਬਦਲਦਾ ਹੈ ਬਸ। ਨੈਕਸਟ ਹੈ ਜੀ, ਵਟ ਆਰ ਦਾ ਲੀਡਿੰਗ ਬਿਟਸ ਇਨ ਕਲਾਸ D IP ਐਡਰੈਸ। ਤਾਂ IP ਐਡਰੈਸ ਦੀ ਜਿਹੜੀ ਕਲਾਸ D ਹੈਗੀ ਹੈ, IP ਐਡਰੈਸ ਦੀ ਜਿਹੜੀ ਕਲਾਸ D ਹੈਗੀ ਹੈ, ਉਹਦੀ ਲੀਡਿੰਗ ਬਿਟਸ ਕਿੰਨੀ ਹੈ? ਤਾਂ ਇਹ ਜਿੰਨੀ ਵੀ ਕਲਾਸਾਂ ਹੈਗੀ ਆਪਾਂ ਨੇ ਪੜ੍ਹੇ ਨਾ, E ਤੱਕ ਕਲਾਸਾਂ ਹੈ, ਕਲਾਸ A, ਕਲਾਸ B, ਕਲਾਸ C, ਕਲਾਸ D, ਕਲਾਸ E, ਸਾਰੇ ਦੀ ਬਿਟ ਮੈਂ ਤੁਹਾਨੂੰ ਬਤਾਉਂਦਾ। ਵੈਸੇ ਇਹਦਾ ਆਨਸਰ 1110 ਹੈ। ਇਹ ਸਕਰੀਨਸ਼ਾਟ ਲੈ ਲਓ, ਲਿਓ। ਅੱਗੇ ਨੂੰ ਕਦੇ ਕੁਐਸਚਨ ਪੁੱਛਦੇ ਆ ਕਿ ਕਿਹਦੀ ਲੀਡਿੰਗ ਬਿਟ ਹੈ, ਇਹ ਦੱਸ ਦੇਣਾ ਹੈ। ਕਲਾਸ A ਵਾਲੇ ਦੀ ਲੀਡਿੰਗ ਬਿਟ 0 ਹੈ ਬਈ, ਕਲਾਸ B ਦੀ 10 ਹੈ, ਕਲਾਸ C ਦੀ 110 ਹੈ, ਕਲਾਸ D ਦੀ ਇਹ ਕੁਐਸਚਨ ਆਇਆ ਹੋਇਆ ਦੇਖ ਲਓ 1110 ਹੋ ਗਈ, ਤੇ ਕਲਾਸ E ਦੀ 1111 ਯਾਦ ਰੱਖ ਲੈਣੀ ਹੈ ਭਾਈ। ਅੱਗੇ ਨੂੰ ਕੁਐਸਚਨ ਆਉਂਦਾ ਹੈ, ਚੱਕ ਕੇ ਮਾਰਨਾ ਹੈ ਪਰ। ਨੈਕਸਟ ਆ ਗਿਆ ਜੀ, ਦਾ ਸਟਾਰਟ ਬਟਨ ਔਨ ਏ ਵਿੰਡੋ ਆਪਰੇਟਿੰਗ ਸਿਸਟਮ। ਸਟਾਰਟ ਬਟਨ ਔਨ ਏ ਵਿੰਡੋ ਆਪਰੇਟਿੰਗ ਸਿਸਟਮ ਮਤਲਬ ਤੁਹਾਡੇ ਕੰਪਿਊਟਰ ਦੇ ਵਿੱਚ ਵਿੰਡੋ ਆਪਰੇਟਿੰਗ ਸਿਸਟਮ ਹੈ, ਮਤਲਬ ਤੁਸੀਂ ਆਪਣੇ ਕੰਪਿਊਟਰ 'ਚ ਵਿੰਡੋ ਪਾਈ ਹੋਈ ਹੈ, ਤਾਂ ਸਟਾਰਟ ਬਟਨ ਜਿਹੜਾ ਹੈਗਾ ਬਈ ਉਹਦੀ ਪੋਜੀਸ਼ਨ ਦੱਸਣੀ ਹੈ ਟਾਸਕ ਬਾਰ ਦੇ ਵਿੱਚ ਬਾਈ ਡਿਫਾਲਟ। ਸਟਾਰਟ ਦਾ ਬਟਨ ਜਿਹੜਾ ਹੈਗਾ, ਤੁਸੀਂ ਕੁਝ ਨਹੀਂ ਚੇਂਜ ਕਰਿਆ, ਤੁਸੀਂ ਵਿੰਡੋ ਕਰੀ ਹੈ, ਬਾਈ ਡਿਫਾਲਟ ਸਟਾਰਟ ਦਾ ਬਟਨ ਕਿੱਥੇ ਹੈ ਉਹਦੀ ਪੋਜੀਸ਼ਨ ਦੱਸਣੀ ਹੈ। ਤਾਂ ਇਹ ਦੇਖੋ, ਠੀਕ ਹੈ, ਇਹ ਟਾਸਕ ਬਾਰ ਹੁੰਦਾ। ਇਹਨਾਂ ਨੇ ਟਾਸਕ ਬਾਰ ਦੇ ਵਿੱਚ ਪੁੱਛੀ ਹੈ ਨਾ, ਦੇਖੋ ਪੋਜੀਸ਼ਨ ਪੁੱਛੀ ਹੈ ਟਾਸਕ ਬਾਰ ਦੇ ਵਿੱਚ। ਤਾਂ ਇਹ ਜਿਹੜਾ ਟਾਸਕ ਬਾਰ ਕੀ ਹੁੰਦਾ, ਪਹਿਲਾਂ ਤੁਹਾਨੂੰ ਇਹੀ ਪਤਾ ਹੋਣਾ ਚਾਹੀਦਾ ਹੈ ਨਾ। ਟਾਸਕ ਬਾਰ ਹੁੰਦਾ ਜਿਹੜਾ ਸਭ ਤੋਂ ਥੱਲੇ ਹੁੰਦਾ ਹੈ। ਜਿਹੜਾ ਦੇਖੋ, ਇਹ ਮੈਂ ਆਪਣੇ ਕੰਪਿਊਟਰ ਦਾ ਸਕਰੀਨਸ਼ਾਟ ਲਿਆ, ਇਹ ਟਾਸਕ ਬਾਰ ਹੈ ਵੀ ਜਿਹੜਾ ਸਭ ਤੋਂ ਥੱਲੇ ਪੱਟੀ ਹੁੰਦੀ ਹੈ ਨਾ, ਟਾਸਕ ਬਾਰ, ਇਹ ਸਭ ਤੋਂ ਥੱਲੇ ਵਾਲੀ ਪੱਟੀ ਨੂੰ ਆਪਾਂ ਟਾਸਕ ਬਾਰ ਬੋਲਦੇ ਹਾਂ। ਇਹਦੇ 'ਚ ਆਪਾਂ ਬਹੁਤ ਕੁਝ ਚੀਜ਼ਾਂ ਆਪਣੀ ਮਰਜ਼ੀ ਨਾਲ ਐਡ ਕਰ ਸਕਦੇ ਹਾਂ। ਜਿਹੜੇ ਮੈਂ ਸਭ ਤੋਂ ਜ਼ਿਆਦਾ ਯੂਜ਼ ਕਰਦਾ ਉਹ ਚੀਜ਼ਾਂ ਮੈਂ ਇੱਥੇ ਐਡ ਕਰੀ ਹੋਈਆਂ। ਸਭ ਤੋਂ ਪਹਿਲਾਂ ਹੁੰਦਾ ਇੱਥੇ ਸਟਾਰਟ ਬਟਨ, ਇੱਥੇ ਵਿੰਡੋ ਦਾ ਨਿਸ਼ਾਨ ਬਣਿਆ ਹੁੰਦਾ ਹੈ,
ये ਜਿਹੜੇ ਚਾਰ ਖਾਨੇ ਆ ਇਹ ਵਿੰਡੋ ਹੈ, ਠੀਕ ਹੈ, ਵਿੰਡੋ ਮਾਈਕਰੋਸਾਫਟ ਵਾਲਿਆਂ ਦਾ ਇਹ ਨਿਸ਼ਾਨ ਹੈ, ਇਹਨੂੰ ਹੀ ਸਟਾਰਟ ਬਟਨ ਕਹਿੰਦੇ ਆ, ਠੀਕ ਹੈ। ਇਹ ਸਟਾਰਟ ਬਟਨ ਹੈ ਕਿੱਥੇ ਹੈ, ਲੈਫਟ ਸਾਈਡ ਹੈ, ਕਿੱਥੇ ਹੈ, ਲੈਫਟ ਸਾਈਡ ਹੈ। ਓਕੇ ਚਲੋ ਫਿਰ ਦੇਖੋ ਆਪਣਾ क्वेश्चन ਕੀ ਹੈ, ਲੈਫਟ ਸਾਈਡ ਕੀ ਹੈ ऑप्शन, ਲੈਫਟ ਸਾਈਡ ਹੈ ਬਈ, ਲੈਫਟ ਸਾਈड, ठीक है। ਤਾਂ ਇਹ ਪਹਿਲੀ शिफ्ट होगी, ठीक है। नेक्स्ट शिफ्ट पे आ जाओ फटाफट, वीडियो थोड़ा फास्ट करके देख लो, ठीक है, लंबी हो जानी है वीडियो। नेक्स्ट है जी, विच ऑफ द फॉलोइंग कीज कैन बी यूज्ड टू डिलीट सिलेक्टेड कंटेंट इन MS वर्ड डॉक्यूमेंट। ਤੁਸੀਂ MS वर्ड ਦੇ ਵਿੱਚ ਕੋਈ ਚੀਜ਼ ਸਿਲੈਕਟ ਕਰੀ ਹੈ, ਮੰਨ ਲਓ ਇਹ ਸਾਰਾ ਕੁਝ MS वर्ड ਦੇ ਵਿੱਚ ਹੀ ਲਿਖਿਆ ਹੋਇਆ ਸੀਗਾ, ਮੈਂ ਸਾਰਾ ਸਿਲੈਕਟ ਕਰ ਲਿਆ ਉਹਦੇ ਨਾਲ ਮਾਊਸ ਦੇ ਨਾਲ, ਹਨਾ। ਹੁਣ ਮੈਂ ਚੀਜ਼ ਨੂੰ ਡਿਲੀਟ ਕਰਨਾ ਹੈ, ਜਿਹੜੀ ਚੀਜ਼ ਮੈਂ ਸਿਲੈਕਟ ਕਰੀ ਹੈ, ਤਾਂ ਮੈਂ ਕਿਹੜੀ ਕੀ ਯੂਜ਼ ਕਰ ਸਕਦਾ, ਮਤਲਬ ਕਿਹੜੀ ਕੀ ਹੈ ਮੈਂ ਯੂਜ਼ ਕਰ ਸਕਦਾ। ਤਾਂ ਮੈਂ ਡਿਲੀਟ ਦੇ ਨਾਲ ਵੀ ਡਿਲੀਟ ਕਰ ਸਕਦਾ, ਬੈਕ ਸਪੇਸ ਦੇ ਨਾਲ ਵੀ ਕਰ ਸਕਦਾ, ਯਾਨੀ ਇਹਦਾ ਆਨਸਰ ਹੈ ਬੋਥ 1 and 2। ਓਕੇ, which of the following devices is used to transform graphics image into digital image? graphics image into digital, graphics मतलब ਜਿਹੜੀ ਆਪਣੇ ਕੋਲ ਇਮੇਜ ਹੁੰਦੀ ਹੈ, ਗ੍ਰਾਫਿਕਸ ਇਮੇਜ ਹੈ ਨਾ, ਨੋਰਮਲ ਆਪਣੇ ਹੱਥ ਦੇ ਵਿੱਚ ਹਾਰਡ ਕਾਪੀ ਹੁੰਦੀ ਹੈ, ਉਸ ਨੂੰ ਡਿਜੀਟਲੀ ਕਰਨਾ ਆਪਾਂ ਨੇ, ਮਤਲਬ ਆਪਣੀ ਡਿਵਾਈਸ ਦੇ ਵਿੱਚ ਸੇਵ ਕਰਨਾ ਹੈ ਨਾ, ਜੋ ਵੀ ਆਪਣੀ ਡਿਵਾਈਸਾਂ ਦੇ ਵਿੱਚ ਡਾਟਾ ਹੁੰਦਾ ਉਹ ਡਿਜੀਟਲ ਡਾਟਾ ਹੀ ਹੈ ਨਾ, ਉਹਨੂੰ ਕਰਨਾ। ਤਾਂ ਕੌਣ ਕਰੇਗਾ, ਸਕੈਨਰ ਕਰੇਗਾ ਬਈ, ਨਿਆਣੇ ਵਾਲੇ ਕੁਐਸਚਨ ਹੈ। ਚਲੋ ਅੱਗੇ, ਉਲਟਾ ਹੁੰਦਾ ਜੇ ਡਿਜੀਟਲ ਇਮੇਜ ਨੂੰ ਆਪਾਂ ਨੇ ਗ੍ਰਾਫਿਕਸ ਦੇ ਵਿੱਚ ਕਰਨਾ, ਪ੍ਰਿੰਟਰ ਹੋ ਜਾਣਾ ਸੀਗਾ। ਨੈਕਸਟ, ਫੁੱਲ ਫਾਰਮ ਮੈਂ ਤੁਹਾਨੂੰ ਕਿਹਾ ਵੀ ਫੁੱਲ ਫਾਰਮ ਹਰ ਸ਼ਿਫਟ ਦੇ ਵਿੱਚ ਆਈ ਹੋਈ ਹੈ, ਪਿਛਲੀ ਦੇ ਵਿੱਚ ਵੀ ਆਪਾਂ ਨੇ 2 ਫੁੱਲ ਫਾਰਮ ਦੇਖੀਏ, ਇੱਥੇ ਫਿਰ ਤੀਜਾ ਕੁਐਸਚਨ ਹੀ ਫੁੱਲ ਫਾਰਮ ਦਾ ਆ ਗਿਆ। TCP ਉਹੀ ਹੈ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਪ੍ਰੋਟੋਕੋਲ ਕੀ ਹੁੰਦਾ ਹੈ, ਸੈਟ ਆਫ ਰੂਲਸ। ਪ੍ਰੋਟੋਕੋਲ ਨੂੰ ਡਾਇਰੈਕਟ ਪੁੱਛਿਆ ਜਾਂਦਾ ਹੈ ਵਾਟ ਇਜ਼ ਪ੍ਰੋਟੋਕੋਲ, ਸੈਟ ਆਫ ਰੂਲਸ ਹੁੰਦਾ ਹੈ ਬਈ ਜਿਹਦੇ ਤੇ ਨੈਟਵਰਕ ਕੰਮ ਕਰਦਾ ਹੈ। ਇੱਕ ਨੈਟਵਰਕ, ਹਰ ਇੱਕ ਨੈਟਵਰਕ ਦੇ ਕੁਝ ਰੂਲ ਰੈਗੂਲੇਸ਼ਨ ਹੁੰਦੇ ਆ ਜਿਹਦੇ ਤੇ ਉਹ ਵਰਕ ਕਰਦਾ ਹੈ, ਉਸ ਨੂੰ ਆਪਾਂ ਪ੍ਰੋਟੋਕੋਲ ਹੈ ਬੋਲਦੇ ਆ, ਠੀਕ ਹੈ। ਆਪਾਂ ਵੀ ਕਿਸੇ ਬੰਦੇ ਦੇ ਨਾਲ ਗੱਲਬਾਤ ਕਰਦੇ ਆ, ਸਾਰੇ ਬੰਦੇ ਦੇ ਨਾਲ ਗੱਲਬਾਤ ਕਰਦੇ ਆ, ਅਲੱਗ-ਅਲੱਗ ਹਿਸਾਬ ਨਾਲ ਕਰਦੇ ਆ, ਕਿਸੇ ਨਾਲ ਕਿਸੇ ਤਰ੍ਹਾਂ ਦੀ, ਕਿਸੇ ਨਾਲ ਕਿਸੇ ਤਰ੍ਹਾਂ ਦੀ, ਹੈ ਨਾ, ਦੇਖਦੇ ਆ ਨਾ ਬੋਲਦੇ ਹੋਏ। ਤਾਂ ਉਹੀ ਚੀਜ਼ ਹੈ, ਨੈਟਵਰਕ ਵੀ ਜਦੋਂ ਬਣਦਾ ਹੈ ਨਾ, ਉਹਦੇ ਰੂਲ ਅਲੱਗ ਹੁੰਦੇ ਆ, ਠੀਕ ਹੈ, ਹਰ ਇੱਕ ਦੇ ਨਾਲ ਸਾਰੇ ਨੈਟਵਰਕ ਦੇ ਰੂਲ ਅਲੱਗ ਹੁੰਦੇ ਆ, ਉਸੇ ਨੂੰ ਆਪਾਂ ਪ੍ਰੋਟੋਕੋਲ ਬੋਲਦੇ ਆ। ਤਾਂ TCP ਸਭ ਤੋਂ ਮਤਲਬ TCP ਤੇ IP, ਮਤਲਬ TCP ਹੈ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, IP ਹੈ ਇੰਟਰਨੈਟ ਪ੍ਰੋਟੋਕੋਲ, ਦੋਨੋਂ ਮਿਲ ਕੇ ਹੀ ਕੰਮ ਕਰਦੇ ਆ। ਤੇ ਇਹ ਸਭ ਤੋਂ ਮਤਲਬ ਜਿਹੜਾ ਹੈਗਾ ਆ, ਸਭ ਤੋਂ ਵੱਡਾ ਪ੍ਰੋਟੋਕੋਲ ਬੋਲ ਦਿਓ, ਸਭ ਤੋਂ ਮੇਨ ਸੁਪਰ ਇੰਪੋਰਟੈਂਟ ਇਹ ਪ੍ਰੋਟੋਕੋਲ ਇਹੀ ਹੈਗਾ। ਜੇ ਤੁਹਾਨੂੰ ਕਦੇ ਵੀ ਪੁੱਛਿਆ ਜਾਏ ਕਿ ਸਭ ਤੋਂ ਮੇਨ ਪ੍ਰੋਟੋਕੋਲ ਕਿਹੜਾ ਹੈ, ਤਾਂ TCP IP ਸਭ ਤੋਂ ਮੇਨ ਪ੍ਰੋਟੋਕੋਲ ਹੈ। ਨੈਕਸਟ ਆ ਜਾਓ ਬਈ, ਵਟ ਇਜ਼ ਦੀ ਫੁੱਲ ਫਾਰਮ ਆਫ TCP। ਅੱਛਾ ਹੁਣ ਤਾਂ ਕਰਿਆ, ਓਕੇ ਹਾਂਜੀ, ਇਹ ਕੁਝ ਪ੍ਰੋਟੋਕੋਲ ਹੈਗੇ ਆ, ਇਹ ਦੇਖ ਲਓ। ਪਹਿਲੀ ਗੱਲ ਤਾਂ ਪ੍ਰੋਟੋਕੋਲ ਇਜ਼ ਅ ਸੈਟ ਆਫ ਰੂਲਸ ਦੈਟ ਗਵਰਨ ਡਾਟਾ ਕਮਿਊਨੀਕੇਸ਼ਨ। ਜਿਹੜਾ ਡਾਟਾ ਕਮਿਊਨੀਕੇਟ ਹੁੰਦਾ ਹੈ, ਡਾਟਾ ਟ੍ਰਾਂਸਫਰ ਹੁੰਦਾ ਹੈ ਇੱਧਰ ਤੋਂ ਉੱਧਰ, ਉਹਦੇ ਕੁਝ ਰੂਲ ਹੁੰਦੇ ਆ, ਉਸੇ ਨੂੰ ਪ੍ਰੋਟੋਕੋਲ ਬੋਲਦੇ ਆ। ਇਹ ਪ੍ਰੋਟੋਕੋਲ ਡਿਫਾਈਨ ਵਟ ਇਜ਼ ਕਮਿਊਨੀਕੇਟਡ, ਕੀ ਕਮਿਊਨੀਕੇਟਡ ਕਰਿਆ ਜਾ ਸਕਦਾ ਹੈ, ਹਾਊ ਇਟ ਇਜ਼ ਕਮਿਊਨੀਕੇਟਡ, ਕਿੱਦਾਂ ਕਰਿਆ ਜਾ ਸਕਦਾ ਹੈ, ਤੇ ਵੈਨ ਇਟ ਇਜ਼ ਕਮਿਊਨੀਕੇਟਡ, ਕਦੋਂ ਕਰਿਆ ਜਾ ਸਕਦਾ ਹੈ, ਇਹ ਸਾਰਾ ਕੁਝ ਦੱਸਦਾ ਹੈ ਪ੍ਰੋਟੋਕੋਲ। ਇਹ ਕੁਝ ਪ੍ਰੋਟੋਕੋਲ ਹੈਗੇ ਆ ਬਈ, ਚੱਕੋ ਸਕਰੀਨਸ਼ਾਟ, ਫੁੱਲ ਫਾਰਮ ਸਾਰਿਆਂ ਦੀ ਯਾਦ ਰੱਖਣੀ ਹੈ। TCP IP ਦੀ ਫੁੱਲ ਫਾਰਮ ਇਹ ਦੇਖ ਲਓ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਜਿਹੜਾ ਪੇਪਰ ਦੇ ਵਿੱਚ ਆਇਆ ਹੋਇਆ, ਤੇ IP ਦੀ ਇੰਟਰਨੈਟ ਪ੍ਰੋਟੋਕੋਲ। ਫਾਈਲ ਟ੍ਰਾਂਸਫਰ ਪ੍ਰੋਟੋਕੋਲ FTP ਬਹੁਤ ਇੰਪੋਰਟੈਂਟ ਹੈ, ਡਾਇਰੈਕਟ ਪੁੱਛਿਆ ਜਾਂਦਾ ਹੈ। FTP ਦੀ ਫੁੱਲ ਫਾਰਮ HTTP ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ, ਟੈਲਨੈਟ ਪ੍ਰੋਟੋਕੋਲ, ਯੂਜ਼ਨੈਟ, ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ, TPP, ਇਹ ਬਹੁਤ ਇੰਪੋਰਟੈਂਟ ਹੈ, ਇਹਨੂੰ ਦੁਬਾਰੇ ਦੇਖੋ। ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ SMTP, ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ। ਤੇ ਕੁਐਸਚਨ ਆਉਂਦਾ ਹੈ ਕਿ ਆਪਾਂ ਨੇ ਮੇਲ ਭੇਜਣੀ ਹੁੰਦੀ ਹੈ, ਉਹਦੇ ਵਾਸਤੇ ਕਿਹੜਾ ਪ੍ਰੋਟੋਕੋਲ ਲੱਗਦਾ, ਮੇਲ SMTP, ਠੀਕ ਹੈ। ਤੇ ਇੱਕ ਹੈਗਾ ਵਾਇਰਲੈਸ ਐਪਲੀਕੇਸ਼ਨ ਪ੍ਰੋਟੋਕੋਲ, ਵਾਇਸ ਓਵਰ ਇੰਟਰਨੈਟ ਪ੍ਰੋਟੋਕੋਲ, VoIP। ਫੁੱਲ ਫਾਰਮ ਤਾਂ ਸਾਰਿਆਂ ਦੀ ਯਾਦ ਰੱਖਣੀ ਹੈ। ਨੈਕਸਟ ਆ ਜਾਓ, which of the following is an editor that allow the user to only write text? ਕੋਈ ਇੱਕ ਐਡੀਟਰ ਸੌਫਟਵੇਅਰ ਹੈ, ਮਤਲਬ ਐਡੀਟਰ ਹੈ, ਮਤਲਬ ਜਿਹਦੇ ਚ ਆਪਾਂ ਡਾਕੂਮੈਂਟ ਵਗੈਰਾ ਬਣਾਉਂਦੇ ਹਾਂ ਨਾ, ਉਹ ਅਲਾਉ ਕਰਦਾ ਹੈ ਯੂਜ਼ਰ ਨੂੰ ਸਿਰਫ ਲਿਖਣ ਵਾਸਤੇ, ਹੋਰ ਕੁਝ ਨਹੀਂ ਆਪਾਂ ਉਹਦੇ ਚ ਕਰ ਸਕਦੇ, ਆਪਾਂ ਸਿਰਫ ਉਹਦੇ ਚ ਲਿਖ ਸਕਦੇ ਹਾਂ। ਲਿਖ ਤਾਂ ਆਪਾਂ ਵਰਡ ਦੇ ਵਿੱਚ ਵੀ ਸਕਦੇ ਹਾਂ, ਹਨਾ, ਇੱਥੇ ਆਪਸ਼ਨ ਦੇ ਵਿੱਚ ਹੈਗਾ ਵਰਡ, ਆਊਟਲੁੱਕ, ਅਸੀਂ ਸਾਰੇ ਚ ਲਿਖ ਸਕਦੇ ਹਾਂ, ਹਨਾ, ਕੋਈ ਚੱਕਰ ਨਹੀਂ। ਬਟ ਉਹਨੂੰ ਆਪਾਂ ਹੋਰ ਕੁਝ ਵੀ ਕਰ ਸਕਦੇ ਹਾਂ, ਉਹਦੇ ਨਾਲ ਬਹੁਤ ਕੁਝ ਕਰ ਸਕਦੇ ਹਾਂ, ਹਨਾ, ਸਟਾਈਲ ਵਗੈਰਾ, ਇਹ ਉਹ ਫੌਂਟ ਫੂਡ ਚੇਂਜ ਕਰ ਸਕਦੇ ਹਾਂ। ਨੋਟਪੈਡ 'ਚ ਕੁਝ ਨਹੀਂ ਹੁੰਦਾ, ਨੋਟਪੈਡ 'ਚ ਸਿੰਪਲ ਲਿਖੋ ਬਸ, ਫਾਲਤੂ ਕੋਈ ਪੰਗਾ ਨਹੀਂ ਹੈਗਾ। ਤਾਂ ਨੋਟਪੈਡ ਇਹਦਾ ਆਨਸਰ ਹੈ। ਨੋਟਪੈਡ ਸਿਰਫ ਲਿਖਣ ਵਾਸਤੇ ਹੀ ਕੰਮ ਹੁੰਦਾ ਇਹਦਾ, ਹੋਰ ਕੁਝ ਨਹੀਂ, ਮਤਲਬ ਤੁਹਾਡੀ ਕਾਪੀ ਹੈ, ਜੋ ਮਰਜ਼ੀ ਲਿਖ ਲਓ ਬਸ। ਦੀ ਨੰਬਰ ਆਫ ਰੋਜ਼ ਇਨ MS Excel 2016 ਵਰਕਸ਼ੀਟ। ਤਾਂ MS Excel ਤੁਹਾਨੂੰ ਪਤਾ ਹੈ, ਇਹ ਇੱਕ MS Excel ਦੀ ਸ਼ੀਟ ਦਾ ਸਕਰੀਨਸ਼ਾਟ ਹੈ। ਇੱਥੇ ਆਪਾਂ ਜਿੱਥੇ ਵਰਕਿੰਗ ਸਪੇਸ ਹੁੰਦਾ, ਇਹਨੂੰ ਆਪਾਂ ਸੀਟ ਬੋਲਦੇ ਹਾਂ ਬਈ,
MS ਪਾਵਰਪੁਆਇੰਟ ਦੇ ਵਿੱਚ ਆਪਾਂ ਵਰਕਿੰਗ ਸ਼ੀਟ ਸੀਗੀ ਜਿਹੜੀ ਆਪਣੀ, ਉਹਨੂੰ ਸਲਾਈਡ ਬੋਲਦੇ ਸੀ, ਜਿੱਥੇ ਆਪਾਂ ਕੰਮ ਕਰਦੇ ਹਾਂ ਸਲਾਈਡ ਬੋਲਦੇ ਹਾਂ। ਐਕਸਲ ਦੇ ਵਿੱਚ ਉਹਨੂੰ ਆਪਾਂ ਸੀਟ ਬੋਲਦੇ ਹਾਂ। ਕੀ ਬੋਲਦੇ ਹਾਂ? ਸੀਟ। ਇਹ ਪਹਿਲੀ ਸੀਟ ਹੈ, ਠੀਕ ਹੈ। ਓਕੇ, ਤਾਂ ਇਹ ਹੈਗੀ ਆ ਰੋਜ਼। ਪਹਿਲੀ ਰੋ ਹੋ ਗਈ, ਦੂਜੀ ਰੋ, ਤੀਜੀ ਰੋ, ਚੌਥੀ, ਏਦਾਂ ਕਰ ਕਰਕੇ ਇਹਨਾਂ ਨੇ ਪੁੱਛਿਆ ਕਿੰਨੀ ਰੋ ਹੋ ਸਕਦੀ ਹੈ। ਇਹੀ ਕੁਐਸਚਨ ਹੈ ਨਾ, ਸ਼ਾਇਦ ਇਹੀ ਹੈ। ਹਾਂ, ਦੀ ਨੰਬਰ ਆਫ ਰੋਜ਼ ਕਿੰਨੀ ਹੋ ਸਕਦੀ ਹੈ ਬਾਈ? ਇਹ ਨੰਬਰ ਹੈ, ਯਾਦ ਰੱਖ ਲਿਓ, 104 85 76 104 85 76 104 85 76। ਚਲੋਗੇ। Which of the following is required by an operating system to interact with particular hardware? Which of the following is required by an operating system to interact with particular? Okay, ਕਿਸੇ ਹਾਰਡਵੇਅਰ ਦੇ ਨਾਲ ਆਪਰੇਟਿੰਗ ਸਿਸਟਮ ਨੇ ਕੰਮ ਕਰਨਾ ਹੈ। ਕਿਸੇ ਹਾਰਡਵੇਅਰ ਦੇ ਨਾਲ ਆਪਾਂ ਬਹੁਤ ਕੁਝ ਹਾਰਡਵੇਅਰ ਆਪਾਂ ਯੂਜ਼ ਕਰਦੇ ਆ, ਕੰਪਿਊਟਰ ਦੇ ਵਿੱਚ ਲਗਾ ਦਿੰਦੇ ਆ ਨਾ, ਕੁਝ ਵੀ ਹਾਰਡਵੇਅਰ, ਪ੍ਰਿੰਟਰ ਲਗਾਤਾ, ਸਪੀਕਰ ਲਗਾਤੇ, ਮਾਈਕ ਲਗਾਤੇ, ਹੈ ਨਾ, ਇਹ ਸਾਰਾ ਹਾਰਡਵੇਅਰ ਹੀ ਹੈ, ਆਪਾਂ ਆਪਣੇ ਕੰਪਿਊਟਰ ਦੇ ਨਾਲ ਲਗਾ ਦਿੰਦੇ ਆ। ਆਪਰੇਟਿੰਗ ਸਿਸਟਮ ਨੂੰ ਪਤਾ ਨਹੀਂ ਨਾ ਉਹਦੇ ਬਾਰੇ। ਆਪਰੇਟਿੰਗ ਸਿਸਟਮ ਨੂੰ ਕੁਛ ਤਾਂ ਚਾਹੀਦਾ ਜਿਹੜਾ ਉਹਨੂੰ ਦੱਸੇ ਕਿ ਇਹ ਜਿਹੜੀ ਚੀਜ਼ ਲਗਾਈ ਹੈ ਇਹ ਇਦਾਂ ਕੰਮ ਕਰੇਗੀ। ਉਹਨੂੰ ਆਪਾਂ ਬੋਲਦੇ ਹਾਂ ਡਰਾਈਵਰ। ਉਹ ਜਿਹੜੀ ਡਿਵਾਈਸ ਆਪਾਂ ਨੇ ਹਾਰਡਵੇਅਰ ਲਗਾਇਆ ਨਾ, ਉਸ ਨੂੰ ਚਲਾਉਣ ਵਾਸਤੇ ਕੀ ਚਾਹੀਦਾ? ਡਰਾਈਵਰ ਤਾਂ ਚਾਹੀਦਾ ਹੈ ਨਾ। ਜੇ ਚੀਜ਼ ਲਗਾਈ ਹੈ ਤਾਂ ਡਿਵਾਈਸ ਦੇ ਡਰਾਈਵਰ ਚਾਹੀਦੇ ਆ। ਜੇ ਆਪਾਂ ਨੇ ਸਪੀਕਰ ਜੋੜੇ ਤਾਂ ਸਪੀਕਰ ਦੇ ਡਰਾਈਵਰ ਪਾਉਂਦੇ ਆ, ਪ੍ਰਿੰਟਰ ਲਗਾਇਆ ਤਾਂ ਪ੍ਰਿੰਟਰ ਦੇ ਡਰਾਈਵਰ ਆਪਾਂ ਇੰਸਟਾਲ ਕਰਦੇ ਆ, ਤਦ ਜਾ ਕੇ ਪ੍ਰਿੰਟਰ ਚੱਲਦਾ ਹੈ। ਚਲੋ ਨੈਕਸਟ ਕੁਐਸਚਨ, ਫੁੱਲ ਫਾਰਮ ਆਫ ਯੂਨੀਵੈਕ। ਸਿੰਪਲ, यूनिवर्सल ऑटोमेटिक कंप्यूटर। ये स्क्रीनशॉट ले लो भाई, यू तो जिन्ने भी बनते हैं सारे ऐड करे हैं, ठीक है। स्क्रीनशॉट ले लो, बस पढ़ते रहिए अपने आप। नेक्स्ट आ जाओ जी, व्हाट इज ए बूटेबल डिस्क? बूटेबल डिस्क कुछ नहीं है भाई, ए डिस्क दैट इज यूज्ड टू लोड ऑपरेटिंग सिस्टम सॉफ्टवेयर इन ए रैम, इनटू द रैम। ओके, बस चलोगे। विच ऑफ द फॉलोइंग स्टोरेज डिवाइस कंटेन्स फिजिकली मूविंग पार्ट्स इन इट? स्टोरेज डिवाइस ਜਿਹੜੀ ਹੁੰਦੀ ਹੈ, ਠੀਕ ਹੈ, ਕਿਹਦੇ ਵਿੱਚ ਅੰਦਰ ਜਿਹੜਾ ਫਿਜ਼ੀਕਲ ਮੂਵਿੰਗ ਪਾਰਟ ਹੁੰਦਾ, ਮਤਲਬ ਉਹਦੇ ਵਿੱਚ ਕੁਝ ਪਾਰਟ ਹੁੰਦਾ ਜਿਹੜਾ ਮੂਵ ਕਰਦਾ ਹੈ, ਤਾਂ ਇਹ ਹਾਰਡ ਡਿਸਕ ਦੀ ਗੱਲ ਹੋ ਰਹੀ ਹੈ ਬਈ। ਹਾਰਡ ਡਰਾਈਵ ਜਿਹੜੀ ਆਪਣੀ ਹੁੰਦੀ ਹੈ, ਹਾਰਡ ਡਿਸਕ ਡਰਾਈਵ, ਇਹ ਹੁੰਦੀ ਹੈ ਬਈ ਇਦਾਂ ਦੀ ਅੰਦਰੋਂ। ਆਪਾਂ ਜਿਹੜੇ ਆਪਾਂ ਕੰਪਿਊਟਰ ਦੇ ਵਿੱਚ ਹਾਰਡ ਡਿਸਕ ਲਗਾਉਂਦੇ ਆ ਨਾ, ਅੱਜ ਕੱਲ ਤਾਂ ਇਹ ਨਹੀਂ ਲੱਗ ਰਹੀ, ਅੱਜ ਕੱਲ ਤਾਂ SSD ਆਪਾਂ ਯੂਜ਼ ਕਰ ਰਹੇ ਹਾਂ, ਸੋਲਿਡ ਸਟੇਟ ਡਰਾਈਵ, ਬਟ ਹਲੇ ਵੀ ਆਪਾਂ HDD ਵੀ ਯੂਜ਼ ਕਰਦੇ ਹਾਂ, ਹਾਰਡ ਡਿਸਕ ਡਰਾਈਵ। ਹਾਰਡ ਡਿਸਕ ਡਰਾਈਵ ਇਹ ਹੁੰਦੀ ਹੈ, ठीक है। SSD कुछ नहीं, SSD जिवें अपना मैमोरी कार्ड होंदा है, बस वही है। SSD तो अपनी मैमोरी कार्ड वर्गी होंदी है। HDD ये होंदी है बई, इहनूं आपां अंदरों देखांगे तां इह इहदे च एक डिस्क होंदी है, ठीक है। डिस्क घुमदी रहिंदी है, स्पिंडल दे विच लगी होंदी है, इहदे उपर ए लग्या होंदा है बई, इहनूं आपां बोलदे आ रीड एंड राइट हैड लग्या होंदा है, ये रीड करदा डाटे नूं, ठीक है। बस ये मूव करदी है, ठीक है। ये की करदी है? मूव। इहदी स्पीड है जिहड़ी स्लो होंदी है। HDD दी स्पीड जिहड़ी हैगी है वो स्लो है जे आप कंपैरिजन करिए SSD दे नाल, सॉलिड स्टेट ड्राइव दे नाल, बट ये कॉस्टली है, ये सस्ती है, ठीक है। चलो अगे फिर इन गूगल क्रोम तो क्वेश्चन आए हुए हैं सॉर्ट करते। इन गूगल क्रोम प्रेस डैश टू साइकिल बिटवीन योर ओपन टैब्स लेफ्ट टू राइट। मतलब आप गूगल क्रोम खोलिया, अपने एक साइड गूगल खोलिया हुआ है, दूसरी साइड अपने कोई यूट्यूब खोल ली, है ना, गाने गुने चला ले, अगे अपने कुछ गूगल ट्रांसलेट खोल लिया, अपने कुछ टाइप करना है, अपने पंजाबी कन्वर्ट करनी है, इदां करके, है ना। 2-3 टैब है जी गूगल क्रोम दे विच खोल ली। हुण आपां नूं जाना एक तो दूजे दे विच, तां आपां की करांगे? शॉर्टकट यूज कर सकते हैं। शॉर्टकट की है? कंट्रोल प्लस टैब। कंट्रोल प्लस टैब आपां यूज करके एक तो दूजे तक जा सकते हैं बिना माउस का यूज करके। माउस का यूज करके तो आपां क्लिक करके यूट्यूब पर चले जाएंगे, क्लिक करके गूगल ट्रांसलेट पर चले जाएंगे, बट आपां कीबोर्ड के राही शॉर्टकट कंट्रोल प्लस टैब के राही जल्दी तो जल्दी जा सकते हैं, ठीक है। नैक्सट है जी, ये सारे शॉर्टकट है ਉਹਦੇ गूगल क्रोम के, सारे तो नहीं, मतलब मेन ਜਿਹੜੇ ਮੈਨੂੰ ਲੱਗਦੇ ਸੀਗੇ, वैसे तो बहुत है, 100 है, बट मैं इन्ने ऐड करे हैं, ये भी बहुत औखे याद करने, मैं तुहानूं सच्ची दसा, ठीक है। तो ये विजिबल है, पहले तो मैं यही देख ला भाई, हाँ हाँ बिल्कुल विजिबल है, ठीक है। ਇਹਦਾ स्क्रीनशॉट ले लो, तो बाकी जो PDF ਤੁਹਾਨੂੰ ਕੱਲ मिलेगी यार, अज औखा है, तो ਉਹਦੇ ਵਿੱਚ मिल जूगा, ठीक है। तो आंसर भी मार करके दूंगा इस बार मैं ਤੁਹਾਨੂੰ, ठीक है। यस, what is the start address of the class B IP address range? क्लास B पूछा भी, पहला क्लास A पूछा हुआ सी, तो क्लास A की सी 1 तो लैके 126 तक, तो 127 नूं भी आपां जोड़दे हां, ये सीगी क्लास A। दूजी क्लास की है, मतलब क्लास A, क्लास B कितों शुरू हो रही सी? 128 तो, ठीक है। वट इज द स्टार्ट एड्रैस ऑफ क्लास B? 128 तो शुरू होंदी है ना, तो ये हो गया, ये बिल्कुल 128 तो शुरू हो रही है, इस तो बाद अगे बढ़ूगा, तो ये हो गया B का आंसर। चलो नेक्स्ट आ जाओ, वट विल बी दी आउटपुट?
ਆਫ ਦੀ ਫੋਲੋਇੰਗ MS Excel ਫਾਰਮੂਲਾ। ਦੇਖੋ ਜੇ ਤੁਹਾਨੂੰ MS Excel ਨਹੀਂ ਆਂਦੀ ਨਾ ਫਾਰਮੂਲੇ ਵਾਲੀ ਤਾਂ ਇਹਨੂੰ ਤੁਸੀਂ ਇਹੋ ਜਿਹੇ ਕੁਐਸਚਨਾਂ ਤੋਂ ਦੂਰ ਰਹਿਣਾ ਹੈ, ਠੀਕ ਹੈ। ਹੁਣ ਇੰਨਾ ਟਾਈਮ ਵੀ ਨਹੀਂ ਕਿ ਤੁਹਾਨੂੰ ਇਹ ਕਰਾ ਸਕਾਂ ਕਿ ਫਾਰਮੂਲੇ ਵਗੈਰਾ ਕੀ ਹੈ, ਬਸ ਯਾਦ ਰੱਖਣਾ ਜੇ ਇਹੋ ਜਿਹਾ ਕੁਐਸਚਨ ਆਂਦਾ ਆਨਸਰ ਇਹਦਾ ਇੱਕ ਹੋਊਗਾ। ਕਦੇ ਤੁਸੀਂ ਇਹਨੂੰ ਆਪਣੇ ਮੈਥ ਦੇ ਹਿਸਾਬ ਨਾਲ ਸੋਲਵ ਕਰਨ ਬੈਠ ਜਾਓ, ਠੀਕ ਹੈ। ਇਹਦਾ ਆਨਸਰ ਕੀ ਹੈ, ਇੱਕ ਆਊਗਾ। ਤੇ ਬਸ ਜੇ ਤੁਸੀਂ ਸਿੰਪਲ ਯਾਦ ਰੱਖਣਾ ਹੈ, ਜਦੋਂ ਵੀ ਕੋਈ ਨਵਾਂ ਫਾਰਮੂਲਾ ਆਪਾਂ ਨੇ ਐਕਸਲ ਦੇ ਵਿੱਚ ਬਣਾਉਣਾ ਹੁੰਦਾ ਹੈ, ਮੰਨ ਲਓ ਇਹ ਫਾਰਮੂਲਾ ਸੀਗਾ, ਇਹ ਨਵਾਂ ਫਾਰਮੂਲਾ ਬਣਾਉਣਾ, ਕੋਈ ਵੀ ਫਾਰਮੂਲਾ ਬਣਾਉਣਾ, ਉਹ ਸਟਾਰਟ ਹਮੇਸ਼ਾ ਇਕੁਅਲ ਤੋਂ ਹੋਊਗਾ। ਨਿਊ ਫਾਰਮੂਲਾ ਇਨ ਐਕਸਲ ਸਟਾਰਟਸ ਬਾਈ ਇਕੁਅਲ। ਇਕੁਅਲ ਮਤਲਬ ਇਹ ਵਾਲਾ ਨਿਸ਼ਾਨ ਹੈ ਜਿਹੜਾ, ਇਕੁਅਲ ਲਿਖਣਾ ਨਹੀਂ ਹੈਗਾ, ਇਕੁਅਲ ਤੋਂ ਸ਼ੁਰੂ ਹੁੰਦਾ, ਇਹ ਸਿੰਬਲ ਹੈ ਇਕੁਅਲ ਦਾ, ਇੱਥੋਂ ਸ਼ੁਰੂ ਹੁੰਦਾ ਬਈ, ਠੀਕ ਹੈ। ਓਕੇ ਚਲੋ ਫਿਰ ਅੱਗੇ ਨੈਕਸਟ ਆ ਗਈ, ਵਿਚ ਆਫ ਦਾ ਫੋਲੋਇੰਗ ਇਜ਼ ਸਪੈਸ਼ਲਾਈਜ਼ਡ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ। ਤਾਂ ਗ੍ਰਾਫਿਕਸ ਦੀ ਗੱਲ ਆਈ ਹੈ ਤਾਂ GPU ਸਿੰਪਲ ਹੈ। ਚਲੋ ਅੱਗੇ ਫਟਾਫਟ, ਕੋਈ ਨਹੀਂ, ਵੈਸੇ ਫੁੱਲ ਫਾਰਮ ਤੋਂ ਇਹ ਦੇਖੋ GPU ਇਦਾਂ ਵੀ ਤੁੱਕਾ ਮਾਰ ਸਕਦੇ ਸੀ ਤੁਸੀਂ। ਫਾਈਲ ਕ੍ਰੀਏਟਡ ਇਨ MS PowerPoint 2016 ਹੈਵ ਡੈਸ਼ ਡਿਫਾਲਟ ਐਕਸਟੈਂਸ਼ਨ। ਐਕਸਟੈਂਸ਼ਨ ਇਹ ਕੀ ਹੁੰਦਾ ਹੈ? ਐਕਸਟੈਂਸ਼ਨ ਦੇਖੋ, ਐਕਸਟੈਂਸ਼ਨ ਤੋਂ ਪਹਿਲਾਂ ਇੱਕ ਚੀਜ਼ ਹੁੰਦੀ ਹੈ ਫਾਈਲ। ਫਾਈਲ ਕੀ ਹੁੰਦੀ ਹੈ? ਕੋਈ ਵੀ ਤੁਹਾਡਾ ਡਾਟਾ ਹੋ ਗਿਆ, ਮੰਨ ਲਓ ਤੁਹਾਡੀ ਫੋਟੋ ਹੋ ਗਈ, ਤੁਹਾਡਾ ਗਾਣਾ ਹੋ ਗਿਆ ਕੋਈ, ਹੈ ਨਾ, ਆਡੀਓ ਗਾਣਾ, ਕੋਈ ਵੀਡੀਓ ਗਾਣਾ ਹੋ ਗਿਆ, ਜਾਂ ਤੁਸੀਂ ਕੋਈ ਸੌਫਟਵੇਅਰ ਯੂਜ਼ ਕਰਦੇ ਹੋ, ਮੰਨ ਲਓ PowerPoint ਯੂਜ਼ ਕਰਦੇ ਹੋ, ਐਕਸਲ ਯੂਜ਼ ਕਰਦੇ ਹੋ, ਵਰਡ ਯੂਜ਼ ਕਰਦੇ ਹੋ, ਕੋਈ ਵੀ ਚੀਜ਼, ਫੋਟੋਸ਼ੋਪ ਯੂਜ਼ ਕਰਦੇ ਹੋ, ਕੁਝ ਵੀ ਯੂਜ਼ ਕਰਦੇ ਹੋ ਨਾ, ਤੁਸੀਂ ਆਪਣੀ ਫਾਈਲ ਸੇਵ ਕਰਦੇ ਹੋ। ਜਦੋਂ ਤੁਸੀਂ ਫਾਈਲ ਸੇਵ ਕਰਦੇ ਹੋ, ਤੁਸੀਂ ਨਾਮ ਰੱਖਤਾ, ਮੰਨ ਲਓ ਨਾਮ ਰੱਖਤਾ ਜੀ ਇਹਦਾ, ਤੁਹਾਡੀ ਫੋਟੋ ਹੈ, ਤੁਸੀਂ ਨਾਮ ਰੱਖਤਾ ਘੈਂਟ ਫੋਟੋ, ਹੈ ਨਾ। ਜਦੋਂ ਤੁਸੀਂ ਇਹਨੂੰ, ਇਸ ਫਾਈਲ ਨੂੰ ਘੈਂਟ ਫੋਟੋ ਨਾਮ ਦੇ ਕੇ ਸੇਵ ਕਰੋਗੇ ਤਾਂ ਇਹਦੇ ਪਿੱਛੇ ਆਟੋਮੈਟਿਕਲੀ JPEG ਲੱਗ ਜੂਗਾ, JPEG, ਹੈ ਨਾ। ਤੇ ਤੁਸੀਂ ਬਿਨਾ ਫੋਟੋ, ਕੋਈ ਵੀ ਬੰਦਾ ਨਾ ਬਿਨਾ ਫੋਟੋ ਓਪਨ ਕਰੇ ਇਹ ਦੱਸ ਸਕਦਾ ਕਿ ਇਹ ਫੋਟੋ ਹੈ। ਕਿਉਂ? ਫੋਟੋ ਤੋਂ ਨਾਮ ਤੋਂ ਨਹੀਂ, ਇਹ JPEG ਤੋਂ, ਕਿਉਂਕਿ ਇਹ ਫੋਟੋ ਦਾ ਫਾਰਮੈਟ ਹੁੰਦਾ ਹੈ, ਪਿਕਚਰ ਦਾ ਫਾਰਮੈਟ ਹੈ ਨਾ। ਕੋਈ ਤੁਸੀਂ ਗਾਣਾ ਸੇਵ ਕਰਿਆ ਹੋਇਆ ਜੀ, ਹੈ ਨਾ, ਕੁਝ ਵੀ ਗਾਣਾ ਦਾ ਨਾਮ ਰੱਖਿਆ ਹੋਇਆ XYZ, ਪਿੱਛੇ ਲਿਖਿਆ ਹੋਇਆ MP3, ਇਹ ਕੋਈ ਵੀ ਬੰਦਾ ਦੇਖ ਕੇ ਕਹਿ ਸਕਦਾ ਕਿ ਆਡੀਓ ਫਾਈਲ ਹੈ। ਕਿਉਂ? ਕਿਉਂਕਿ ਇਹ ਹੈਗੀ ਹੈ ਐਕਸਟੈਂਸ਼ਨ ਆਡੀਓ ਫਾਈਲ ਦੀ, ਇਹ ਫੋਟੋ ਦੀ ਐਕਸਟੈਂਸ਼ਨ ਹੈ। ਇਦਾਂ ਹੀ ਹਰ ਫਾਈਲ ਦੀ ਆਪਣੀ ਐਕਸਟੈਂਸ਼ਨ ਹੁੰਦੀ ਹੈ। ਸਾਰੇ ਸੌਫਟਵੇਅਰ ਜਿਹੜੇ ਤੁਸੀਂ ਯੂਜ਼ ਕਰਦੇ ਹੋ, ਜਦੋਂ ਜੋ ਵੀ ਤੁਸੀਂ ਫਾਈਲ ਉਹਦੇ 'ਚ ਕ੍ਰੀਏਟ ਕਰਦੇ ਹੋ, ਸਾਰਿਆਂ ਦੀ ਆਪਣੀ ਐਕਸਟੈਂਸ਼ਨ ਹੁੰਦੀ ਹੈ। MS PowerPoint ਦੀ ਐਕਸਟੈਂਸ਼ਨ ਕੀ ਹੈ? 2016 ਵਾਲੇ ਦੀ ਪੁੱਛੀ ਹੈ, 2007 ਤੋਂ ਪਹਿਲਾਂ ਵਾਲੇ ਜਿਹੜੇ ਸੀਗੇ ਬਈ, ਠੀਕ ਹੈ, ਜਾਂ 2003 ਵਾਲੇ, ਹਾਂ, ਉਹਦੀ ਐਕਸਟੈਂਸ਼ਨ ਸੀਗੀ ਬਈ PPT, ਹੁਣ ਹੈਗੀ ਹੈ PPTX, ਠੀਕ ਹੈ। 2007 ਤੋਂ ਬਾਅਦ ਵਾਲਿਆਂ ਦੀ PPTX ਹੈਗੀ ਹੈ, X ਮਤਲਬ ਐਕਸਟੈਂਡਡ, ਠੀਕ ਹੈ। ਤੇ ਇਹ ਮੈਂ ਕੁਝ ਐਕਸਟੈਂਸ਼ਨ ਹੈ ਜਿਹੜੀ ਐਡ ਕਰੀ ਹੈ, ਇਹ ਮੈਂ ਕੁਝ ਐਕਸਟੈਂਸ਼ਨ ਹੈਗੀ ਹੈ ਜਿਹੜੀ ਐਡ ਕਰੀ ਹੈ, ਉਹ ਦੇਖ ਲਓ ਇੱਕ ਵਾਰ, ਠੀਕ ਹੈ। ਐਕਸਟੈਂਸ਼ਨ ਸਮਝ ਗਏ ਨਾ, ਫਾਈਲ ਦੇ ਪਿੱਛੇ ਜਿਹੜਾ ਹੁੰਦਾ ਉਹਨੂੰ ਐਕਸਟੈਂਸ਼ਨ ਬੋਲਦੇ ਆ। .txt ਇਹ ਟੈਕਸਟ ਫਾਈਲ ਹੁੰਦੀ ਹੈ ਜਿਹੜੀ ਨੋਟਪੈਡ ਦੀ, ਠੀਕ ਹੈ। ਨੋਟਪੈਡ ਓਨਲੀ ਫॉर ਰਾਈਟਿੰਗ ਵਰਤਿਆ ਜਾਂਦਾ, ਮੈਂ ਤੁਹਾਨੂੰ ਦੱਸਿਆ ਨਾ, ਹੁਣੇ ਕੁਐਸਚਨ ਆਇਆ ਸੀਗਾ ਜਿਹਦੇ ਵਿੱਚ ਆਪਾਂ ਸਿਰਫ ਲਿਖ ਸਕਦੇ ਹਾਂ, ਤਾਂ ਨੋਟਪੈਡ ਹੈ ਵੀ, ਨੋਟਪੈਡ ਦੇ ਵਿੱਚ ਆਪਾਂ ਸਿਰਫ ਲਿਖ ਸਕਦੇ ਹਾਂ। ਤਾਂ ਨੋਟਪੈਡ ਦੀ ਫਾਈਲ ਦੀ ਐਕਸਟੈਂਸ਼ਨ .txt ਹੁੰਦਾ ਹੈ। RFT ਵਰਡ ਪੈਡ ਇੱਕ ਹੁੰਦਾ, ਇੱਕ ਇਹ ਵੀ ਲਿਖਣ ਵਾਸਤੇ ਸੌਫਟਵੇਅਰ ਇਹਦੀ ਹੁੰਦੀ ਹੈ RFT, ਠੀਕ ਹੈ ਨਾ। RTF ਹੈ, RTF ਆਊਗਾ, ਇਹਨੂੰ ਠੀਕ ਕਰ ਲਿਓ, ਠੀਕ ਹੈ। PPT ਬਈ ਜਿਹੜੀ 2003 ਤੱਕ ਦੇ ਵਰਜ਼ਨ ਸੀਗੇ ਉਹਦੀ PPT ਸੀਗਾ। PowerPoint ਦੇ 2003 ਤੱਕ ਦੇ ਵਰਜ਼ਨਾਂ ਦੇ ਵਿੱਚ PPT, ਹੁਣ 2007 ਤੇ ਉਸ ਤੋਂ ਬਾਅਦ ਵਾਲੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚ PPTX ਵਰਤਿਆ ਜਾਂਦਾ। X ਮਤਲਬ ਐਕਸਟੈਂਡਡ। DOC MS Word ਜਿਹੜਾ 2003 ਤੱਕ ਸੀਗਾ ਬਈ, ਉਹਦੇ ਚ DOC ਮਤਲਬ ਡਾਕੂਮੈਂਟ, ਤੇ 2007 ਤੇ ਉਸ ਤੋਂ ਬਾਅਦ ਵਾਲੇ ਸਾਰਿਆਂ ਦੇ ਵਿੱਚ DOCX, ਠੀਕ ਹੈ, ਯਾਦ ਰੱਖਣਾ ਹੈ। MS Excel ਜਿਹੜਾ 2003 ਤੱਕ ਸੀਗਾ ਬਈ, ਉਹਦੇ ਚ XLS ਵਰਤਿਆ ਜਾਂਦਾ ਹੈ, ਠੀਕ ਹੈ। ਤੇ 2003 ਤੋਂ 2007 ਤੋਂ ਬਾਅਦ ਵਾਲੇ, ਮਤਲਬ 2007 ਤੋਂ ਬਾਅਦ ਵਾਲੇ ਸਾਰਿਆਂ ਦੇ ਵਿੱਚ X ਲੱਗਿਆ ਵਰਡ, ਯਾਨੀ ਐਕਸਟੈਂਡਡ, ਠੀਕ ਹੈ। MS Access ਜਿਹੜਾ ਸੀਗਾ, MS Access ਜਿਹੜਾ ਸੀਗਾ 2003 ਤੱਕ ਦਾ, ਉਹਦਾ ਸੀਗਾ ਬਈ MBD, ਠੀਕ ਹੈ ਨਾ। ਤੇ ਉਸ ਤੋਂ ਬਾਅਦ 2007 ਤੇ ਉਸ ਤੋਂ ਬਾਅਦ ਜਿੰਨੇ ਵੀ ਆਏ ਆ ਉਹਦਾ ਸੀਗਾ ਬਈ .ACCDB, ਸਮਝੋ ਗੱਲ। ਇਹ ਕੁਝ ਐਕਸਟੈਂਸ਼ਨ ਹੈਗੀਆਂ ਸੌਫਟਵੇਅਰਸ ਦੀ, ਇਹ ਜ਼ਰੂਰ ਯਾਦ ਰੱਖਣੀ ਹੈ। ਤੇ ਪਰਸੋਂ ਐਗਜ਼ਾਮ ਹੈਗਾ ਹੈ ਨਾ, ਫੋਨ ਬਹੁਤ ਜ਼ਿਆਦਾ ਆਏ ਹੋਏ ਆ ਬੱਚਿਆਂ ਦੇ, ਰਹਿਣ ਦੇ ਪ੍ਰਬੰਧ ਕਰਕੇ। ਚਲੋ ਦੀਪ ਸਰ ਨਾਲ ਕਰ ਲਾਂਗੇ ਗੱਲ। ਚਲੋ ਆਓ ਫਟਾਫਟ ਬਾਈ। ਵਿਚ ਆਫ ਦਾ ਫੋਲੋਇੰਗ ਫਾਈਲ ਮੈਨੂ ਓਪਨਸ ਇਨ MS Word 2016 ਇਜ਼ ਟੂ ਕ੍ਰੀਏਟ ਏ ਬਲੈਂਕ ਫਾਈਲ। ਅੱਛਾ, ਨਵੀਂ ਫਾਈਲ ਕ੍ਰੀਏਟ ਕਰਨ ਵਾਸਤੇ ਬਲੈਂਕ ਹੈ ਨਾ, ਨਵੀਂ, ਹਾਂ ਉਹੀ ਹੈ। ਨਿਊ ਦੀ ਕਮਾਂਡ ਆਪਾਂ ਵਰਤਾਂਗੇ, ਕਿਹੜੀ ਵਰਤਾਂਗੇ? ਨਿਊ ਦੀ ਕਮਾਂਡ, ਠੀਕ ਹੈ। ਨਿਊ ਦੀ ਕਮਾਂਡ ਆਪਾਂ ਵਰਤਾਂਗੇ, ਬਸ ਸਿੰਪਲ ਹੈ। ਚਲੋ ਅੱਗੇ। ਵਿਚ ਆਫ ਦਾ ਫੋਲੋਇੰਗ ਕੀਬੋਰਡ ਸ਼ਾਰਟਕਟ ਕੈਨ ਬੀ ਯੂਜ਼ਡ ਇਨ Google Chrome ਟੂ ਕਲੋਜ਼ ਦੀ ਕਰੰਟ ਐਕਟਿਵ ਟੈਬ।
ਜਿਹੜੀ ਟੈਬ ਜਿਹੜਾ ਆਪਾਂ ਨੇ ਟੈਬ ਖੋਲੀ ਹੋਈ ਹੈ ਗੂਗਲ ਕ੍ਰੋਮ ਦੇ ਵਿੱਚ ਉਹ ਆਪਾਂ ਨੇ ਕਲੋਜ਼ ਕਰਨੀ ਹੈ। ਉਹਦੇ ਵਾਸਤੇ ਆਪਾਂ ਬਈ Ctrl+W ਵਰਤਾਂਗੇ। ਇਹ ਜਿਹੜੀ ਮੈਂ ਪਿੱਛੇ ਤੁਹਾਨੂੰ ਸਕਰੀਨਸ਼ਾਟ ਲੈਣ ਨੂੰ ਕਿਹਾ ਸੀ ਉਹਦੇ ਵਿੱਚ ਵੀ ਇਹ ਐਡ ਹੈਗਾ ਆ। Which of the following operating system function keeps track of every memory location that is either assigned to some process or is free? मतलब ਮੈਮਰੀ ਦੀ ਜਿਹੜੀ ਲੋਕੇਸ਼ਨ ਹੈ ਉਹਨੂੰ ਟਰੈਕ ਕਰਦਾ ਹੈ, ਕੌਣ ਕਰਦਾ ਹੈ? ਇਹ ਜਿਹੜੇ ਮੈਮਰੀ ਨੂੰ ਮੈਨੇਜ ਕਰਦੇ ਆ, ਯਾਨੀ ਮੈਮਰੀ ਮੈਨੇਜਮੈਂਟ ਦੀ ਗੱਲ ਹੋ ਰਹੀ ਹੈ, ਮੈਮਰੀ ਮੈਨੇਜਮੈਂਟ ਦੀ ਗੱਲ ਹੈ। ਚਲੋ ਅੱਗੇ, ਇਹ ਡੈਸ਼ ਇਜ਼ ਏ ਕੰਪੈਕਟ ਐਂਡ ਪੋਰਟੇਬਲ ਵਰਜ਼ਨ ਆਫ ਪਰਸਨਲ ਕੰਪਿਊਟਰ। ਜਿਹੜੇ ਆਪਣੇ ਪਰਸਨਲ ਕੰਪਿਊਟਰ ਹੁੰਦੇ, ਪੀਸੀ ਜਿਹੜੇ ਆਪਣੇ ਘਰਾਂ ਦੇ ਵਿੱਚ ਯੂਜ਼ ਹੁੰਦੇ ਆ, ਉਹਦਾ ਛੋਟਾ ਵਰਜ਼ਨ ਹੈ। ਤੇ ਪੋਰਟੇਬਲ ਮਤਲਬ ਆਪਾਂ ਇੱਧਰ ਉੱਧਰ ਲੈ ਕੇ ਫਿਰ ਸਕਦੇ ਆ। ਨੋਟਬੁੱਕ ਯਾਨੀ ਲੈਪਟਾਪ ਦੀ ਗੱਲ ਹੈ ਬਾਈ, ਸਿੰਪਲ ਜੀ ਗੱਲ ਹੈ। ਚਲੋ ਅੱਗੇ, ठीक है, सिंपल क्वेश्चन ही है, इन्नी कोई ज्यादा हाई फाई नहीं है। विच ऑफ द फॉलोइंग इज एन ओपन सोर्स ऑपरेटिंग सिस्टम? ओपन सोर्स ऑपरेटिंग सिस्टम की गल आए तो लिनक्स आंसर होता है। ठीक है, नेक्स्ट है जी, कंसीडर ए लैन विच फॉलो मैश टोपोलॉजी। ठीक है, लैन मतलब लोकल एरिया नैटवर्क, जो आप कुछ कंप्यूटर लोकली जोड़ लेंगे। ठीक है, वो लैन हो जाऊगा। ओके, फॉलो मैश टोपोलॉजी। मैश टोपोलॉजी की होंगे, चलो वो भी पढ़ांगे। ठीक है, टोपोलॉजी कई तरह की होंगी है, बस टोपोलॉजी, रिंग टोपोलॉजी, स्टार टोपोलॉजी तो मैश टोपोलॉजी। ठीक है, कंप्यूटर जिदा कनैक्ट कराया होया ना उस हिसाब नाल आपां उहनूं टोपोलॉजी रखते हैं। हुण मैं तुहानूं दसो, ठीक है, कोई चक्कर। इफ दे आर 10 नोड्स, नोड्स का मतलब की है? नोड्स मतलब कंप्यूटर नूं आपां नोड ही बोलांगे। जदों आपां टोपोलॉजी बनाते हैं ना तो जिन्ने कंप्यूटर लगे होंगे, जिन्ने सिस्टम लगे हुए हैं, वो हर एक नूं आपां नोड बोलते हैं, यानी 10 कंप्यूटर लगे हुए हैं। मैश टोपोलॉजी फॉलो कर रहे हैं। द मैक्सिमम नंबर ऑफ लिंक्स कनैक्शन इन द नेटवर्क्स, या तो ये कितने नेटवर्क बन सकते हैं, कितने कनैक्शन होंगे? पहली गल, मान लो ये दो कंप्यूटर है मेरे, दो नोड है। ठीक है, मैं नेटवर्क बनाना तो मैं इनू जोड़ता भाई। ठीक है, ये हो गया। इस तो बाद ये मेरा मतलब बन गया नेटवर्क, लोकल है, लोकल एरिया नेटवर्क। ठीक है जी, मतलब सारे कंप्यूटर पास है, सारे आपस के लोकल ही एरिया कोई ज़्यादा वड्डा नहीं है। लोकल होंगे किसी बिल्डिंग स्कूल के अपने लोकली जोड़िया होया। ठीक है, ऑफिस वगैरह के अकैडमी वगैरह के। ठीक है, मैश टोपोलॉजी अजिही टोपोलॉजी होंगी है बई जिदे मान लो मेरे को ये 4 कंप्यूटर है। ठीक है, चारों दे चार आपस के हर एक कंप्यूटर नाल अटैच है। मैश ये होगी, मैश मतलब एक जाला टाइप, मैश का मतलब होता है ना मकड़ी का जाला, ये जाले टाइप टोपोलॉजी है। ठीक है, ये कंप्यूटर जिहड़ा हैगा इहदे नाल भी अटैच है, इहदे नाल भी अटैच है, इहदे नाल भी अटैच है। ये कंप्यूटर जिहड़ा हैगा भी इहदे नाल भी अटैच हो गया, ये तो हो ही गया। इहदे नाल भी अटैच होएगा तो इहदे नाल भी अटैच होएगा। सेम यही कंप्यूटर इहदे नाल भी अटैच हो गया, इहदे नाल भी हो गया, बचा इहदे नाल भी हो गया। हुण देखो सारे कंप्यूटर आपस दे विच अटैच है, ये हुंदी है मैश टोपोलॉजी, जिहदे च हर एक कंप्यूटर दे नाल अटैच हुंदा है। समझियो गल? ओके, ये मैश टोपोलॉजी हो गई भाई। हुण इन्हां ने पुछया, अच्छा ये जिहड़ा बनिया कनैक्शन, ये जिहड़ा बनिया ये एक कनैक्शन हो गया, एक 2 हो गए, 3 हो गए, 4 हो गए, 5 हो गए, 6 कनैक्शन बन गए। 4 कंप्यूटर ते 6 कनैक्शन बन गए। हुण इन्हां ने उही पुछया बई 10 कंप्यूटर 10 नोड दे विच किन्ने मैक्सिमम कनैक्शन बन सकते हैं। तो इन्हां क्वेश्चनां दा तुसीं रट्टा नहीं लगा सकते कि 10 दे विच ए, 20 दे विच ए, है ना, 10 15 पूछ लेन फिर की करोगे, 5 पूछ लेन फिर की करोगे। ठीक है, तो एक सिंपल जा मैथड तुहानूं मैं दसदा कैलकुलेट करने का। 2 देखो, एक जे अपने नैटवर्क बनाना है ना, 2 कंप्यूटर तो चाहिए हैं। एक दे विच तां नैटवर्क ही होएगा, नैटवर्क हुंदा ना जो आप 2 कंप्यूटर में जोड़ते हैं, है ना, 2 नोड तो ये 2 हो गए बई अपने को। ठीक है, 2 हो गए, दोवां नूं जोड़ांगे तो 1 बनूगा, यानी दोवां दे मामले दे विच 1 कनैक्शन बनता है। हुण हो गए 3 हो गए, 3 नूं आपस दे विच जोड़ांगे आपां। ये इहदे नाल भी अटैच है, ये इहदे नाल भी अटैच है, ये इहदे नाल भी अटैच है, ये इहदे नाल भी अटैच। अच्छा बस ठीक है, फिर आपस दे विच अटैच है सारे, इहदे नाल भी हो गया, इहदे नाल भी हो गया। हर एक कंप्यूटर हर एक दे नाल अटैच है। तो तीनों दे विच 3 कनैक्शन हो गए, 1 कनैक्शन, दूजा कनैक्शन, तीजा। ठीक है जी, चलो थोड़ा जिहा होर तुसीं सबर करो, फिर तुहानूं वधिया पता लग जूगा, कोई चक्कर नहीं। 4 नोड होगी, ये इहदे नाल भी अटैच हो गया, इहदे नाल भी अटैच हो गया, ये इहदे नाल भी अटैच हो गया। आई इहदी बारी, ये इहदे नाल ऑलरेडी अटैच है, इहदे नाल अटैच हो गया, इहदे नाल अटैच हो गया। आई इहदी बारी, ये इहदे नाल ऑलरेडी अटैच है, इहदे नाल भी ऑलरेडी अटैच हैगा, इहदे नाल भी अटैच हो गया। आई इहदी बारी, ये ऑलरेडी सारे नाल अटैच है, यानी कनैक्शन 4 दे विच कनैक्शन किन्ने हो गए? 1 2 3 4 5 ते 6 हो गए। एक होर करिए थोड़ा जा, देख लो फिर तुहानूं क्लीयर हो जाएगा, कोई चक्कर नहीं। 4 हटाओ,
5 ਕੰਪਿਊਟਰ ਹੋ ਗਏ ਆਪਣੇ ਕੋਲ, ਠੀਕ ਹੈ। ਇਹ ਇਹਦੇ ਨਾਲ ਅਟੈਚ ਹੈ, ਇਹਦੇ ਨਾਲ ਅਟੈਚ ਹੋ ਗਿਆ, ਇਹਦੇ ਨਾਲ ਅਟੈਚ ਹੋ ਗਿਆ, ਇਹਦੇ ਨਾਲ ਵੀ ਅਟੈਚ ਹੋ ਗਿਆ। ਇਹ ਕੰਪਿਊਟਰ ਆਲਰੇਡੀ ਇਹਦੇ ਨਾਲ ਅਟੈਚ ਹੈ, ਇਹਦੇ ਨਾਲ ਅਟੈਚ ਹੋ ਗਿਆ, ਇਹਦੇ ਨਾਲ ਅਟੈਚ ਹੋ ਗਿਆ, ਇਹਦੇ ਨਾਲ ਅਟੈਚ। ਇਹ ਕੰਪਿਊਟਰ ਆਲਰੇਡੀ ਇਹਦੇ ਨਾਲ ਅਟੈਚ ਹੈ, ਇਹਦੇ ਨਾਲ ਵੀ ਅਟੈਚ ਹੈ, ਇਹ ਇਹਦੇ ਨਾਲ ਅਟੈਚ ਹੋ ਜਾਊਗਾ ਤੇ ਨਾਲ ਇਹਦੇ ਨਾਲ ਅਟੈਚ ਹੋ ਜਾਊਗਾ। ਇਹ ਕੰਪਿਊਟਰ ਆਲਰੇਡੀ ਇੱਧਰ ਵੀ ਅਟੈਚ ਹੈ, ਇੱਧਰ ਵੀ ਅਟੈਚ ਹੈ, ਇੱਧਰ ਵੀ ਅਟੈਚ ਹੈ, ਬਸ ਇਹ ਇਹਦੇ ਨਾਲ ਅਟੈਚ ਹੋਣ ਦੀ ਦੇਰ ਸੀ। ਇਹ ਆਲਰੇਡੀ ਸਾਰੇ ਨਾਲ ਅਟੈਚ ਹੋ ਗਿਆ। ਹੁਣ ਕੰਪਿਊਟਰ ਹੈ 5 ਨੋਡ ਹੋ ਗਈ, 5 ਕਨੈਕਸ਼ਨ ਹੋ ਗਏ, 1 2 3 4 5 6 7 8 9 ਤੇ 10, ਠੀਕ ਹੈ। ਹੁਣ ਆਪਾਂ ਨੇ ਕਰਨਾ ਕੀ ਹੈ, ਹੁਣ ਆਪਾਂ ਸਾਰੇ ਇੰਨਾ ਟਾਈਮ ਤਾਂ ਹੁੰਦਾ ਨਹੀਂ ਪੇਪਰ ਦੇ ਵਿੱਚ ਕਿ ਕੱਲਾ ਕੱਲੇ ਨੂੰ ਆਪਾਂ ਕਰਾਂਗੇ, ਸਿੰਪਲ ਹੈ, ਬਸ ਇਹ ਤੁਹਾਨੂੰ ਸਮਝਾਉਣਾ ਸੀ ਇਸ ਕਰਕੇ ਹੈ। ਦੇਖੋ ਇੱਕ ਨੋਡ ਬਦਲਣ ਤੇ ਨਾ, ਦੇਖੋ ਇਹ 2 ਹੈ, 1 ਹੋ ਗਿਆ, 1 ਕਨੈਕਸ਼ਨ ਹੈ, 3 ਨੋਡ ਦੇ ਉੱਤੇ 3 ਕਨੈਕਸ਼ਨ ਹੋ ਗਏ, 4 ਦੇ ਉੱਤੇ 6 ਹੋ ਗਏ, 5 ਦੇ ਉੱਤੇ 10 ਹੋ ਗਏ, 6 ਦੇ ਉੱਤੇ ਇੱਕ ਨੋਡ ਵਧਣ ਦੇ ਉੱਤੇ, ਇੱਕ ਨੋਡ ਵਧਣ ਦੇ ਉੱਤੇ ਇੱਥੇ ਦੇਖੋ ਇੱਕ ਨੋਡ ਵਧੀ ਹੈ, 2 ਕਨੈਕਸ਼ਨ ਵੱਧ ਗਏ, ਇੱਥੇ ਇੱਕ ਨੋਡ ਵਧੀ ਹੈ, 3 ਕਨੈਕਸ਼ਨ ਵੱਧ ਗਏ, ਇੱਥੇ ਇੱਕ ਨੋਡ ਵਧੀ ਹੈ, 4 ਵੱਧ ਗਏ, ਇੱਥੇ ਇੱਕ ਨੋਡ ਵਧੂਗੀ ਤਾਂ 5 ਵਧਣਗੇ ਬਈ, 15 ਹੋ ਗਏ, ਠੀਕ ਹੈ, 5 ਵੱਧ ਗਏ। ਇੱਥੇ ਇੱਕ ਨੋਡ ਵਧੂਗੀ ਤਾਂ 6 ਵਧਣਗੇ, ਯਾਨੀ 21 ਹੋ ਗਏ, 6 ਵੱਧ ਗਏ ਨਾ, 15 ਚ 6 ਜੋੜ ਦੋ, 8 ਨੋਡ, ਇੱਕ ਨੋਡ ਇੱਧਰ ਵਧੀ ਹੈ, 6 ਯਾਨੀ 7, 21 ਚ 7 ਜੋੜ ਦੋ, 28 ਹੋ ਗਏ, 9, ਠੀਕ ਹੈ, ਇਹ 7 ਵਧੇ ਹੈ, 9 ਨੋਡ ਹੋ ਗਈ ਬਈ, 7 ਤੋਂ 1 8, 8 ਜੋੜ ਦੋ, ਕਿੰਨੇ ਹੋ ਗਏ 36, ਠੀਕ ਹੈ। ਹੁਣ 10 ਨੋਡ ਹੋ ਗਈ ਤਾਂ ਇਹ 8 ਵਧੇ ਸੀ, ਹੁਣ 9 ਵਧਣਗੇ ਤਾਂ 36 ਚ 9 ਜੋੜੋਗੇ ਤਾਂ 45, 45 ਹੋ ਗਏ। ਜੇ 11 ਪੁੱਛਿਆ ਹੁੰਦਾ ਤਾਂ ਇਹ 9 ਵਧੇ ਸੀਗੇ, ਹੁਣ 10 ਵਧਣਗੇ, 45 ਤੇ 10 55, ਸਮਝਿਓ। ਇਹ ਐਦਾਂ ਚੱਲਦਾ, ਬਸ ਤੁਸੀਂ ਸਟਾਰਟਿੰਗ ਦੇ ਵਿੱਚ ਇਹ 2 ਯਾਦ ਰੱਖ ਲਓ, ਬਸ 2 ਦੇ ਵਿੱਚ 1 ਹੁੰਦਾ ਹੈ, ਮਤਲਬ 2 ਦੇ ਵਿੱਚ 1 ਹੁੰਦਾ ਹੈ, ਤੇ ਜਦੋਂ ਇੱਧਰ 1 ਵਧੂਗਾ ਤਾਂ ਇੱਥੇ 2 ਵਧੂਗਾ, ਬਸ ਫਿਰ ਉਸ ਤੋਂ ਅੱਗੇ ਇੱਦਾਂ ਇੱਦਾਂ ਵੱਧਦਾ ਜਾਣਾ ਹੈ। ਥੋੜਾ ਜਿਹਾ ਮਤਲਬ ਹੈ ਤਾਂ ਔਖਾ ਹੀ ਹੈ, ਕੋਈ ਚੱਕਰ ਨਹੀਂ। ਨੈਕਸਟ ਆ ਜਾਓ ਫਟਾਫਟ। ਹਾਂਜੀ ਇਹ ਸ਼ਿਫਟ ਹੋ ਗਈ ਆਪਣੀ, ਚਲੋ ਫਿਰ ਨੈਕਸਟ ਆ ਜਾਓ। Which of the following commands is similar to the merge and center command? ਜਿਹੜੀ ਮਤਲਬ ਕਮਾਂਡ ਹੈਗੀ ਹੈ ਮਰਜ ਐਂਡ ਸੈਂਟਰ ਦੇ ਨਾਲ ਹੀ ਹੈ, ਠੀਕ ਹੈ, ਮਤਲਬ ਮਿਲਦੀ ਜੁਲਦੀ ਕਮਾਂਡ ਹੈ, ਸਿਮਿਲਰ, ਠੀਕ ਹੈ। Except the cells are not merged in the MS Excel 2016। ਮਰਜ ਦਾ ਮਤਲਬ ਹੁੰਦਾ ਹੈ, ਦੇਖੋ ਮੈਂ ਕੋਈ ਕਾਲਮ ਬਣਾਏ ਹੋਏ ਆ, ਮਤਲਬ ਇਹ 2 ਹੈਗੇ ਆ, ਜਦੋਂ ਮੈਂ ਮਰਜ ਕਮਾਂਡ ਲਗਾਉਂਗਾ ਨਾ, ਇੱਥੇ ਕੁਝ ਹੋਰ ਲਿਖਿਆ ਸੀ, ਇੱਥੇ ਕੁਝ ਹੋਰ, ਇਹ ਮਰਜ ਹੋ ਜਾਏਗਾ ਇਕੱਠਾ, ਇਹ ਵਿੱਚ ਦਾ ਬਾਰਡਰ ਹੈ ਜਿਹੜਾ ਹਟ ਜਾਏਗਾ, ਹਨਾ, ਇਹਨੂੰ ਆਪਾਂ ਮਰਜ ਬੋਲਦੇ ਆ। ਤਾਂ ਇਹ ਗੱਲ ਹੋਈ ਹੈ, ਠੀਕ ਹੈ, ਸੈਂਟਰ ਅਕਰੋਸ ਸਿਲੈਕਸ਼ਨ ਦੀ, ਸੈਂਟਰ ਅਕਰੋਸ ਸਿਲੈਕਸ਼ਨ ਦੀ ਇਹ ਗੱਲ ਹੋਈ ਹੈ, ਇਹਨੂੰ ਫਿਲਹਾਲ ਇਦਾਂ ਹੀ ਯਾਦ ਰੱਖੋ। ਉਸ ਤੋਂ ਬਾਅਦ ਆਇਡੈਂਟੀਫਾਈ ਦੀ ਆਪਸ਼ਨ ਦੈਟ ਅਰੇਂਜ ਦੀ ਗਿਵਨ ਟਾਈਪਸ ਆਫ ਮੈਮਰੀ ਅਕੋਰਡਿੰਗ ਟੂ ਪਰਫਾਰਮੈਂਸ ਫਰੋਮ ਹਾਈ ਪਰਫਾਰਮੈਂਸ ਟੂ ਲੋ ਪਰਫਾਰਮੈਂਸ। ਓਕੇ, ਮੈਮਰੀ ਜਿਹੜੀ ਹੈਗੀ ਹੈ ਬਈ, ਇਹਨੂੰ ਹਾਈ ਤੋਂ ਲੋ ਵੱਲ ਲਗਾਉਣਾ ਹੈ ਪਰਫਾਰਮੈਂਸ ਦੇ ਹਿਸਾਬ ਨਾਲ। ਤਾਂ ਨੋਰਮਲ ਜੀ ਗੱਲ ਹੈ ਬਈ, ਹਾਰਡ ਡਿਸਕ ਦੀ ਸਭ ਤੋਂ ਸਲੋ ਹੁੰਦੀ ਹੈ, ਹਨਾ, ਹਾਰਡ ਡਿਸਕ ਦੀ ਸਭ ਤੋਂ ਸਲੋ ਹੈ ਤੇ ਲਾਸਟ ਦੇ ਵਿੱਚ ਲਗਾਣੀ ਹੈ। ਤਾਂ ਹਾਰਡ ਡਿਸਕ ਸੀ ਤੇ ਹੈਗੀ ਤਾਂ ਸੀ ਆਖਰੀ ਦੇ ਵਿੱਚ ਇਹੀ ਹੈ, ਬਸ ਗੱਲ ਖਤਮ, ਚਾਹੇ ਸਾਨੂੰ ਨਹੀਂ ਪਤਾ ਸੀ, ਠੀਕ ਹੈ। ਇਹਨੂੰ ਇੱਥੇ ਚਲੋ ਨਿਬੇੜੋ ਇਹਨੂੰ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਅਸੈਸ ਟਾਈਪ ਇਜ਼ ਯੂਜ਼ਡ ਫॉर ਮੈਗਨੈਟਿਕ ਟੇਪਸ। ਅਸੈਸ ਹੁੰਦਾ ਮਤਲਬ ਕਿਸੇ ਚੀਜ਼ ਨੂੰ ਅਸੈਸ ਕਰਨਾ, ਪਹੁੰਚਣਾ ਉਹਦੇ ਤੱਕ, ਠੀਕ ਹੈ, ਮੈਗਨੈਟਿਕ ਟੇਪਸ ਦੇ ਵਿੱਚ। ਤਾਂ ਇਹ ਕਿਸ ਤਰ੍ਹਾਂ ਦੀ ਅਸੈਸ ਹੁੰਦੀ ਹੈ? ਤਾਂ ਮੈਗਨੈਟਿਕ ਟੇਪ ਹੁੰਦੀ ਹੈ ਰੀਲਾਂ, ਉਹਦੇ ਚ ਸੀਕੁਐਂਸ ਦੇ ਵਿੱਚ ਚੱਲਣਾ ਪੜਦਾ, ਠੀਕ ਹੈ। ਮੰਨ ਲਓ ਇੱਕ ਰੀਲ ਹੈਗੀ ਹੈ, ਡੈਕ ਵਾਲੀ ਰੀਲ ਹੁੰਦੀ ਹੈ ਜਿਹੜੀ ਪਹਿਲਾਂ ਵਰਤੀ ਜਾਂਦੀ ਸੀ ਇਦਾਂ ਕਰਕੇ, ਜੇ ਕੋਈ ਕਿਸੇ ਨੂੰ ਨਹੀਂ ਪਤਾ, ਜਾਂ VCR ਦੀ ਰੀਲ ਹੁੰਦੀ ਸੀ ਇਦਾਂ, ਇਹਦੇ ਵਿੱਚ ਮੈਗਨੈਟਿਕ ਟੇਪ ਹੁੰਦੀ ਸੀ, ਰੀਲ ਹੁੰਦੀ ਸੀ, ਠੀਕ ਹੈ, VCR ਵਗੈਰਾ ਦੇ ਵਿੱਚ ਯੂਜ਼ ਹੁੰਦੀ ਸੀ ਇਹ। ਤਾਂ ਇਹਦੇ ਚ ਕੀ ਹੈ, ਮੰਨ ਲਓ ਇਹਦੇ ਚ 4 ਗਾਣੇ ਪਏ ਹੋਏ ਆ ਤੇ ਆਪਾਂ ਨੇ ਸੁਣਨਾ ਚੌਥਾ, 4 ਗਾਣੇ ਆ, ਪਹਿਲਾ, ਦੂਜਾ, ਤੀਜਾ ਤੇ ਚੌਥਾ ਗਾਣਾ। ਮੈਂ ਚੌਥਾ ਸੁਣਨਾ, ਬਟ ਮੈਂ ਡਾਇਰੈਕਟ ਚੌਥੇ ਤੇ ਨਹੀਂ ਜਾ ਸਕਦਾ, ਪਹਿਲੇ ਮੈਨੂੰ ਪਹਿਲਾ ਸੁਣਨਾ, ਦੂਜਾ, ਤੀਜਾ, ਫਿਰ ਮੈਂ ਚੌਥੇ ਤੇ ਪਹੁੰਚੂਗਾ। ਇਹ ਚੱਕਰ ਹੈ ਆਪਣੇ ਅੱਜ ਕੱਲ ਵਾਂਗੂ ਨਹੀਂ ਹੈਗਾ ਜਿਵੇਂ ਮੈਮਰੀ ਕਾਰਡ ਜਾਂ ਪੈਨ ਡਰਾਈਵ ਦੇ ਵਿੱਚ ਹੈ ਵੀ ਸਿੱਧਾ ਜਾ ਕੇ ਜਿਹੜਾ ਸੁਣਨਾ ਉਹੀ ਪਲੇ ਕਰ ਲਓ, ਨਹੀਂ, ਇਹਦੇ ਚ ਸੀਕੁਐਂਸ ਚੱਲਦਾ ਸੀ, ਪਹਿਲਾਂ 1 2 3 ਇਦਾਂ ਕਰਕੇ ਸੀਕੁਐਂਸ ਦੇ ਵਿੱਚ ਸਾਰਾ ਕੁਝ ਹੁੰਦਾ ਸੀਗਾ। ਤਾਂ ਸੀਕੁਐਂਸ਼ੀਅਲ ਅਸੈਸ ਇਹਦਾ ਆਨਸਰ ਹੈ ਭਾਈ, ਠੀਕ ਹੈ। ਨੈਕਸਟ ਹੈ, ਡਾਇਰੈਕਟ ਨਹੀਂ ਸੀਗਾ, ਠੀਕ ਹੈ। ਜਿਹੜੇ ਆਪਣੇ ਮੈਮਰੀ ਕਾਰਡ ਪੈਨ ਡਰਾਈਵ ਵਗੈਰਾ ਹੈਗੇ ਆ, ਇਹ ਡਾਇਰੈਕਟ ਅਸੈਸ ਦੀ ਹੈਗੀ ਹੈ ਹਾਰਡ ਡਿਸਕ ਵਗੈਰਾ। ਨੈਕਸਟ ਹੈ ਜੀ, IPv6 ਐਡਰੈਸ ਆਰ ਟਿਪੀਕਲੀ ਐਕਸਪ੍ਰੈਸ in dash form to make reading and using them easier for humans। ਜਿਹੜੇ IP ਐਡਰੈਸ ਹੁੰਦੇ ਆ
ਇਹ ਹਿਊਮਨਸ ਵਾਸਤੇ ਬਹੁਤ ਈਜ਼ੀ ਕਰੇ ਹੋਏ ਆ। ਵੈਬਸਾਈਟਾਂ ਦੇ ਨਾਮ ਹੈ ਜਿਵੇਂ www. ਕੁਛ ਵੀ ਮਤਲਬ pratapacademy.com ਜਾਂ google.com ਹੈ ਨਾ, instagram.com। ਇਹ ਈਜ਼ੀ ਹੈ ਬਟ ਇਹ ਦੇਖਣ ਨੂੰ ਸਾਡੇ ਵਾਸਤੇ ਈਜ਼ੀ ਹੈ, ਬਟ ਇਹਨਾਂ ਦੇ ਬੈਕਗ੍ਰਾਉਂਡ, ਇਹਨਾਂ ਦਾ IP ਐਡਰੈਸ ਜਿਹੜਾ ਹੁੰਦਾ ਨਾ ਉਹ ਬਿਲਕੁਲ ਡਿਫਰੈਂਟ ਹੁੰਦਾ ਹੈ। ਠੀਕ ਹੈ, ਨੰਬਰਾਂ ਦੇ ਵਿੱਚ ਹੁੰਦਾ ਹੈ 126 ਪੁਆਇੰਟ ਕੁਛ ਡੋਟ ਇਦਾਂ ਕਰਕੇ ਹੈ ਨਾ, ਤਾਂ ਉਹ ਹੈਕਸਾਡੈਸੀਮਲ ਦੇ ਵਿੱਚ ਹੁੰਦਾ ਹੈ। ਕਿਹਦੇ ਵਿੱਚ ਹੁੰਦਾ ਹੈ? IPv6 ਦਾ ਹੈਕਸਾਡੈਸੀਮਲ ਦੇ ਵਿੱਚ ਹੁੰਦਾ ਹੈ, ਹੈਕਸਾ ਦੇ ਵਿੱਚ। ਠੀਕ ਹੈ, ਯਾਦ ਰੱਖਣਾ ਹੈ। ਓਕਟਾ ਹੋ ਗਿਆ 8 ਡੈਸੀਮਲ, 10 ਹੋ ਗਿਆ, ਬਾਈਨਰੀ 2 ਹੋ ਗਿਆ, ਹੈਕਸਾ ਕਿੰਨਾ ਹੁੰਦਾ? 16 ਹੁੰਦਾ ਹੈ। ਠੀਕ ਹੈ, ਇਹ ਯਾਦ ਰੱਖਣਾ ਹੈ ਬਾਈ। ਤੇ ਇਸ ਤੋਂ ਇਲਾਵਾ ਇਹ 2 ਪੁਆਇੰਟ ਯਾਦ ਰੱਖਣੇ ਆ। ਤੁਹਾਨੂੰ ਡਾਇਰੈਕਟ ਕੁਐਸਚਨ ਆਉਂਦਾ IPv4 ਕਿੰਨੇ ਬਿਟ ਦਾ ਹੁੰਦਾ? 32। IPv6 ਕਿੰਨੇ ਬਿਟ ਦਾ ਹੁੰਦਾ? 128। ਇਹ ਦੋਨੇ ਕੁਐਸਚਨ ਸੁਪਰ ਇੰਪੋਰਟੈਂਟ ਹੈ, ਬਹੁਤ ਵਾਰ ਪੁੱਛੇ ਜਾ ਚੁੱਕੇ ਆ। ਨੈਕਸਟ ਆ ਜਾਓ ਫਟਾਫਟ ਅੱਗੇ। ਹਾਂਜੀ, what is the keyboard shortcut to display or hide the desktop in window 10? window 10 ਦੇ ਵਿੱਚ ਜੋ ਡਿਸਪਲੇ ਹੈਗੀ ਹੈ ਉਹਨੂੰ ਹਾਈਡ ਕਰਨਾ ਹੈ, ਮਿਨੀਮਾਈਜ਼ ਕਰਨਾ ਹੈ ਇੱਕ ਤਰ੍ਹਾਂ ਨਾਲ। ਠੀਕ ਹੈ, ਮਿਨੀਮਾਈਜ਼ ਕਰਨ ਦਾ ਸ਼ਾਰਟਕਟ ਕੀ ਹੈ? ਉਹ ਹੈਗਾ ਬਈ ਵਿੰਡੋ ਦੀ ਜਿਹੜੀ ਲੋਗੋ ਕੀ ਹੁੰਦੀ ਹੈ, ਜਿਹੜਾ ਸਟਾਰਟ ਬਟਨ ਹੁੰਦਾ ਹੈ ਹਨਾ, ਆਪਣਾ ਕੀਬੋਰਡ ਦੇ ਉੱਤੇ ਵਿੰਡੋ ਕੀ ਹੁੰਦੀ ਹੈ ਇੱਕ ਬਣੀ ਹੋਈ। ਠੀਕ ਹੈ, O+D, O ਅਤੇ D ਦਬਾਓ। ਠੀਕ ਹੈ, ਵਿੰਡੋ ਦੀ ਲੋਗੋ ਕੀ, ਕੀਬੋਰਡ ਦੇ ਉੱਤੇ ਵਿੰਡੋ ਦੀ ਇੱਕ ਕੀ ਬਣੀ ਹੁੰਦੀ ਹੈ, ਸਪੇਸ ਬਾਰ ਦੇ ਇੱਕ ਲੈਫਟ ਵਾਲੀ ਸਾਈਡ ਦੇਖਣਾ ਤੁਸੀਂ, ਸਪੇਸ ਬਾਰ ਹੋਊਗਾ, ਉਸ ਤੋਂ ਲੈਫਟ ਵਾਲੀ ਸਾਈਡ ਇਦਾਂ ਦਾ ਇੱਕ ਬਟਨ ਬਣਿਆ ਹੁੰਦਾ, ਇਦਾਂ ਦੀ ਇੱਕ ਕੀ ਬਣੀ ਹੁੰਦੀ ਹੈ ਜਿੱਤੇ ਵਿੰਡੋ ਦਾ ਲੋਗੋ ਬਣਿਆ ਹੁੰਦਾ ਹੈ। ਇਹਨੂੰ ਦਬਾਓ ਤੇ D ਨੂੰ ਦਬਾਓ, ਮਿਨੀਮਾਈਜ਼ ਹੋ ਜਾਏਗਾ ਜੋ ਵੀ ਤੁਹਾਡੇ ਡੈਸਕਟਾਪ ਤੇ ਹੈਗਾ। ਚਲੋ ਫਟਾਫਟ। Which of the following software renders a HTML page for you to see on the web? ਕੁਛ ਵੀ HTML ਪੇਜ ਹੈਗਾ ਤੁਹਾਡੇ ਕੋਲ, HTML ਮਤਲਬ ਵੈਬਸਾਈਟਾਂ ਦੀ ਗੱਲ ਹੋ ਰਹੀ ਹੈ, ਵੈਬ ਪੇਜ ਦੀ ਗੱਲ ਹੋ ਰਹੀ ਹੈ, ਉਹਨੂੰ ਦੇਖਣ ਵਾਸਤੇ ਬਾਈ ਵੈਬ ਬਰਾਊਜ਼ਰ ਚਾਹੀਦਾ ਹੈ। ਵੈਬ ਬਰਾਊਜ਼ਰ ਜਿਹਦੇ ਚ ਆਪਾਂ ਇੰਟਰਨੈਟ ਯੂਜ਼ ਕਰਦੇ ਹਾਂ, ਉੱਥੇ ਹੀ ਤਾਂ ਵੈਬ ਪੇਜ ਖੁੱਲੂਗਾ। ਕਿਆ ਯਾਰ ਕੁਛ ਨਹੀਂ। ਵੈਬ ਬਰਾਊਜ਼ਰ ਕੀ ਹੁੰਦਾ? ਵੈਬ ਬਰਾਊਜ਼ਰ ਹੁੰਦਾ ਇੱਕ ਅਜਿਹਾ ਸੌਫਟਵੇਅਰ ਜਿਹਦਾ ਯੂਜ਼ ਕਰਕੇ ਆਪਾਂ ਇੰਟਰਨੈਟ ਚਲਾ ਸਕਦੇ ਹਾਂ। ਜਿਵੇਂ ਤੁਸੀਂ ਗੂਗਲ ਕਰੋਮ ਲੈ ਲਓ, ਠੀਕ ਹੈ, ਓਪੇਰਾ ਮਿਨੀ ਹੋ ਗਿਆ, ਫਾਇਰਫੌਕਸ ਹੋ ਗਿਆ, ਬਰੇਵ ਹੋ ਗਿਆ, ਅੱਜ ਕੱਲ ਬਰੇਵ ਬਹੁਤ ਚੱਲ ਰਿਹਾ, ਮਾਈਕਰੋਸਾਫਟ ਵਾਲੇ ਨੇ ਨਵਾਂ ਕੱਢਿਆ ਵੀ ਐਜ ਹੋ ਗਿਆ। ਇਦਾਂ ਕਰਕੇ ਜਿਹੜੇ ਸੌਫਟਵੇਅਰ ਹੁੰਦੇ ਆ ਜਿਹਦਾ ਯੂਜ਼ ਕਰਕੇ ਆਪਾਂ ਇੰਟਰਨੈਟ ਚਲਾ ਸਕਦੇ ਆ, ਉਹਨੂੰ ਆਪਾਂ ਵੈਬ ਬਰਾਊਜ਼ਰ ਬੋਲਦੇ ਆ। ਤੇ ਕਈ ਵਾਰ ਕੁਐਸਚਨ ਆ ਜਾਂਦਾ ਹੈ ਕਿ 4 ਤੁਹਾਨੂੰ ਆਪਸ਼ਨ ਦੇ ਹੁੰਦੇ ਆ, ਇਹਨਾਂ ਵਿੱਚੋਂ ਕਿਹੜਾ ਵੈਬ ਬਰਾਊਜ਼ਰ ਹੈ ਜਾਂ ਕਿਹੜਾ ਨਹੀਂ ਹੈ। ਤੁਹਾਨੂੰ ਕੁਝ ਸਿਲੈਕਟਡ ਜੇ ਵੈਬ ਬਰਾਊਜ਼ਰ ਮੈਂ ਦਿੰਦਾ, ਇਹਦਾ ਸਕਰੀਨਸ਼ਾਟ ਲੈ ਲਓ ਬਈ ਫਟਾਫਟ ਤੁਰੰਤ ਅਭੀ। ਇਹ ਹੈਗੇ ਆ ਕੁਝ ਇਹ ਹੈਗੇ ਆ ਕ੍ਰੋਮ, ਜਿਹੜਾ ਹੈਗਾ ਬਈ ਕ੍ਰੋਮ ਹੈਗਾ ਆ ਗੂਗਲ ਵਾਲਿਆਂ ਦਾ, ਮੋਜ਼ੀਲਾ ਫਾਇਰਫੌਕਸ ਹੈ, ਐਜ ਮਾਈਕਰੋਸਾਫਟ ਵਾਲਿਆਂ ਦਾ, ਸਫਾਰੀ ਐਪਲ ਵਾਲਿਆਂ ਦਾ, UC ਬਰਾਊਜ਼ਰ ਚਾਈਨਾ, ਬਾਈਡੂ ਵੀ ਚਾਈਨਾ ਦਾ ਹੈਗਾ, ਬਹੁਤ ਜ਼ਿਆਦਾ ਫੇਮਸ ਹੈ, ਓਪੇਰਾ ਹੋ ਗਿਆ ਇੱਕ, ਬਰੇਵ ਹੋ ਗਿਆ, ਬਰੇਵ ਅੱਜ ਕੱਲ ਬਹੁਤ ਚੱਲ ਰਿਹਾ, ਇੰਟਰਨੈਟ ਐਕਸਪਲੋਰਰ ਪਹਿਲਾਂ ਆਉਂਦਾ ਸੀ ਮਾਈਕਰੋਸਾਫਟ ਦਾ, ਹੁਣ ਇਹਨਾਂ ਨੇ ਬੰਦ ਕਰਤਾ, ਤੇ 2 ਇਹ ਵੀ ਹੈਗੇ ਆ, ਇਹ ਵੀ ਹੈਗੇ ਆ, ਯੈਂਡੈਕਸ, ਇਹ ਉਹਨਾਂ ਦਾ ਕਿਹੜੀ ਕੰਟਰੀ ਆ ਉਹ, ਰੂਸ, ਉਹਨਾਂ ਦਾ ਹੈ ਬਈ। ਠੀਕ ਹੈ, ਤੇ ਇਹ ਕੁਝ ਹੋਰ ਵੀ ਹੈਗੇ ਆ, ਇਹ ਫੋਟੋ ਵੀ ਹੈਗੀ ਹੈ, ਇਹ ਵੀ ਤੁਸੀਂ ਦੇਖ ਲਿਓ। ਠੀਕ ਹੈ, ਬਹੁਤ ਹੈ ਯਾਰ, ਦੁਨੀਆ ਭਰ ਦੇ ਵੈਬ ਬਰਾਊਜ਼ਰ ਪਏ ਆ, ਬਹੁਤ ਹੈ। ਠੀਕ ਹੈ, ਕੁਝ ਸਿਲੈਕਟਡ ਜੇ ਹੈਗੇ ਆ, ਇਹਨਾਂ ਨੂੰ ਯਾਦ ਰੱਖ ਲਿਓ, ਇਹਨਾਂ ਚੋਂ ਹੀ ਕੁਐਸਚਨ ਆ ਜਾਂਦਾ ਹੈ, ਕਾਮਨ ਦੇ ਹੀ ਪੁੱਛਦੇ ਆ। ਠੀਕ ਹੈ, ਇਹ ਕੁਝ ਬਰਾਊਜ਼ਰ ਹੈਗੇ ਆ, ਜਿੰਨੇ ਕਿ ਮੋਬਾਈਲਾਂ ਵਾਲੀ ਕੰਪਨੀ ਹੁੰਦੀ ਹੈ ਸਾਰਿਆਂ ਨੇ ਆਪਣੇ ਬਣਾਏ ਹੋਏ ਆ, ਬਹੁਤ ਹੈ ਵੈਬ ਬਰਾਊਜ਼ਰ। ਠੀਕ ਹੈ, ਚਲੋ ਅੱਗੇ। ਇਨ ਵਿਚ MS Word letter case has been applied on the phrase capitalize each word? ਇਦਾਂ ਕਰਕੇ ਉਹਨੂੰ ਲਿਖਿਆ ਜਾ ਸਕਦਾ ਹੈ, ਮਤਲਬ ਪਹਿਲਾ ਅੱਖਰ ਜਿਹੜਾ ਛੋਟਾ ਹੋ ਜਾਂਦਾ ਹੈ ਸਾਰਿਆਂ ਦਾ, ਤੇ ਅੱਗੇ ਜਿਹੜੇ ਅੱਖਰ ਹੈਗੇ ਸਾਰੇ ਕੈਪੀਟਲ ਦੇ ਵਿੱਚ ਆ ਜਾਂਦੇ ਆ। ਤਾਂ ਉਹਦੇ ਵਾਸਤੇ ਆਪਾਂ ਕੀ ਯੂਜ਼ ਕਰਾਂਗੇ? ਦੇਖੋ ਬਾਈ, ਇਹ ਮੈਂ ਸਕਰੀਨਸ਼ਾਟ ਲਿਆ ਉਹਦਾ, ਮਾਈਕਰੋਸਾਫਟ ਆ ਸੌਰੀ ਆਪਣਾ MS Word ਦਾ। ਠੀਕ ਹੈ, ਇਹਦੇ ਚ ਕੁਝ ਵੀ ਲਿਖਿਆ ਹੋਇਆ ਆਪਾਂ ਨੇ। ਠੀਕ ਹੈ, ਓਕੇ, ਇਹ ਵਿਜ਼ੀਬਲ ਹੈ। ਠੀਕ ਹੈ, ਕੀ ਲਿਖਿਆ ਹੋਇਆ? ਸਬਸਕ੍ਰਾਈਬ ਪ੍ਰਤਾਪ ਅਕੈਡਮੀ YouTube ਚੈਨਲ, ਤਾਂ ਕਰ ਲਿਓ ਬਾਈ, ਹੈ ਨਾ। ਤਾਂ ਇਹਦੇ ਜਿਹੜੇ ਅੱਖਰ ਹੈਗੇ ਆ ਮੈਂ ਚੇਂਜ ਕਰਨੇ ਆ, ਮੰਨ ਲਓ ਮੈਂ ਕਰਨਾ ਵੀ, ਹੈ ਨਾ, ਸਾਰੇ ਦੇ ਸਾਰੇ ਲੋਅਰ ਦੇ ਵਿੱਚ ਹੋ ਜਾਣ, ਸਾਰੇ ਦੇ ਸਾਰੇ ਸਮਾਲ ਲੈਟਰਸ ਦੇ ਵਿੱਚ ਹੋ ਜਾਣ। ਠੀਕ ਹੈ, ਜਿਵੇਂ ਇੱਥੇ ਪ੍ਰਤਾਪ ਕੈਪੀਟਲ 'ਚ ਲਿਖਿਆ ਹੋਇਆ, ਇਹ ਕੈਪੀਟਲ ਹੈ, UT, ਇਹ ਸਾਰੇ ਕੈਪੀਟਲ ਦੇ ਵਿੱਚ ਹੈਗੇ ਪਹਿਲਾ ਅੱਖਰ। ਤਾਂ ਮੈਂ ਚਾਹੁੰਦਾ ਕਿ ਸਾਰੇ ਦੇ ਸਾਰੇ ਲੋਅਰ ਕੇਸ 'ਚ ਹੋ ਜਾਣ, ਤਾਂ ਮੈਂ ਇੱਥੋਂ ਕਰ ਸਕਦਾ। ਸਾਰੇ ਦੇ ਸਾਰੇ ਅਪਰ ਕੇਸ 'ਚ ਹੋ ਜਾਣ, ਉਹ ਵੀ ਮੈਂ ਕਰ ਸਕਦਾ। ਤੇ ਹਰ ਇੱਕ ਵਰਡ ਦਾ ਪਹਿਲਾ ਅੱਖਰ ਹੈ ਜਿਹੜਾ ਉਹ ਕੈਪੀਟਲ ਹੋ ਜੇ, ਉਹ ਵੀ ਮੈਂ ਕਰ ਸਕਦਾ, ਸਾਰਾ ਕੁਝ ਕਰ ਸਕਦਾ। ਤੇ ਹਰ ਇੱਕ ਲੈਟਰ ਦਾ ਪਹਿਲਾ ਅੱਖਰ ਛੋਟਾ ਹੋ ਜੇ, ਬਾਕੀ ਸਾਰੇ ਵੱਡੇ ਹੋ ਜਾਣ, ਉਹ ਵੀ ਮੈਂ ਕਰ ਸਕਦਾ ਟੋਗਲ ਕੇਸ। ਠੀਕ ਹੈ, ਇਹ ਆਪਸ਼ਨ ਹੈਗੇ ਆ। ਜੇ ਤੁਸੀਂ ਯੂਜ਼ ਕਰਦੇ ਹੋ MS Word, ਤਾਂ ਇੱਕ ਵਾਰ ਆਪਾਂ ਆਪਣਾ ਜਿਹੜਾ ਘਰ ਹੈਗਾ ਕੰਪਿਊਟਰ, ਉਹਨੂੰ ਯੂਜ਼ ਕਰਕੇ ਦੇਖਣਾ। ਠੀਕ ਹੈ, ਤਾਂ ਇਹਨਾਂ ਨੇ ਪੁੱਛਿਆ ਹਾਂ ਵੀ, ਤਾਂ ਪਹਿਲਾ ਅੱਖਰ ਹੈ ਜਿਹੜਾ ਉਹ ਛੋਟਾ ਹੋ ਜੇ, ਬਾਕੀ ਅਗਲੇ ਵਾਲੇ ਸਾਰੇ ਅੱਖਰ ਜਿਹੜੇ ਵੱਡੇ ਹੋ ਜਾਣ, ਤਾਂ ਇਹ ਟੋਗਲ ਕੇਸ ਦੇ ਵਿੱਚ ਹੁੰਦਾ ਹੈ, ਟੋਗਲ ਕੇਸ ਦੇ ਵਿੱਚ। ਠੀਕ ਹੈ, ਆਪਾਂ ਨੇ ਇੱਥੇ ਦੇਖਿਆ ਨਾ ਟੋਗਲ ਕੇਸ। ਓਕੇ, ਚਲੋ ਬਈ ਫਿਰ ਅੱਗੇ। ਇਨ ਵਿਚ ਆਫ ਦਾ ਫੋਲੋਇੰਗ LAN topologies does the whole network go down when the central node fails? ਤਾਂ ਟੋਪੋਲੋਜੀ ਦੇ ਵਿੱਚ ਆਪਾਂ ਨੇ ਪੜਿਆ, ਇਹ ਹੁੰਦੀ ਹੈ ਦੇਖੋ ਸਟਾਰ ਟੋਪੋਲੋਜੀ। ਸਾਰੇ ਜਿਹੜੇ ਕੰਪਿਊਟਰ ਹੈਗੇ ਆ ਸੈਂਟਰਲ ਹਬ ਦੇ ਨਾਲ ਅਟੈਚ ਹੁੰਦੇ ਆ ਸਟਾਰ ਦੀ ਫਾਰਮ ਦੇ ਵਿੱਚ। ਜਦੋਂ ਇਹੀ ਬੰਦ ਹੋ ਗਿਆ, ਸਾਰੇ ਆਟੋਮੈਟਿਕਲੀ ਬੰਦ ਹੋ ਜਾਣਗੇ। ਉਹੀ ਇਹਨਾਂ ਨੇ ਪੁੱਛਿਆ
ਗੱਲ ਹੈਗੀ ਹੈ ਸਟਾਰ ਟੋਪੋਲੋਜੀ ਦੀ। ਚਲੋ 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 ਅੱਗੇ ਚਲੋ, ਠੀਕ ਹੈ। ਅੱਛਾ, ਇੱਕ ਗੱਲ ਦੇਖੋ, ਇਹਦੇ ਵਿੱਚ ਜੇ ਮੈਂ ਕੱਲੇ ਕੱਲੇ ਕੰਪਿਊਟਰ ਨੂੰ ਕੱਲੇ ਕੱਲੇ ਦੇ ਨਾਲ ਅਟੈਚ ਕਰਦਾ, ਇਸ ਕੰਪਿਊਟਰ ਦੇਖੋ, ਇਹ ਕੰਪਿਊਟਰ ਸਿਰਫ ਇਹਦੇ ਨਾਲ ਅਟੈਚ ਹੈ ਬਸ, ਮੈਂ ਇਹਨੂੰ ਇਹਦੇ ਨਾਲ ਵੀ ਅਟੈਚ ਕਰਦਾ, ਇਹਦੇ ਨਾਲ ਵੀ, ਇਹਦੇ ਨਾਲ ਵੀ, ਇਹਦੇ ਨਾਲ ਵੀ ਤੇ ਇਹਦੇ ਨਾਲ ਵੀ, ਠੀਕ ਹੈ, ਹਰ ਇੱਕ ਨੂੰ ਉਹਦੇ ਨਾਲ ਦੂਜੇ ਨਾਲ ਅਟੈਚ ਕਰਦਾ, ਤਾਂ ਇਹ ਮੈਸ਼ ਟੋਪੋਲੋਜੀ ਹੋ ਜਾਏਗੀ। ਇਨ MS PowerPoint 2016, MS PowerPoint ਦੇ ਵਿੱਚ ਕਲਿੱਪਬੋਰਡ, ਸਲਾਈਡ, ਫੌਂਟ, ਪੈਰਾਗ੍ਰਾਫ ਆਰ ਦੀ ਫੀਚਰ ਆਫ ਦਾ ਡੈਸ਼ ਮੈਨੂ ਆਈਟਮ। ਕਿਹੜੀ ਮੈਨੂ ਆਈਟਮ ਦੇ ਵਿੱਚ ਇਹ ਮਿਲਦੇ ਆ ਤੁਹਾਨੂੰ? ਕਲਿੱਪਬੋਰਡ, ਸਲਾਈਡ, ਫੌਂਟ, ਪੈਰਾਗ੍ਰਾਫ, ਇਹ ਫੀਚਰ। ਤਾਂ ਬਈ ਇਹ ਚੱਕੋ, ਇਹ ਪੂਰਾ ਦਾ ਪੂਰਾ ਇਸੇ ਸਲਾਈਡ ਦਾ, ਜਿਹੜੀ ਤੁਸੀਂ ਸਲਾਈਡ ਪੜ੍ਹ ਰਹੇ ਹੋ ਨਾ, ਠੀਕ ਹੈ, ਜਿਹਦੇ ਤੇ ਮੈਂ ਕੁਐਸਚਨ ਲਿਖਿਆ ਹੋਇਆ ਉਹਦਾ ਹੀ ਸਕਰੀਨਸ਼ਾਟ ਲੈ ਕੇ ਤੁਹਾਨੂੰ ਦਿਖਾ ਰਿਹਾ, ਇਹ ਚੱਕੋ, ਠੀਕ ਹੈ। ਕੀ ਕੁਐਸਚਨ ਹੈ? ਕੁਐਸਚਨ ਇਹ ਲਿਖਿਆ ਹੋਇਆ ਕਿ ਕਲਿੱਪਬੋਰਡ, ਸਲਾਈਡ, ਫੌਂਟ ਕਿੱਥੇ ਮਿਲਣਗੇ? ਤਾਂ ਇਹ ਪਿਆ ਕਲਿੱਪਬੋਰਡ, ਦੇਖੋ ਇਹ ਹੁੰਦਾ ਸਾਰਾ ਦਾ ਸਾਰਾ ਰੀਬਨ, ਤੁਹਾਨੂੰ ਦੱਸਿਆ ਸੀ ਨਾ, ਇਹ ਸਾਰਾ ਦਾ ਸਾਰਾ ਹੁੰਦਾ ਰੀਬਨ। ਉਸ ਤੋਂ ਉੱਪਰ ਹੁੰਦਾ ਇਹ ਸਾਰਾ ਟਾਈਟਲ ਬਾਰ, ਟਾਈਟਲ ਬਾਰ ਦੇ ਵਿੱਚ ਡਾਕੂਮੈਂਟ ਦਾ ਨੇਮ ਹੁੰਦਾ ਹੈ, ਸੌਫਟਵੇਅਰ ਦਾ ਨੇਮ ਹੁੰਦਾ ਹੈ, ਟਾਈਟਲ ਬਾਰ ਦੇ ਲੈਫਟ ਦੇ ਵਿੱਚ ਕੁਇਕ ਐਕਸੈਸ ਬਾਰ ਹੁੰਦਾ ਹੈ, ਤੇ ਇੱਧਰ ਇਹ ਹੁੰਦੇ ਆ ਜੋ ਵੀ ਹੈ, ਠੀਕ ਹੈ। ਤਾਂ ਉਹਨਾਂ ਨੇ ਕੀ ਪੁੱਛਿਆ, ਦੇਖੋ ਬਈ ਕਲਿੱਪਬੋਰਡ, ਸਲਾਈਡ, ਫੌਂਟ, ਇਹ ਕਲਿੱਪਬੋਰਡ ਹੋ ਗਿਆ, ਕੱਟ ਕਾਪੀ ਪੇਸਟ ਹੁੰਦੀ ਹੈ ਇੱਥੇ, ਇਹ ਸਲਾਈਡਾਂ ਹੋ ਗਈਆਂ, ਠੀਕ ਹੈ ਜੀ, ਸਲਾਈਡ ਹੋ ਗਈ, ਇਹ ਫੌਂਟ ਵਾਲਾ ਆਪਸ਼ਨ ਆ ਗਿਆ, ਇਹ ਫੌਂਟ ਆ ਗਿਆ ਜੀ, ਇਹ ਪੈਰਾਗ੍ਰਾਫ ਆ ਗਿਆ, ਡਰਾਇੰਗ ਆ ਗਿਆ, ਫਲਾਣਾ ਢਿਮਕਾ ਜੋ ਵੀ ਹੈ। ਕਿੱਥੇ ਹੈ ਸਾਰਾ ਦਾ ਸਾਰਾ? ਇਹ ਹੈਗਾ ਬਈ ਹੋਮ ਦੇ ਵਿੱਚ। ਕਿੱਥੇ ਹੈ? ਹੋਮ ਦੇ ਵਿੱਚ। ਤਾਂ ਆਪਸ਼ਨ ਹੋਮ ਰਾਈਟ ਆਨਸਰ ਹੈ, ਠੀਕ ਹੈ ਬਈ। ਜੇ ਪ੍ਰੈਕਟੀਕਲ ਤੁਸੀਂ ਕਰਿਆ ਹੋਇਆ ਨਾ, ਕੁਝ ਵੀ ਪੇਪਰ ਨਹੀਂ ਸੀਗਾ ਇਹ। ਚਲੋ ਅੱਗੇ, which of the following device is used to transform graphic image into digital? ਇਹ ਕੁਐਸਚਨ ਆਲਰੇਡੀ ਆਇਆ ਹੋਇਆ ਹੈ, ਮਤਲਬ ਦੁਬਾਰੇ ਆ ਗਿਆ ਕੁਐਸਚਨ, ਹੈ ਨਾ। ਸਕੈਨਰ, ਉੱਥੇ ਕੱਲਾ ਸਕੈਨਰ ਸੀਗਾ ਆਪਸ਼ਨ ਦੇ ਵਿੱਚ, ਇੱਥੇ ਫਲੈਟ ਬੈੱਡ ਸਕੈਨਰ ਦੇਤਾ। ਕੁਝ ਵੀ ਨਹੀਂ, ਫਲੈਟ ਬੈੱਡ ਸਕੈਨਰ ਉਹੀ ਹੈ, ਸਕੈਨਰ ਦੀ ਤਾਂ ਗੱਲ ਹੈ। ਜੇ ਇਹਨੂੰ ਉਲਟਾ ਕਰ ਦਈਏ ਕਿ ਡਿਜੀਟਲ ਇਮੇਜ ਨੂੰ ਗ੍ਰਾਫਿਕ ਦੇ ਵਿੱਚ, ਉਹ ਪ੍ਰਿੰਟਰ ਹੋ ਜਾਏਗਾ, ਠੀਕ ਹੈ, ਕਰਕੇ ਤਾਂ ਇਹ ਹੁਣੇ। ਨੈਕਸਟ ਆ ਜਾਓ ਭਾਈ, which of the following holds the instruction register and program counter? ਕਿਹੜਾ ਬਈ ਜਿਹੜੀ ਇੰਸਟਰਕਸ਼ਨ ਰਜਿਸਟਰ ਨੂੰ ਹੋਲਡ ਕਰਦਾ ਹੈ? ਮਤਲਬ ਜੇ ਹੋਲਡ ਕਰਨਾ ਤਾਂ ਇੱਕ ਤਰ੍ਹਾਂ ਦਾ ਕੰਟਰੋਲ ਕਰਨੀ ਹੋ ਗਿਆ ਨਾ, ਤਾਂ ਕੌਣ ਕਰੇਗਾ? ਕੰਟਰੋਲ ਯੂਨਿਟ ਕਰੇਗੀ ਬਈ। ਓਏ ਕਿੱਥੇ ਜਾ ਰਿਹਾ ਭਾਈ? ਕੰਟਰੋਲ ਯੂਨਿਟ ਹੀ ਕਰੇਗੀ ਨਾ, ਗੁੱਸਾ ਕਰ ਗਿਆ, ਕੰਟਰੋਲ ਯੂਨਿਟ ਕਰੇਗੀ। ਚਲੋ ਅੱਗੇ ਆ ਜਾਓ, with respect to TCP IP, what is the full form of ICMP? ਇਹ ਅੱਛਾ ਕੁਐਸਚਨ ਹੈ। ICMP ਦੀ ਫੁੱਲ ਫਾਰਮ ਪੁੱਛੀ ਹੋਈ ਹੈ, ਇੰਟਰਨੈਟ ਕੰਟਰੋਲ ਮੈਸੇਜ ਪ੍ਰੋਟੋਕੋਲ। ਯਾਦ ਰੱਖ ਲਿਓ, ਇਹ ਇੰਪੋਰਟੈਂਟ ਹੈ, ਅੱਗੇ ਦੇਖਣ ਨੂੰ ਮਿਲ ਸਕਦਾ ਹੈ, ਕਈ ਸ਼ਿਫਟਾਂ ਹੋਣੀਆਂ, ਹਲੇ ਤਾਂ 5 ਪੇਪਰ ਹੈ ਤੁਹਾਡੇ, ਠੀਕ ਹੈ। ਇਹ ਜਿਹੜੇ ਕੁਐਸਚਨ ਕਰੇ ਆ ਨਾ, ਜਿਹੜੇ ਤੁਹਾਨੂੰ ਐਕਸਟਰਾ ਪੁਆਇੰਟ ਦੱਸ ਰਿਹਾ, ਇਹਨਾਂ 'ਚ ਤੁਹਾਨੂੰ ਬਹੁਤ ਕੁਐਸਚਨ ਮਿਲਣਗੇ ਬਈ। which of the following operating system functions keep track of every memory location that is either assigned to some process or is free? क्या कह रहा है भाई वो? Which of the following operating system functions keep track of every memory? अच्छा, हर एक दी memory location है ਜਿਹੜੀ ਉਹਨੂੰ ट्रैक करता है, memory management ਦਾ ਕੰਮ, ठीक है। कई बार क्वेश्चन पढ़ते टाइम माइंड है ਜਿਹੜਾ इधर उधर हो जाता है भाई। which of the following file is not a part of DOS? बड़ा बेकार क्वेश्चन है। ਕਿਹੜਾ ਜਿਹੜਾ ਹੈਗਾ ਬਈ DOS ਦੀ ਫਾਈਲ ਨਹੀਂ ਹੈਗੀ ਹੈ, ਇਹਨੂੰ ਇਦਾਂ ਹੀ ਰੱਟਾ ਮਾਰ ਕੇ ਰੱਖਿਓ। ਇਹ ਜਿਹੜੇ controller.sys ਹੈ, ਇਹ DOS ਦੀ ਫਾਈਲ ਨਹੀਂ ਹੈਗੀ। DOS ਦੀ ਫਾਈਲਾਂ ਤੁਸੀਂ ਯਾਦ ਰੱਖ ਵੀ ਨਹੀਂ ਸਕਦੇ, ਬਹੁਤ ਜ਼ਿਆਦਾ ਹੈਗੀਆਂ। ਇਹ ਸਾਰੀ DOS ਦੀ ਫਾਈਲਾਂ, ਇਹ ਸਾਰੀ ਲਿਖੀ ਹੋਈ ਇਹ ਵੀ DOS ਦੀ ਫਾਈਲ ਹੈ, ਇਹ ਸਾਰੀ ਲਿਖੀ ਹੋਈ ਇਹ ਵੀ DOS ਦੀ ਫਾਈਲ ਹੈ। ਹੁਣ ਯਾਦ ਰੱਖ ਲਓ ਤਾਂ ਵਧੀਆ, ਨਹੀਂ ਤਾਂ ਨਹੀਂ ਸਹੀ, ਠੀਕ ਹੈ। ਉਹਨਾਂ ਨੇ ਨਹੀਂ ਦੇ ਪੁੱਛਿਆ ਸੀਗਾ, ਓਕੇ। ਤਾਂ ਅਜਿਹੇ ਕੁਐਸਚਨ ਤੇ ਤੁੱਕਾ ਵੀ ਮਾਰਨਾ ਕੀ। ਚਲੋ ਨੈਕਸਟ, ਡੈਸ਼ ਇਜ਼ ਨੋਟ ਏ ਕਰੈਕਟਰਿਸਟਿਕਸ ਆਫ ਏ ਕੰਪਿਊਟਰ ਸਿਸਟਮ। ਬੜਾ ਵਧੀਆ ਕੁਐਸਚਨ ਹੈ, ਸਿੰਪਲ ਜਿਹਾ, ਤੇ ਕੋਈ ਵੀ ਤੁਸੀਂ ਕੰਪਿਊਟਰ ਦੀ ਬੁੱਕ ਲਓਗੇ ਨਾ, ਸਭ ਤੋਂ ਪਹਿਲਾਂ ਇਹੀ ਮਿਲਦਾ ਹੈ ਕਿ ਕੰਪਿਊਟਰ ਦੀ ਕੀ ਖਾਸੀਅਤ ਹੈ। ਕੰਪਿਊਟਰ ਦੀ ਬਹੁਤ ਸਾਰੀ ਖਾਸੀਅਤ ਹੁੰਦੀ ਹੈ ਬਈ। ਕੰਪਿਊਟਰ ਦੀ ਮੈਮਰੀ ਬਹੁਤ ਕੁਝ ਯਾਦ ਰੱਖ ਲੈਂਦਾ ਵਿਚਾਰਾ, ਆਟੋਮੇਸ਼ਨ ਆਪਣੇ ਆਪ ਕਰੀ ਜਾਂਦਾ ਹੈ, ਠੀਕ ਹੈ। ਜਿੱਦਾਂ ਮਰਜ਼ੀ ਤੁਸੀਂ ਉਹਨੂੰ ਕਰ ਲਓ, ਲਾਈਫ ਵਧੀਆ ਹੁੰਦੀ ਹੈ, ਵਰਸੇਟਾਈਲ ਹੁੰਦਾ ਹੈ, ਬਹੁਤ ਕੁਝ ਕਰ ਸਕਦਾ ਹੈ, ਅਲੱਗ-ਅਲੱਗ ਤਰ੍ਹਾਂ ਦੇ ਟਾਸਕ ਕਰ ਸਕਦਾ ਹੈ, ਠੀਕ ਹੈ। ਡਿਲੀਜੈਂਸ ਮਤਲਬ ਇੱਕ ਤਰ੍ਹਾਂ ਨਾਲ ਸਮਰਪਿਤ ਹੈ ਆਪਣੇ ਕੰਮ ਨੂੰ, ਹਨਾ। ਐਕੂਰੇਸੀ ਹੈ ਜੋ ਕਰਦਾ, ਸਹੀ ਕਰਦਾ, ਸਪੀਡ ਹੈ, ਤੇਜ਼ ਹੈ, ਇਹ ਸਾਰਾ ਕੁਝ ਉਹਦੇ ਕੰਮ ਹੈਗੇ ਆ। ਟਾਇਰਡਨੈਸ ਨਹੀਂ ਉਹਦਾ ਕੰਮ ਹੈ, ਥੱਕਦਾ ਨਹੀਂ ਬਾਈ ਉਹ, ਠੀਕ ਹੈ ਨਾ। ਜਿੰਨਾ ਮਰਜ਼ੀ ਤੁਸੀਂ ਪਹਿਲੇ ਘੰਟੇ ਜੋ ਮਰਜ਼ੀ ਕਰਾ ਲਓ, ਦੂਜੇ ਘੰਟੇ ਵੀ ਉਸੇ ਸਪੀਡ ਨਾਲ ਕਰੇਗਾ, ਤੀਜੇ ਘੰਟੇ ਵੀ, ਚੌਥੇ ਘੰਟੇ ਵੀ ਸੇਮ ਹੈ, ਉਹ ਥੱਕਦਾ ਨਹੀਂ ਕਦੇ। ਬੰਦਾ ਥੱਕ ਜਾਂਦਾ ਹੈ ਨਾ, ਤਾਂ ਇਹ ਟਾਇਰਡਨੈਸ ਉਹਦਾ ਉਹ ਹੈਗਾ ਨਹੀਂ। ਨੈਕਸਟ ਆਓ ਫਟਾਫਟ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਟਾਈਪ ਆਫ ਆਪਰੇਟਿੰਗ ਸਿਸਟਮ? ਤਾਂ ਆਪਰੇਟਿੰਗ ਸਿਸਟਮ ਬਾਈ ਬਹੁਤ ਤਰ੍ਹਾਂ ਦੇ ਹੁੰਦੇ ਆ, ਟਰੂ ਟਾਈਮ ਆਪਰੇਟਿੰਗ ਸਿਸਟਮ ਨਹੀਂ ਹੈਗਾ,
ठीक है। किन्नी किन्नी तरह के होंगे ये स्क्रीनशॉट ले लो, ये कुछ लिखे है मैं, कुछ दोबारे भी लिखे गए, एक स्क्रीनशॉट पाया होया, ये मैं आप लिखे सीगे, दोबारे भी लिखे गए, ठीक है। ये ਜਿਹੜੇ ਹੈਗੇ ਆ बस ये ऑपरेटिंग सिस्टम है, इस तो इलावा ਤੁਹਾਨੂੰ कोई ऑप्शन आंदा है तो वो नहीं हैगा बस, ठीक है। नेक्स्ट आ जाओ, आइडेंटिफाई द ऑप्शन दैट अरेंज द गिवन कंप्यूटर्स बेस्ड ऑन देयर फिजिकल साइज फ्रॉम स्मॉल टू लार्ज। ये करके आए हैं भी पहला, करे तो होया स्मॉल टू लार्ज। सब तो बड़ा किहड़ा हैगा आ, दोबारे देख लो इसनूं, है ना, EDVAC है जिहड़ा लार्जेस्ट कंप्यूटर है, ओके। अच्छा, इन्होंने छोटे तो कहा, छोटा लगाना है ना सब तो पहला, तो सब तो छोटा किहड़ा हैगा आ, सब तो छोटा अल्ट्रा बुक है जिहड़ी अपनी होंदी है नोटबुक, है ना, लैपटॉप सब तो छोटा हुई है, तो अल्ट्रा बुक वही है बई, तो डी सब तो पहला होगा, ये आ गया डी, चक्को, बाकियों नूं देखण दी लोड़ ही कोई नहीं भाई। चलो ओके आ जाओ। विद रेफरेंस टू ईमेल व्हाट इज द फुल फॉर्म ऑफ BCC, बड़ा ही कॉमन क्वेश्चन है, ब्लाइंड कार्बन कॉपी, ब्लाइंड कार्बन कॉपी, तो CC पूछण तां कार्बन कॉपी, ठीक है। CC मतलब कार्बन कॉपी, BCC मतलब ब्लाइंड कार्बन कॉपी। बहुत कॉमन क्वेश्चन है, बहुत रिपीटेबल क्वेश्चन है, याद रखना चंगी तरह। जो आप ईमेल करते हैं तो ईमेल के तीन ऑप्शन सानू मिलते हैं। सब तो पहला मिलता टू, जिहड़े बंदे नूं मेल करनी है, उस तो बाद जे एक तो ज़्यादा नूं करनी है तो आप CC कर देंगे हैं। CC मतलब कार्बन कॉपी, ਉਹਨੂੰ भी जाती है CC, ਜਿਹਨੂੰ ਆਪਾਂ ਨੇ CC ਦੇ ਵਿੱਚ ਰੱਖਿਆ ना, ਉਹਨੂੰ भी मेल जाती है, तो ਉਹਨੂੰ पता लग जाता है कि होर किस किस नूं ईमेल गई है, होर किस किस बंदे नूं ईमेल गई है, तो ओरिजिनली किस नूं गई सी मेल, ठीक है। फिर एक हुंदी है ब्लाइंड कार्बन कॉपी, ਜਿਹਨੂੰ ਆਪਾਂ BCC ਦੇ ਵਿੱਚ ਰੱਖਦੇ ਆ ਬੰਦੇ ਨੂੰ, ਉਹਨੂੰ ब्लाइंड कार्बन कॉपी मतलब ਉਹਨੂੰ नहीं पता ਹੁੰਦਾ ਕਿਹਨੂੰ ਕਿਹਨੂੰ गई है मेल, ठीक है। ਤੇ ਇਹ BCC ਦੀ फुल फॉर्म ਸੀਗੀ, ਇਹ कुछ होर फुल फॉर्म हैगी, याद रख लियो, स्क्रीनशॉट ले लो भाई। नैक्सट आओ, हाँ जी, डरावने जो क्वेश्चन भी सीगे बट सिंपल है, कोई चक्कर नहीं। दो स्टेटमेंट है, दसनी है किहड़ी सही किहड़ी गलत है। सीक्वेंसल असेस, ठीक है, जिहड़ी अपनी मैमरी हुंदी है उहनूं आपां सीक्वेंस दे विच असेस करते हैं, है ना। आपां ने मैगनेटिक टेप वाला क्वेश्चन देखा सीगा कि उहदे च जो भी चीज़ हुंदी है पहलां आपां नूं पहली असेस करनी है, फिर दूजी, फिर तीजी, पूरा सीक्वेंस दे विच चलदा है। सीक्वेंसल असेस दे बारे देखते हैं आपां, है कि है, इट इज द सिंपलेस्ट असेस मैथड, सब तो सिंपल है, ठीक है। इन्फॉर्मेशन इन द फाइल इज प्रोसेस्ड इन ऑर्डर दैट इज वन रिकॉर्ड आफ्टर अनदर, हाँ जी सिंपल है, पहला आप पहला रिकॉर्ड, फिर अनदर, फिर अनदर, फिर अनदर, ये ट्रू है गल। डायरेक्ट असेस, इट इज डायरेक्ट असेस की है भाई, डायरेक्ट असेस हैगा, ए फाइल इज मेड अप फिक्स्ड लेंथ लॉजिकल रिकॉर्ड्स दैट अलाउ प्रोग्राम्स टू रीड एंड राइट रिकॉर्ड्स रैपिडली इन नो पर्टिकुलर ऑर्डर। रैपिडली आप कुछ भी कोई भी डाटा असेस कर सकते हैं रैपिडली, कोई पर्टिकुलर ऑर्डर नहीं हैगा, तो ये भी सही है। डायरेक्ट दे विच 20 गाने पए हैं तुहाडे अगे, तुसीं रैपिडली किसी नूं रैंडमली किसी नूं भी चक के सुन सकते हो, कोई भी फोटो रैंडमली चक सकते हो। ये नहीं कि तुसीं 10वीं फोटो चकनी तो पहली 9 देखनी पैनी फिर 10वीं ते पहुंचोगे, नहीं, इदां नहीं हुंदा डायरेक्ट दे विच। तो दोनों स्टेटमेंट सही है, यानी कि सी हो गया, ए भी ट्रू है तो बी भी ट्रू है भाई। नैक्सट आओ, इन विंडो 7 द कीबोर्ड शॉर्टकट टू डिलीट ए सिलेक्टेड आइटम एंड मूव इट टू रिसाइकल बीन, ओके। विंडो 7 दे विच, ठीक है, शॉर्टकट पूछा हुआ है किसी भी चीज़ को डिलीट करने का, तो डिलीट करने का शॉर्टकट हैगा बई, तो वो रिसाइकल बीन दे विच चली जाए, सिलेक्टेड आइटम एंड मूव इट टू रिसाइकल बीन, ठीक है। इहदा हैगा कंट्रोल डी हैगा, इहदा कंट्रोल डी दे नाल वो डिलीट होकर रिसाइकल बीन दे विच चली जाती है, बट याद रखना है वो रिसाइकल बीन दे विच होगी। इसे नूं थोड़ा जिहा मैं चेंज करदा, परमानेंट डिलीट करनी है कि वो रिसाइकल बीन दे विच भी ना जाए, क्योंकि रिसाइकल बीन तो तुसीं दोबारा कढ़ सकते हो चीज़ नूं। रिसाइकल बीन की हुंदा है, तुसीं कोई चीज़ डिलीट करती, गलती दे नाल डिलीट होगी, तो तुसीं जाओ रिसाइकल बीन तो दोबारा रिस्टोर उहनूं कर लो, आ जाएगी। बट मैं डिलीट करनी है चीज़ कि सीधी डिलीट हो जाए, बस रिसाइकल बीन दे विच ना जाए, तो मैं उहनूं करांगा शिफ्ट डिलीट। कोई चीज़ नूं तुसीं शिफ्ट डिलीट करोगे ना, खत्म, टाटा बाय बाय, दोबारा नहीं मिलेगी। नैक्सट ये होगी शिफ्ट, चलो नैक्सट पे आओ भाई फटाफट, ठीक है। चलो इन्होंने बाद देखेंगे। विच ऑफ द फॉलोइंग कीबोर्ड शॉर्टकट्स कैन बी यूज टू इनवोक द इंसर्ट हाइपरलिंक, ये बहुत कॉमन क्वेश्चन है भाई, बहुत पूछा जाता है। हाइपरलिंक की होंदा है, हाइपरलिंक होंदा है, मैं कुछ कोई चीज़ लिखी हुई है तो मैं चाहता कि जो तुसी बॉक्स ते क्लिक करो ना, बॉक्स ते क्लिक करो तो तुसी किसी वैबसाइट ते पहुंच जाओ, ये नाल मैं लिंक अटैच करता, कोई www.प्रताप अकैडमी मैं ये अटैच करता, तो जो ये सारा का सारा तो किसी होर कलर च रहूगा, बट जिहदे नाल हाइपरलिंक है ना, जिहदे ते मैं लिंक पाया हुआ है बैक साइड, ये ब्लू कलर का हो जाएगा। किहड़े कलर का हो जाएगा? ब्लू कलर का हो जाएगा। तो सारी जगह मेरा जो करसर है इदा रहूगा एरो के रूप के, बट जो मैं एरो इत्थे लेके आऊँगा, ये वाला एरो इत्थों लेके आऊँगा ना,
ਤਾਂ ਇਹਨੇ ਹੱਥ ਜਿਹਾ ਬਣਾ ਦੇਣਾ ਇਦਾਂ ਕਰਕੇ, ਇਹ ਕਹੂਗਾ ਵੀ ਇੱਥੇ ਕੁਝ ਹੈ, ਕੋਈ ਹੈ ਨਾ। ਤਾਂ ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਉਹ ਜੋ ਵੀ ਮੈਂ ਲਿੰਕ ਇੱਥੇ ਪਾਏ ਹੋਏ ਨਾ ਉੱਥੇ ਉਹ ਵੈਬਸਾਈਟ ਤੇ ਪਹੁੰਚਾ ਦੂਗਾ ਮੈਂ, ਠੀਕ ਹੈ। ਤਾਂ ਇਹੀ ਹੁੰਦਾ ਬਈ ਇਨਸਰਟ ਹਾਈਪਰ ਲਿੰਕ ਵਾਸਤੇ ਆਪਾਂ ਕੀ ਕਰਦੇ ਹਾਂ, ਤਾਂ ਜੋ ਮੰਨ ਲਓ ਮੈਂ ਬਾਕਸ ਨੂੰ ਕਰਨਾ ਸੀ ਤਾਂ ਮੈਂ ਬਾਕਸ ਨੂੰ ਸਿਲੈਕਟ ਕਰਿਆ, ਬਾਕਸ ਨੂੰ ਸਿਲੈਕਟ ਕਰਨ ਤੋਂ ਬਾਅਦ ਮੈਂ ਦਬਾਉਂਗਾ Ctrl+K, Ctrl+K ਤਾਂ ਇੱਕ ਵਿੰਡੋ ਜੀ ਖੁੱਲ ਜੂਗੀ ਮੇਰੇ ਅੱਗੇ, ਉੱਥੇ ਕਹੂਗਾ ਕਿ ਦੱਸੋ ਤੁਸੀਂ ਇਹਨੂੰ ਕਿੱਥੇ ਪਹੁੰਚਾਉਣਾ, ਫਿਰ ਮੈਂ ਉੱਥੇ ਲਿਖ ਦੂੰਗਾ www.falanatimka.com, ਤਾਂ ਇਹ ਉਸੇ ਸਾਈਟ ਤੇ ਪਹੁੰਚਾ ਦੂਗਾ ਮੈਨੂੰ, ਠੀਕ ਹੈ। ਤਾਂ ਇਹ ਸ਼ਾਰਟਕਟ ਹੋ ਗਿਆ। ਇਸ ਤੋਂ ਇਲਾਵਾ ਇਹ ਦੋ ਸ਼ਾਰਟਕਟ ਹੋਰ ਯਾਦ ਰੱਖ ਲਓ ਭਾਈ, ਗੁੱਸਾ ਕਿਉਂ ਕਰਦੇ ਹੋ, ਇਹ ਪਾਵਰ ਪੁਆਇੰਟ ਦੇ ਵਿੱਚ ਯੂਜ਼ ਹੋਣਗੇ, ਯਾਦ ਰੱਖਣਾ ਕਿੱਥੇ, ਪਾਵਰ ਪੁਆਇੰਟ ਦੇ ਵਿੱਚ। ਪਾਵਰ ਪੁਆਇੰਟ ਦੇ ਸ਼ਾਰਟਕਟ ਹੈ, ਹਰ ਜਗ੍ਹਾ ਸ਼ਾਰਟਕਟ ਨਹੀਂ ਚੱਲਨੇ, ਠੀਕ ਹੈ। Ctrl+N ਨਿਊ ਪ੍ਰੈਜੈਂਟੇਸ਼ਨ ਬਣਾਣੀ ਹੈ, ਮੰਨ ਲਓ ਮੈਂ ਕੋਈ ਪ੍ਰੈਜੈਂਟੇਸ਼ਨ ਖੋਲੀ ਹੋਈ ਹੈ, ਮੈਂ ਚਾਹੁੰਦਾ ਇੱਕ ਹੋਰ ਪ੍ਰੈਜੈਂਟੇਸ਼ਨ ਖੁੱਲ ਜੇ, ਤਾਂ Ctrl+N ਦਬਾਵਾਂਗਾ। ਜਿਹੜੀ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਕੰਮ ਕਰ ਰਿਹਾ ਉੱਥੇ ਮੈਂ ਇੱਕ ਹੋਰ ਸਲਾਈਡ ਬਣਾਣੀ ਹੈ, ਨਵੀਂ ਸਲਾਈਡ ਬਣਾਣੀ ਹੈ, ਨਾ ਕਿ ਨਵੀਂ ਪ੍ਰੈਜੈਂਟੇਸ਼ਨ। ਪਤਾ ਨਾ ਤੁਹਾਨੂੰ, ਵਰਕਸ਼ੀਟ ਨੂੰ ਆਪਾਂ ਸਲਾਈਡ ਬੋਲਦੇ ਹਾਂ ਜਿੱਥੇ ਆਪਾਂ ਕੰਮ ਕਰਦੇ ਹਾਂ। ਤਾਂ ਸਲਾਈਡ ਵਾਸਤੇ Ctrl+M ਹੈ, ਇਹ ਮਾਰਕ ਕਰ ਲਓ, ਇਹ ਡੈਫੀਨਿਟਲੀ ਤੁਹਾਨੂੰ ਕੁਐਸਚਨ ਮਿਲੂਗਾ ਹੀ ਮਿਲੂਗਾ ਆਉਣ ਵਾਲੇ ਪੇਪਰਾਂ ਦੇ ਵਿੱਚ। ਤੇ ਕੋਈ ਓਪਨ ਕਰਨੀ ਹੈ ਤਾਂ Ctrl+O ਇਹਦਾ ਕਾਮਨ ਹੈਗਾ ਹੀ ਹੈ। ਤਾਂ ਇਹ ਬਹੁਤ ਇੰਪੋਰਟੈਂਟ ਹੈ। ਇਨਸਰਟ ਇਹ ਨਿਊ ਸਲਾਈਡ ਵਾਸਤੇ Ctrl+M ਹੁੰਦਾ ਹੈ ਬਈ। ਨੈਕਸਟ ਆ ਜਾਓ, ਇਨ MS PowerPoint ਵੀ ਕ੍ਰੀਏਟ ਐਂਡ ਐਡਿਟ ਸਲਾਈਡਸ। ਪਾਵਰ ਪੁਆਇੰਟ ਦੇ ਵਿੱਚ ਆਪਾਂ ਸਲਾਈਡਾਂ ਬਣਾ ਸਕਦੇ ਹਾਂ, ਐਡਿਟ ਕਰ ਸਕਦੇ ਹਾਂ। ਕਿਹੜੇ ਵਿਊ ਦੇ ਵਿੱਚ ਬਾਈ, ਨੋਰਮਲ ਵਿਊ ਦੇ ਵਿੱਚ ਹੀ ਸਾਰੇ ਕੰਮ ਹੋਣਗੇ। ਚੱਲਦੇ ਸਲਾਈਡ ਸ਼ੋ ਦੇ ਵਿੱਚ ਤੁਸੀਂ ਕਿੱਦਾਂ ਨਵੀਂ ਸਲਾਈਡ ਬਣਾ ਸਕਦੇ ਹੋ, ਨਹੀਂ ਬਣਾ ਸਕਦੇ ਨਾ, ਤੁਸੀਂ ਸਲਾਈਡ ਸ਼ੋ ਦੇ ਵਿੱਚ ਕੁਝ ਐਡਿਟ ਕਰ ਸਕਦੇ ਹੋ, ਠੀਕ ਹੈ। ਤਾਂ ਨੋਰਮਲ ਵਿਊ ਦੀ ਗੱਲ ਹੈ, ਬਸ ਗੱਲ ਖਤਮ। ਇਨ MS Word ਟੇਬਲ, ਇਨ MS Word ਟੇਬਲ, ਠੀਕ ਹੈ ਜੀ। 16 ਰੋਜ਼ ਹੈਗੀਆਂ ਆਪਣੇ ਕੋਲ, ਇਹ ਪਹਿਲੀ ਰੋ, ਦੂਜੀ ਰੋ, ਤੀਜੀ ਰੋ ਟੇਬਲ ਦੇ ਵਿੱਚ ਹੈ ਨਾ, ਏਦਾਂ ਕਰਕੇ 16 ਤੇ 32 ਕੋਲਮ ਹੈਗੇ ਆ, ਪਹਿਲਾ ਕੋਲਮ, ਦੂਜਾ ਕੋਲਮ, ਤੀਜਾ ਕੋਲਮ, ਏਦਾਂ ਕਰਕੇ। ਹਾਊ ਮੈਨੀ ਸੈਲਸ, ਕਿੰਨੇ ਸੈੱਲ ਹੋਣਗੇ, ਮੰਨ ਲਓ ਇੱਕ ਸੈੱਲ ਇਹ ਹੋ ਗਿਆ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਏਦਾਂ ਕਰਕੇ ਕਿੰਨੇ ਸੈੱਲ ਹੋਣਗੇ, ਕੁਛ ਨਹੀਂ। ਜਦੋਂ ਵੀ ਏਦਾਂ ਦਾ ਕੁਐਸਚਨ ਆਏ, ਜਦੋਂ ਵੀ ਏਦਾਂ ਦਾ ਕੁਐਸਚਨ ਆਏ ਕਿ ਇੰਨੀ ਰੋ ਹੈਗੀ ਆ, ਇੰਨੇ ਕੋਲਮ ਹੈਗੇ ਆ, ਬਈ ਸੈੱਲ ਦੱਸੋ, ਕੁਛ ਨਹੀਂ, ਦੋਨਾਂ ਨੂੰ ਗੁਣਾ ਕਰ ਦਿਓ, ਗੁਣਾ ਕਰਕੇ ਜੋ ਆਏਗਾ ਉਹ ਆਨਸਰ ਹੁੰਦਾ ਹੈ, ਠੀਕ ਹੈ। ਗੁਣਾ ਕਰ ਦਿਓ, ਜੋ ਵੀ ਆਨਸਰ ਗੁਣਾ ਕਰਕੇ ਜੋ ਵੀ ਆਂਦਾ ਇਹ ਆਨਸਰ ਹੁੰਦਾ ਹੈ ਬਈ। 512 ਇਹਦਾ ਆਨਸਰ ਹੈ। ਚਲੋ ਅੱਗੇ, which of the following does not belong to the DRAM family। ਤੁਹਾਨੂੰ ਪਤਾ ਆਪਣੇ ਇੱਕ RAM ਹੁੰਦੀ ਹੈ, ਰੈਂਡਮ ਅਸੈਸ ਮੈਮਰੀ, RAM ਅੱਗੇ ਫਿਰ SRAM ਹੁੰਦੀ ਹੈ, DRAM ਹੁੰਦੀ ਹੈ। SRAM ਮਤਲਬ ਸਟੈਟਿਕ RAM, DRAM ਮਤਲਬ ਡਾਇਨਾਮਿਕ RAM। ਤੇ ਅੱਗੇ ਜਿਹੜੀ SRAM ਹੁੰਦੀ ਹੈ, ਅੱਗੇ ਸੌਰੀ ਜਿਹੜੀ DRAM ਹੁੰਦੀ ਹੈ, ਉਹ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਸਿੰਕਰੋਨਸ ਡਾਇਨਾਮਿਕ ਰੈਂਡਮ ਅਸੈਸ ਮੈਮਰੀ, ਠੀਕ ਹੈ। ਤੇ ਅੱਗੇ ਫਿਰ ਇਹ ਵੀ DDR ਆ ਜਾਂਦੀ ਹੈ, ਅੱਗੇ ਵੀ ਕਈ ਤਰ੍ਹਾਂ ਦੀ ਹੈ। DDR ਮਤਲਬ ਡਬਲ ਡਾਟਾ ਰੇਟ। ਤਾਂ ਇਹਦੀ ਪਹਿਲਾਂ ਤਾਂ ਪੂਰੀ ਫੁੱਲ ਫਾਰਮ ਦੇਖ ਲਓ, ਤੇ ਮੇਰੀ ਮੈਮਰੀ ਵਾਲੀ ਕਲਾਸ ਪਈ ਹੈ YouTube ਤੇ, ਉਹ ਵੀ ਦੇਖ ਲਿਓ ਬਾਈ, ਠੀਕ ਹੈ। ਉਹਦੇ ਤੇ ਕਲੀਅਰ ਹੋ ਜਾਊਗਾ ਤੁਹਾਨੂੰ ਮੈਮਰੀ ਦੀ। ਤਾਂ DDR ਦੀ ਮਤਲਬ ਕੀ ਹੈ, ਡਬਲ ਡਾਟਾ ਰੇਟ। S ਦਾ ਮਤਲਬ ਸਿੰਕਰੋਨਸ, D ਦਾ ਮਤਲਬ ਡਾਇਨਾਮਿਕ, ਤੇ RAM ਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਰੈਂਡਮ ਅਸੈਸ ਮੈਮਰੀ। ਤਾਂ ਕਿਹੜੀ ਫੈਮਿਲੀ ਇਹਦੀ ਨਹੀਂ ਹੈ, ਮਤਲਬ ਇਹ ਚਾਰ ਦੱਸੇ ਹੋਈਆਂ ਵੀ DDR ਵੀ ਕਈ ਤਰ੍ਹਾਂ ਦੀ ਅੱਗੇ ਨਾ, DDR1, DDR2 ਏਦਾਂ ਕਰਕੇ। ਤਾਂ ਕਿੱਥੋਂ ਤੱਕ ਹੋਈ ਹੈ ਹਾਲੇ, DDR ਹਾਲੇ ਸਿਰਫ 4 ਤੱਕ ਹੋਈ ਹੈ, 5 6 7 8 ਕੁਝ ਵੀ ਨਹੀਂ ਹੈਗਾ। ਤਾਂ DDR8 ਨਹੀਂ ਹੈਗੀ ਬਈ, ਠੀਕ ਹੈ। ਇਹ DDR ਹੋ ਗਈ ਪਹਿਲੇ ਵਾਲੀ, ਦੂਜੀ, ਤੀਜੀ, ਚੌਥੀ, ਬਸ ਇੰਨੀ ਹੈਗੀ ਹੈ DDR ਹਾਲੇ। DDR ਹਾਲੇ 4 ਤੋਂ ਅੱਗੇ ਨਹੀਂ ਹੈਗੀ। ਤਾਂ ਜੇ ਆਪਸ਼ਨ ਦੇ ਵਿੱਚ 5 6 7 8 9 10 ਕੁਝ ਵੀ ਮਿਲੇ, ਨਹੀਂ ਹੈ, ਨਹੀਂ ਹੈ, ਨਹੀਂ ਹੈ। ਹਾਂਜੀ, www ਦੀ ਫੁੱਲ ਫਾਰਮ ਵਰਲਡ ਵਾਈਡ ਵੈਬ ਕਿੱਥੇ ਹੈ, ਇਹ ਹੈ ਉਹ ਬਈ, ਵਰਲਡ ਵਾਈਡ ਵੈਬ, ਠੀਕ ਹੈ। ਤਾਂ ਫੁੱਲ ਫਾਰਮ ਤਾਂ ਬਈ ਰੱਟ ਕੇ ਜਾਓ, ਰੱਟ ਕੇ। ਇਹ ਕੁਝ ਫੁੱਲ ਫਾਰਮ ਐਡ ਕਰੀਏ, ਕਰ ਲਿਓ ਬਾਈ। ਵਾਈਫਾਈ ਦੀ, ਵਾਈਮੈਕਸ ਦੀ, VLAN ਦੀ, VPA ਦੀ, www ਦੀ, ਤੇ 2-3 ਹੋਰ ਹੋਣੀ, ਇਹ ਪਤਾ ਨਹੀਂ ਕਿਉਂ ਸ਼ੋ ਨਹੀਂ ਹੋ ਰਹੀ ਹੈ, ਤੇ PDF ਦੇ ਵਿੱਚ ਮਿਲ ਜਾਣਗੇ ਤੁਹਾਨੂੰ, ਠੀਕ ਹੈ। ਚਲੋ ਓਕੇ। ਵਿਚ ਆਫ ਦਾ ਫੋਲੋਇੰਗ ਇਜ਼ ਦੀ ਬੈਸਟ ਐਗਜ਼ਾਮਪਲ ਆਫ VAN ਦਾ ਮਤਲਬ ਕੀ ਹੈ, ਵਾਈਡ ਏਰੀਆ ਨੈਟਵਰਕ। ਤਾਂ ਵਾਈਡ ਏਰੀਆ ਨੈਟਵਰਕ, ਠੀਕ ਹੈ। ਵਾਈਡ ਏਰੀਆ ਨੈਟਵਰਕ ਦੀ ਸਭ ਤੋਂ ਵਧੀਆ ਐਗਜ਼ਾਮਪਲ, ਇਹਦੇ ਚੋਂ ਬੈਸਟ ਐਗਜ਼ਾਮਪਲ ਇੰਟਰਨੈਟ ਹੈ। इंटरनेट तो बड़ा कुछ है नहीं, कुछ है भी नहीं है। सब तो बड़ा नेटवर्क तो ही हो गया, नेटवर्कों का नेटवर्क, ठीक है जी। when the people get an email, किसी को ईमेल गई है, then will see all the people who are placed in, ਤਾਂ ਉਹ ਸਾਰਿਆਂ ਨੂੰ ਦੇਖ ਸਕਦਾ ਹੈ, ਜਿਹੜੇ ਕੋਲ ਮੇਲ ਗਈ ਹੈ ਉਹ ਸਾਰਿਆਂ ਨੂੰ ਦੇਖ ਸਕਦਾ ਹੈ ਕਿ ਕਿਹਦੇ ਕੋਲ ਇਹ ਮੇਲ ਗਈ ਹੈ। ਤਾਂ ਕੌਣ ਦੇਖ ਸਕਦਾ ਹੈ, ਜਿਹਨੂੰ ਟੂ ਕਰਿਆ ਆਪਾਂ ਨੇ ਉਹ ਦੇਖ ਸਕਦਾ ਹੈ, ਜਾਂ ਜਿਹਨੂੰ ਆਪਾਂ ਨੇ ਕਾਰਬਨ ਕਾਪੀ ਕਰਿਆ, CC ਕਰਿਆ ਉਹ ਦੇਖ ਸਕਦਾ ਹੈ, ਜਾਂ ਜਿਹਨੂੰ BCC ਕਰਿਆ ਉਹ ਵੀ ਦੇਖ ਸਕਦਾ ਹੈ। ਦੇਖੋ ਬਾਈ, ਜਦੋਂ ਆਪਾਂ ਮੇਲ ਕਰਦੇ ਆ ਨਾ, ਇਹ ਮੈਂ ਮੇਲ ਵਾਲਾ ਬਾਕਸ ਓਪਨ ਕਰਿਆ, ਇਹਨੂੰ ਥੋੜਾ ਜਿਹਾ ਆਪਾਂ ਜ਼ੂਮ ਕਰ ਲੈਂਦੇ ਆ, ਓਏ ਠੀਕ ਹੈ ਬਾਈ, ਇਹ ਮੇਲ ਵਾਲਾ ਬਾਕਸ ਹੋ ਗਿਆ ਓਪਨ, ਠੀਕ ਹੈ। ਮੈਂ ਟੂ ਕਰਿਆ ਜੀ ਅੰਕਿਤ ਰਾਣਾ ਨੂੰ,
ठीक है, इनू मेल जाऊगी, फिर मैं ईआरदीप सिंह नू सीसी करता। एक होंगे BCC, ये तीजा ऑप्शन है ब्लाइंड कार्बन कॉपी, ये मैं प्रताप अकैडमी नू पाती मेल। ठीक है, तो ये मेनली किनू करी है मेल, मेनली तो मैं करी है अंकित नू बई। ठीक है, इनू जाऊगी मेल, तो इनू तो पता लग जूगा कि किनू किनू मेल गई है, जिन्हों टू करे। ठीक है, फिर जिन्हों मैं सीसी दे विच रखिया ओनू भी पता लग जूगा कि किनू मेल गई सी ते होर किनू किनू ये मेल गई है ते सीसी दे विच कौन है। बट ब्लाइंड कार्बन कॉपी मतलब अंधा ब्लाइंड, इनू नहीं पता लगने का कुछ भी भाई। ठीक है, इनू नहीं पता लगूगा। ठीक है, याद रखना, यानी प्रताप अकैडमी नू नहीं पता लगूगा। ओके, ठीक है ना। इहदा फिर राइट आंसर की हो गया, डी हो गया भाई फिर इहदा राइट आंसर, है ना। दे विल सी ऑल द पीपल, टू वाले भी ते सीसी वाले भी दिखते हैं, ब्लाइंड वाले नहीं दिखते भाई किनू किनू करी है। ठीक है, ब्लाइंड वाले का नहीं पता लगता कि किनू BCC कराया गया। ठीक है, ब्लाइंड कार्बन कॉपी बारे नहीं पता लगता, तो मतलब ब्लाइंड वाले नू पता लग जाता। हाँ सॉरी, मैं उल्टा बोल गया थी पहला, मतलब जनता नू ये नहीं पता लगता कि ब्लाइंड कार्बन कॉपी किनू करी गई है। ठीक है, जिन्हों मेल जाती है उन्होंने ये नहीं पता लगता कि ब्लाइंड कार्बन कॉपी किनू करी गई है। मान लो मैनू कोई मेल मिली है, मैनू ये नहीं पता लगूगा कि BCC किनू किनू हुई सी। सीसी बारे मैनू पता लग जाएगा कि किनू किनू ACC हुई सी, पर मैनू ये नहीं पता लगेगा भी कि BCC किनू हुई है। ठीक है, मैं पहला थोड़ा जिहा गलत बोल गया सीगा। ठीक है, कोई गल नहीं। विद रेफरेंस टू ईमेल, व्हाट इज द फुल फॉर्म ऑफ CC? चलोगे कार्बन कॉपी है। व्हाट is the keyboard shortcut to lock your PC in Windows 10? Windows 10 ਦੇ ਵਿੱਚ ਕੰਪਿਊਟਰ ਨੂੰ ਤੁਸੀਂ ਲੋਕ ਕਰਨਾ ਹੈ, ਕੀ ਸ਼ਾਰਟਕਟ ਵਰਤੋਗੇ? ਵਿੰਡੋ ਦੀ ਕੀ ਦਬਾਣੀ ਹੈ, ਨਾਲ ਦਬਾਣਾ ਲੋਕ ਯਾਨੀ L। ਵਿੰਡੋ ਦੀ ਕੀ ਤੁਹਾਨੂੰ ਪਤਾ ਹੈ ਨਾ, ਜਿੱਥੇ ਆਪਣਾ ਸਪੇਸ ਬਾਰ ਹੁੰਦਾ ਹੈ, ਸਪੇਸ ਬਾਰ ਦੇ ਲੈਫਟ ਸਾਈਡ ਦੇਖਣੀ ਹੈ ਕੀ ਮਿਲੂਗੀ ਤੁਹਾਨੂੰ ਵਿੰਡੋ ਦੀ, ਜਿੱਥੇ ਤੇ ਵਿੰਡੋ ਦਾ ਲੋਗੋ ਬਣਿਆ ਹੁੰਦਾ ਐਦਾਂ ਕਰਕੇ, ਉਹ ਤੇ ਨਾਲੇ L ਦਬਾਓ, ਵਿੰਡੋ ਲੋਕ ਹੋ ਜਾਏਗੀ, ਤੁਹਾਡਾ PC ਲੋਕ ਹੋ ਜਾਏਗਾ। ਨੈਕਸਟ ਹੈ ਜੀ, ਪ੍ਰਿੰਟਰ ਦੀ ਇਮੇਜ ਕੁਆਲਿਟੀ ਨੂੰ ਆਪਾਂ ਮੇਜ਼ਰ ਕਰਦੇ ਹਾਂ ਕਿਹਦੇ ਵਿੱਚ? डॉट्स पर इंच, डॉट्स पर इंच, डॉट्स पर इंच। स्पीड आप PPM पेजेस पर मिनट, है ना। बट अपने क्वेश्चन ये होया डॉट्स पर इंच, का आंसर हो गया। वीडियो, वीडियो पहला भी पूछा है भाई, विजुअल डिस्प्ले यूनिट। चलो अगे, विच ऑफ द फॉलोइंग इज ए कनेक्शन ओरिएंटेड TCP IP प्रोटोकॉल? ठीक है जी, इन्हां विचों किहड़ा TCP IP ओरिएंटेड प्रोटोकॉल हैगा आ? तो एक गल सिर्फ TCP की हो रही है, ट्रांसमिशन कंट्रोल प्रोटोकॉल। ठीक है, बाकी UDP की फुल फॉर्म तुसीं मैनू कमेंट करके दसोगे, मैं तुहानूं इन्नी फुल फॉर्म दस रहा, एक फुल फॉर्म तुहाडे भी बनती है दसनी। UDP की पता करो तो मैनू कमेंट करके दसनी की फुल फॉर्म है। चलो अगे, विच ऑफ द फॉलोइंग इज नॉट एन एप्लीकेशन ऑफ रियल टाइम ऑपरेटिंग सिस्टम? रियल टाइम ऑपरेटिंग सिस्टम की एप्लीकेशन नहीं है। तो देखो भाई, जनरेशन ऑफ एडमिशन मैरिट लिस्ट, इन्ना बेला नहीं है, ये काम नहीं करूगा, बाकी करूगा। ठीक है, तो यदा आंसर हो गया ए। चलो अगे फटाफट, कंप्यूटर्स, अच्छा ए ट्रू एंड फाल्स दसना, 4 स्टेटमेंट दई हुई है भाई। कंप्यूटर्स आर मशीन दैट कैन बी प्रोग्राम्ड टू फॉलो इंस्ट्रक्शन, दे डू नॉट हैव देयर ओवन प्रायोरिटीज एंड जजमेंट। कंप्यूटर वही काम करता जेडी उन्होंने इंस्ट्रक्शन मिली हुई है, अपना दिमाग नहीं लगाता बेफालतू का। ठीक है, तो ये सही गल है भाई, कौन कह रहा नहीं? ठीक है, ओके। कंप्यूटर परफॉर्म्स ऑल इंस्ट्रक्शन विद द सेम स्पीड। हाँ जी, जिहड़ी स्पीड ते काम करता है वो सेम, थकदा नहीं है भाई। सवेरे जिस स्पीड नाल चल रहा है, रात को भी उस स्पीड नाल चलूगा, बंदे वांगू नहीं है सवेरी फुर्ती च ते संजे टाइम तक बस खत्म हो गया, है ना, टाटा बाय बाय। तो ये स्पीड है जिहड़ी कंटिन्यू रहती है। ओके, ऑल कंप्यूटर्स टुडे हैव द सेम प्रोसैसिंग पावर? नहीं नहीं नहीं, ये तो हो नहीं सकता। सारे कंप्यूटर की सेम प्रोसैसिंग पावर किद्दां हो सकती है? किसी को महंगा, किसी को सस्ता, किसी को किसी कंपनी का, किसी को किसी कंपनी का, किसी को कोई प्रोसैसर है, किसी को कोई प्रोसैसर है, तो गलत होगी स्टेटमेंट। चलो अगे, ये कंप्यूटर इज ए डंब मशीन। अच्छा, बुद्धू है। चलो, एंड इट कनेक्टेड, इट कैन नॉट डू एनी वर्क विदाउट एन इंस्ट्रक्शन फ्रॉम द यूजर। बिल्कुल, जो आप काम कहांगे, जिद्दां कहांगे उदां ही तो करेगा ना, तो ये सही है भाई। ठीक है, तो पहली ट्रू, दूजी ट्रू, तीजी फाल्स, चौथी ट्रू। पहली ट्रू है, दूजी ट्रू, ठीक है, तीजी फाल्स, ए है, डी है आंसर भाई। ठीक है, पहली ट्रू है, दूजी ट्रू है, तीजी फाल्स है, ते चौथी ट्रू है। डी ए दा आंसर आ गया। बढ़िया तरीके के क्वेश्चन है, इहो जी क्वेश्चन होनी चाहिए है। स्टेट वेदर द गिवन स्टेटमेंट ट्रू और फाल्स, ये 2 3 4 स्टेटमेंट दी हुई है, दसनी है कि स्टेटमेंट सही है कि गलत है जी। रोम इज ए पार्ट ऑफ कंप्यूटर्स इंटरनल मेमोरी एंड इट इज नॉन वोलेटाइल मेमोरी, बिल्कुल सही स्टेटमेंट है। रीड ओनली मैमरी जी नॉन वोलेटाइल होंगी है, इनू आप मतलब वो नहीं कर सकते, मतलब लाइट के जाने ये कोई असर नहीं पैंदा। ठीक है, इंटरनल होंगी है, बिल्कुल सही है। ठीक है जी, उस तो बाद भाई
EROM is a part of computer's external memory and it is volatile। ऐदा किदां हो सकदा है? ROM ਤਾਂ ਨੌਨ ਵੋਲੇਟਾਈਲ ਹੋਗੀ ਤੇ ਕੰਪਿਊਟਰ ਦੀ ਇੰਟਰਨਲ ਮੈਮਰੀ ਹੈ ਤੇ ROM ਦੇ ਹੀ ਅੱਗੇ ਹੁੰਦਾ ਹੈ EPROM EROM, ਤਾਂ ਇਹ ਐਕਸਟਰਨਲ ਕਿੱਦਾਂ ਹੋ ਜੂਗੀ? ਇਹ ਸਟੇਟਮੈਂਟ ਗਲਤ ਹੋਗੀ। ਇਹ ਵੀ ਸੇਮ ਹੈ, ਜਿਵੇਂ ROM ਹੈ ਉਦਾਂ ਹੀ EROM ਹੈ, ਠੀਕ ਹੈ, ਇਹ ਫਾਲਸ ਹੋਗੀ। CPU ਸਟੈਂਡ ਫॉर ਕੰਟਰੋਲ ਯੂਨਿਟ, ਸਹੀ ਹੈ, ਕੰਟਰੋਲ ਯੂਨਿਟ ਹੀ ਹੈ ਫੁੱਲ ਫਾਰਮ ਉਹਦੀ। ਰਜਿਸਟਰਸ ਆਰ ਕੰਪੋਨੈਂਟਸ ਆਫ CPU, ਬਿਲਕੁਲ ਸਹੀ ਹੈ। ਤਾਂ ਇੱਥੇ ਕੀ ਹੈ ਬਈ, ਪਹਿਲੀ ਟਰੂ ਹੈ, ਦੂਜੀ ਫਾਲਸ ਹੈ, ਬਾਕੀ ਸਾਰੀ ਟਰੂ ਹੈ। ਪਹਿਲੀ ਟਰੂ ਹੋਗੀ, ਦੂਜੀ ਫਾਲਸ ਹੈ, ਤੀਜੀ ਚੌਥੀ ਟਰੂ। ਇਹ ਇਹਦਾ ਰਾਈਟ ਆਂਸਰ ਹੈਗਾ ਆ ਭਾਈ, ਇਹ ਇਹਦਾ ਰਾਈਟ ਆਂਸਰ ਹੈਗਾ ਆ। ਉਸ ਤੋਂ ਬਾਅਦ which of the given types of file extensions can be created using the newer version of Word such as Word 2016? file extensions create ਕਰਦਾ ਜਿਹੜਾ MS Word ਦਾ ਨਵਾਂ ਵਰਜ਼ਨ ਹੈ, ਤਾਂ ਨਵਾਂ ਵਰਜ਼ਨ ਬਈ DOCX ਕ੍ਰੀਏਟ ਕਰਦਾ ਹੈ ਨਾ, ਪਰ DOC ਵੀ ਕਰ ਸਕਦਾ ਹੈ ਬਈ, ਉਹ ਕੀ ਚੱਕਰ ਹੈ ਵਿੱਚ, ਦੋਨੇ ਨੂੰ ਕਰੂਗਾ ਸਪੋਰਟ। ਇਹਦਾ ਆਂਸਰ ਬੋਥ ਆਊਗਾ 1 and 2, ਕੋਈ ਚੱਕਰ ਨਹੀਂ ਹੈਗਾ। ਇਸ ਤੋਂ ਪਹਿਲਾਂ ਵਾਲੇ ਜਿਹੜੇ ਸੀਗੇ ਮਤਲਬ ਉਹ 2003 ਵਾਲੇ, ਉਹਦੇ ਚ ਕੱਲਾ DOC ਚੱਲ ਜਾਂਦਾ, ਇਹਦੇ ਚ ਤਾਂ ਦੋਨੇ ਚੱਲੂ, ਕੋਈ ਇਸ਼ੂ ਨਹੀਂ ਹੈਗਾ। ਇਹਦਾ ਆਂਸਰ ਇਹ ਹੀ ਹੋਊਗਾ। ਚਲੋ ਅੱਗੇ, ਹਾਊ ਮਚ ਡਾਟਾ ਕੈਨ ਬੀ ਸਟੋਰਡ ਔਨ ਏ ਡਿਊਲ ਲੇਅਰ ਬਲੂ-ਰੇ ਡਿਸਕ? ਬਲੂ-ਰੇ ਡਿਸਕ ਦੇ ਵਿੱਚ ਡਾਟਾ ਕਿੰਨਾ ਸਟੋਰ ਕਰਿਆ ਜਾ ਸਕਦਾ? ਦੇਖੋ ਵੈਸੇ ਤਾਂ ਨਾ ਸੱਚੀ ਕੋਈ ਲਿਮਿਟ ਨਹੀਂ ਹੈਗੀ, ਮਤਲਬ ਕੋਈ ਫਿਕਸ ਨਹੀਂ ਹੈ, ਬਟ ਆਪਸ਼ਨ ਦੇ ਹਿਸਾਬ ਨਾਲ ਆਪਾਂ C ਕਰ ਸਕਦੇ ਹਾਂ 50 GB। ਤੇ ਮੈਂ ਕੁਝ ਐਡ ਕਰ ਰਿਹਾ ਬਈ, ਇਹ ਯਾਦ ਕਰ ਲਿਓ ਕਿਹੜੀ ਚੀਜ਼ ਦਾ ਕਿੰਨਾ ਡਾਟਾ ਸਟੋਰੇਜ ਕੈਪੈਸਿਟੀ ਹੈਗੀ ਹੈ। ਫਲੋਪੀ ਡਿਸਕ ਦੇਖੋ, ਫਲੋਪੀ ਹੁੰਦੀ ਹੈ 3 ਤਰ੍ਹਾਂ ਦੀ, ਇੱਕ 5.5 ਇੰਚੀ ਹੈ, ਇੱਕ 3.5 ਇੰਚੀ ਹੈ, ਇੱਕ 8 ਇੰਚੀ ਫਲੋਪੀ ਡਿਸਕ ਹੈ। ਤੇ ਇਹ ਕਿੱਦਾਂ ਦੀ ਹੁੰਦੀ ਹੈ? ਫਲੋਪੀ ਡਿਸਕ ਕਿਸ ਤਰ੍ਹਾਂ ਦੀ ਸਟੋਰੇਜ ਡਿਵਾਈਸ ਹੈ? ਮੈਗਨੈਟਿਕ ਸਟੋਰੇਜ ਡਿਵਾਈਸ ਹੈ। ਕੈਪੈਸਿਟੀ 1.2 MB 1.44 MB ਤੇ 8 ਇੰਚ ਵਾਲੀ ਦੀ ਕੈਪੈਸਿਟੀ KBਆਂ ਦੇ ਵਿੱਚ ਸੀਗੀ। ਸਭ ਤੋਂ ਜ਼ਿਆਦਾ ਜਿਹੜੀ ਪੁੱਛੀ ਜਾਂਦੀ ਹੈ ਉਹ ਪੁੱਛੀ ਜਾਂਦੀ ਹੈ ਇਹ ਵਾਲੀ, ਠੀਕ ਹੈ, ਦੂਜੀ ਵਾਲੀ। CD ਜਿਹੜੀ ਹੁੰਦੀ ਹੈ ਉਹ ਆਪਟੀਕਲ ਸਟੋਰੇਜ ਡਿਵਾਈਸ ਹੁੰਦੀ ਹੈ, ਉਹਦੀ ਕੈਪੈਸਿਟੀ ਜਿਹੜੀ ਹੁੰਦੀ ਹੈ 640 680 ਦੇ ਵਿੱਚ ਵੇਰੀ ਕਰਦੀ ਹੈ MB ਦੇ ਵਿੱਚ। DVD ਜਿਹੜੀ ਹੁੰਦੀ ਹੈ ਉਹ 4.7 GB ਤੋਂ ਸ਼ੁਰੂ ਹੁੰਦੀ ਹੈ ਹਨਾ। ਤੇ ਪੈਨ ਡਰਾਈਵ ਤੁਹਾਨੂੰ ਪਤਾ ਪੈਨ ਡਰਾਈਵ ਦੀ ਤਾਂ ਕੀ ਲਿਮਿਟ ਹੋਊਗੀ, 1 GB ਦੀ ਵੀ ਮਿਲ ਜਾਂਦੀ ਹੈ, 1 TB ਦੀ ਵੀ ਮਿਲ ਜਾਂਦੀ ਹੈ। ਮੈਗਨੈਟਿਕ ਟੇਪ ਜਿਹੜੀ ਮਿਲਦੀ ਹੈ ਉਹ ਵੀ 1 TB ਤੱਕ ਮਿਲ ਜਾਂਦੀ ਹੈ। ਫਲੋਪੀ ਵਾਲੀ ਯਾਦ ਰੱਖਿਓ, ਮੇਨਲੀ CD ਤੇ DVD ਯਾਦ ਰੱਖਿਓ। ਵਿਚ ਆਫ ਦਾ ਫੋਲੋਇੰਗ can only be assessed sequentially? ਡਾਟਾ ਅਸੈਸ ਕਰਨਾ ਸਿਰਫ ਸੀਕੁਐਂਸ ਦੇ ਵਿੱਚ, ਯਾਨੀ ਪਹਿਲਾ ਦੂਜਾ ਤੀਜਾ ਇਦਾਂ, ਮਤਲਬ ਸੀਕੁਐਂਸ ਦੇ ਵਿੱਚ। ਕਿੱਥੇ? ਮੈਗਨੈਟਿਕ ਟੇਪ। ਘੁੰਮ ਫਿਰ ਕੇ ਉਹੀ ਕੁਐਸਚਨ ਹੈ, ਬਸ ਲੈਂਗੁਏਜ ਬਦਲਤੀ। ਚਲੋ ਅੱਗੇ ਆ ਜਾਓ। which of the following protocol facilities remote login enables computer to communicate on a network that runs on TCP and IP? ਜਿੱਥੇ ਰਿਮੋਟ ਦਿਖਿਆ ਤੇ ਪ੍ਰੋਟੋਕੋਲ ਦੀ ਗੱਲ ਹੋਈ, ਆਨਸਰ ਹੋਊਗਾ ਟੈਲਨੈਟ। ਆਨਸਰ ਹੋਊਗਾ ਟੈਲਨੈਟ, ਬਸ ਇਹਨੂੰ ਇਦਾਂ ਯਾਦ ਰੱਖੋ, ਜਿੱਥੇ ਰਿਮੋਟ ਦੀ ਗੱਲ ਹੋ ਰਹੀ ਹੈ ਟੈਲਨੈਟ ਆਊਗਾ ਬਈ। ਚਲੋ ਅੱਗੇ, ਵੇਅਰ ਕੈਨ ਦਾ ਵਿੰਡੋ ਸਟਾਰਟ ਬਟਨ ਬੀ ਫਾਊਂਡ? ਵਿੰਡੋ ਸਟਾਰਟ ਬਟਨ ਕਿੱਥੇ ਮਿਲਦਾ ਹੈ? ਪਹਿਲਾਂ ਪੁੱਛਿਆ ਹੋਇਆ ਸੀ ਵਿੰਡੋ ਸਟਾਰਟ ਬਟਨ ਟਾਸਕ ਬਾਰ ਦੇ ਵਿੱਚ ਕਿੱਥੇ ਮਿਲਦਾ, ਲੈਫਟ ਸਾਈਡ। ਹੁਣ ਸਿੱਧਾ ਹੀ ਪੁੱਛ ਲਿਆ ਵਿੰਡੋ ਬਟਨ ਕਿੱਥੇ ਮਿਲਦਾ ਬਈ? ਟਾਸਕ ਬਾਰ ਦੇ ਵਿੱਚ ਮਿਲੂਗਾ। ਕਿੱਥੇ ਟਾਸਕ ਬਾਰ? ਕਿਰੇ ਟਾਸਕ ਬਾਰ ਦੇ ਵਿੱਚ ਮਿਲਦਾ ਹੈ, ਥੱਲੇ ਹੁੰਦੀ ਨਹੀਂ, ਜਿਹੜੀ ਸਭ ਤੋਂ ਥੱਲੇ ਕੰਪਿਊਟਰ ਦੀ ਸਭ ਤੋਂ ਥੱਲੇ ਪੱਟੀ ਆਉਂਦੀ ਹੈ ਉਹ ਟਾਸਕ ਬਾਰ ਹੁੰਦੀ ਹੈ। ਓਕੇ ਚਲੋ ਨੈਕਸਟ ਸ਼ਿਫਟ ਤੇ ਆ ਜਾਓ ਫਟਾਫਟ ਭਾਈ। ਸਟੇਟਮੈਂਟਾਂ ਹੈਗੀਆਂ ਟਰੂ ਐਂਡ ਫਾਲਸ ਦੱਸਣੀਆਂ। ਤਾਂ ਸਟੇਟਮੈਂਟ ਕੀ ਹੈ? ਪਾਵਰ ਆਫ ਰਿਮੈਂਬਰੈਂਸ, ਕੰਪਿਊਟਰ ਕੈਨ ਰਿਮੈਂਬਰ ਡਾਟਾ ਫॉर ਅਸ। ਬਿਲਕੁਲ ਬਈ, ਰੱਖੇਗਾ, ਹੋਰ ਕੰਮ ਕੀ ਹੈ ਇਹਦਾ। नो इंटेलिजेंस क्वेश्चन, कंप्यूटर डज नॉट वर्क विदाउट इंस्ट्रक्शन। बिल्कुल सही है, विदाउट इंस्ट्रक्शन एक कुछ नहीं कर सकता बेचारा। दोनों स्टेटमेंट सही है, यानी सी इज द राइट आंसर। ठीक है, ओके। तो भाई एक वीडियो ये वधिया लग रही है, शेयर जरूर करनी है सारे ग्रुप्स के सारे फ्रेंड्स के नाल। चैनल को सबसक्राइब करना है, ठीक है। तो कोई गल करनी है इंस्टाग्राम के उत्ते मैसेज कर सकते हो, लिंक तुहानूं डिस्क्रिप्शन च मिल जूगा। तो या फिर ये पट्टी चल रही है येलो, 2 नंबर है उन्होंने कॉन्टैक्ट कर सकते। नैक्सट आ जाओ, विच ऑफ द फॉलोइंग PDF इहदी टैलीग्राम चैनल पर मिलूगी, ਉਹਦਾ लिंक डिस्क्रिप्शन च है। विच ऑफ द फॉलोइंग फंक्शंस इज नॉट परफॉर्म्ड बाय एन ऑपरेटिंग सिस्टम। की नहीं करता ऑपरेटिंग सिस्टम? फाइल एंड डिस्क मैनेजमेंट करता है, बिल्कुल करेगा। मेमोरी मैनेजमेंट करेगा जी। इंटरप्रेटिंग सोर्स टू मशीन कोड? नहीं बई, मशीन कोड के नाल की लेना देना, वो तो इंटरप्रेटर, ਇਹਦਾ इंटरप्रेटर करेगा, कंपाइलर करेगा, असैंबलर करेगा, जिहदे बारे ਆਪਾਂ ਨੇ पढ़िया ਸੀਗਾ वीडियो के स्टार्टिंग ਦੇ ਵਿੱਚ। ਇਹਦਾ C आंसर हो गया, फिर ਇਹਦਾ आंसर की हो गया C। चलो अगे, विच ऑफ द फॉलोइंग कीज इज यूज टू क्रिएट ए न्यू पैराग्राफ। नवा पैराग्राफ क्रिएट करना MS वर्ड ਦੇ ਵਿੱਚ ਆਪਾਂ एंटर करांगे बई, एंटर दबावांगे। ਆਪਾਂ कुछ भी लिखते आ रहे हैं, मान लो इत्थे तक मैं लिखता डॉक्यूमेंट तक,
ਹੁਣ ਮੇਰਾ ਪੈਰਾ ਇੱਥੇ ਖਤਮ ਹੋ ਗਿਆ, ਮੈਂ ਕਹਿੰਦਾ ਵੀ ਨਵਾਂ ਪੈਰਾ ਸਟਾਰਟ ਕਰਨਾ, ਮੈਂ ਐਂਟਰ ਦਬਾਵਾਂਗਾ, ਮੇਰਾ ਕਰਸਰ ਇੱਥੋਂ ਇੱਥੇ ਆ ਜਾਏਗਾ ਨੈਕਸਟ, ਤੇ ਮੈਂ ਇੱਥੋਂ ਨਵਾਂ ਪੈਰਾਗ੍ਰਾਫ ਸਟਾਰਟ ਕਰਾਂਗਾ ਐਂਟਰ ਦਬਾ ਕੇ। ਚਲੋ, ਵਟ ਇਜ਼ ਦੀ ਡਾਇਮੀਟਰ ਆਫ ਬਲੂ ਰੇ ਡਿਸਕ। ਬਲੂ ਰੇ ਡਿਸਕ ਦਾ ਡਾਇਮੀਟਰ ਕੀ ਹੁੰਦਾ, ਜਿਵੇਂ ਫਲੋਪੀ ਦੇ ਸਾਈਜ਼ ਹੈਗੇ ਆ ਨਾ, 3 ਇੰਚੀ ਸੀਗੀ ਉਹ, 5 ਇੰਚੀ 8 ਇੰਚੀ ਜਿੰਨੀ ਵੀ ਸੀਗੀ ਹੈ ਨਾ, ਇਦਾਂ ਹੀ ਬਲੂ ਰੇ ਡਿਸਕ ਦਾ ਸਾਈਜ਼ ਪੁੱਛਿਆ ਹੋਇਆ 120 mm ਹੈ, 120 mm। ਨੈਕਸਟ ਹੈ ਜੀ ਫੁੱਲ ਫਾਰਮ ਆਫ ENIAC, ਇਹਦੀ ਫੁੱਲ ਫਾਰਮ ਹੈਗੀ ਹੈ ਇਲੈਕਟ੍ਰੋਨਿਕ ਨਿਊਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ, ਠੀਕ ਹੈ। ਤੇ ਜਿੱਥੇ S ਆਊਗਾ ਉੱਥੇ ਕੈਲਕੂਲੇਟਰ ਆਊਗਾ, ਯਾਦ ਰੱਖਣਾ ਹੈ ਨਾ। ਇਦਾਂ ਦੇ ਬਹੁਤ ਸਾਰੇ ਪੁੱਛੇ ਜਾਂਦੇ, ਇਡਵੈਕ ਪੁੱਛੇ ਜਾਂਦਾ, ਆਈਜ਼ੈਕ ਪੁੱਛੇ ਜਾਂਦਾ, ਤੇ ਜਿੱਥੇ S ਆਊਗਾ ਉੱਥੇ ਕੈਲਕੂਲੇਟਰ ਆਊਗਾ। S ਦਾ ਮਤਲਬ ਸਵਾਲ, ਜੇ ਸਵਾਲ ਆ ਗਿਆ ਤਾਂ ਕੈਲਕੂਲੇਟਰ ਚਾਹੀਦਾ ਹੀ ਚਾਹੀਦਾ। ਤੁਹਾਨੂੰ ਪਤਾ ਆਪਣਾ ਪੰਜਾਬ ਵਾਲਿਆਂ ਦਾ ਮੈਥ ਬਹੁਤ ਕਮਜ਼ੋਰ ਹੈ। ਵਟ ਇਜ਼ ਦੀ ਡਿਫਾਲਟ ਫਾਈਲ ਐਕਸਟੈਂਸ਼ਨ ਇਨ MS Word 2016। ਡਿਫਾਲਟ ਕੀ ਹੁੰਦੀ ਹੈ ਐਕਸਟੈਂਸ਼ਨ MS Word ਜਿਹੜਾ 2016 ਦਾ DOCX। ਇਹੀ ਕੁਐਸਚਨ ਘੁੰਮ ਫਿਰ ਕੇ तीसरी बार आ गया। भाषा बदल देते हैं, बस लैंग्वेज, हालात बदल देते हैं, जज्बात बदल देते हैं। विच ऑफ द फॉलोइंग लेटर्स ऑन दी कीबोर्ड कैन बी यूज टू रिटर्न टू दी प्रीवियस स्लाइड ड्यूरिंग दिस स्लाइड शो इन पावरपॉइंट। ਆਪਾਂ ਪਾਵਰਪੁਆਇੰਟ ਦੇ ਵਿੱਚ ਬਹੁਤ ਸਾਰੀ ਸਲਾਈਡਾਂ ਬਣਾਉਂਦੇ ਆ, ਫਿਰ ਉਹਦਾ ਆਪਾਂ ਪ੍ਰੈਜੈਂਟੇਸ਼ਨ ਜਦੋਂ ਕਰਦੇ ਆ ਸਲਾਈਡ ਸ਼ੋ ਚਲਾਉਂਦੇ ਆ, ਹਨਾ। ਆਪਾਂ ਇੱਕ ਕੀ ਦਬਾਉਂਦੇ ਆ, ਉਸ ਤੋਂ ਬਾਅਦ ਅਗਲੀ ਸਲਾਈਡ ਆ ਜਾਂਦੀ ਹੈ, ਫਿਰ ਕੀ ਦਬਾਉਂਦੇ ਆ, ਅਗਲੀ ਸਲਾਈਡ ਆ ਜਾਂਦੀ ਹੈ। ਕਈ ਵਾਰ ਆਪਾਂ ਨੇ ਬੈਕ ਸਲਾਈਡ ਦੇ ਉੱਤੇ ਜਾਣਾ ਹੁੰਦਾ, ਉਹਦੇ ਵਾਸਤੇ ਕਿਹੜੀ ਕੀ ਯੂਜ਼ ਕਰਦੇ ਆ, ਉਹਦੇ ਵਾਸਤੇ ਆਪਾਂ ਦਬਾਉਂਦੇ ਆ P, ਮਤਲਬ ਪ੍ਰੀਵੀਅਸ ਪਿੱਛੇ ਜਾਣਾ, P ਦਬਾਉਂਦੇ ਆ, ਠੀਕ ਹੈ। तो याद रखना है भाई। वट इज द क्लास ऑफ IPv4 एड्रेस, क्या क्लास क्वेश्चन है, ਇਹਦਾ आंसर है भाई B कर दो इनू बस, ठीक है, इदां ही याद कर लिया। चलो अगे, which of the following functions of an operating system prepares, schedules, controls, monitor jobs, submitting for execution of, ensure the most efficient processing, job management। ਇਹਦਾ ਆਨਸਰ ਹੈ ਜੋਬ ਮੈਨੇਜਮੈਂਟ, ਠੀਕ ਹੈ। ਫਿਰ ਕਦੇ ਦੱਸਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ, ਹੁਣ ਭੁੱਖ ਲੱਗੀ ਭਾਈ। ਵਿਚ ਆਫ ਦਾ ਫੋਲੋਇੰਗ ਹੈਜ਼ ਅ ਲਾਰਜਰ ਜਿਓਗ੍ਰਾਫੀਕਲ ਏਰੀਆ ਕਵਰੇਜ ਦੈਨ LAN। LAN ਕੀ ਹੈ, ਲੋਕਲ ਏਰੀਆ ਨੈਟਵਰਕ ਹੈ। ਇਹਦੇ ਨਾਲੋਂ ਜ਼ਿਆਦਾ, ਸਾਰੇ ਇਹਦੇ ਨਾਲੋਂ ਜ਼ਿਆਦਾ ਹੀ ਹੈ ਬਾਈ, ਠੀਕ ਹੈ। ਮੈਨ ਮਤਲਬ ਮੈਟਰੋਪੋਲੀਟਨ ਏਰੀਆ ਨੈਟਵਰਕ ਹੋ ਗਿਆ, WAN ਮਤਲਬ ਵਾਈਡ ਏਰੀਆ ਨੈਟਵਰਕ, ਦੋਨੇ ਹੀ ਜ਼ਿਆਦਾ, ਸਭ ਤੋਂ ਛੋਟੀ ਦਾ LAN ਹੀ ਹੈ। BA ਦਾ ਰਾਈਟ ਆਨਸਰ ਹੈ। ਚਲੋ ਫਟਾਫਟ ਕਰੋ ਭਾਈ ਯਾਰ ਬਸ। which ROM content can be erased by exposing it into storage ultraviolet light, can be erased। अच्छा, ultraviolet ਦੇ ਨਾਲ ਆਪਾਂ erase ਕਰ ਸਕਦੇ ਹਾਂ। which ROM content can be erased by exposing it to strong ultraviolet light। okay, ਇਹਦਾ ਫਿਰ ਆਊਗਾ हाँ EPROM ਆਊਗਾ ਇਹਦਾ, ठीक है। देखो ई दा मतलब है इरेजेबल, ई दा मतलब है इरेजेबल, प्रोग्रामेबल, रीड ओनली मैमरी। इरेजेबल ਆਪਾਂ ਇਹਨੂੰ ਇਰੇਜ਼ ਕਰ ਸਕਦੇ ਹਾਂ। ਵੈਸੇ ਤਾਂ ਰੀਡ ਓਨਲੀ ਮੈਮਰੀ ਜਿਹੜੀ ਹੁੰਦੀ ਹੈ ROM, ਇਹਨੂੰ ਆਪਾਂ ਇਰੇਜ਼ ਨਹੀਂ ਕਰ ਸਕਦੇ, ਠੀਕ ਹੈ। ਇਹਨੂੰ ਸਿਰਫ ਪ੍ਰੋਗਰਾਮ ਕਰ ਸਕਦੇ ਸੀਗੇ, ਤਾਂ ਪਹਿਲਾਂ ਸੀਗਾ ਇਹਦਾ ਨਾਮ PROM, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਬਾਅਦ ਦੇ ਵਿੱਚ ਥੋੜਾ ਐਡਵਾਂਸ ਹੋਏ ਆ, ਇਹਨੂੰ ਆਪਾਂ ਨੇ ਇਰੇਜ਼ ਕਰਨਾ ਵੀ ਸ਼ੁਰੂ ਕਰਤਾ, ਫਿਰ ਇਹਦਾ ਨਾਮ ਰੱਖਤਾ EPROM, ਮਤਲਬ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਤਾਂ ਇਰੇਜ਼ ਕਿੱਦਾਂ ਕਰਾਂਗੇ, ਅਲਟਰਾਵਾਇਲਟ ਲਾਈਟ ਦੇ ਨਾਲ ਕਰਦੇ, ਠੀਕ ਹੈ। ਫਿਰ ਇਸ ਤੋਂ ਬਾਅਦ ਅਲਟਰਾਵਾਇਲਟ ਦੇ ਨੁਕਸਾਨ ਬਹੁਤ ਹੈ ਤੇ ਕੋਸਟਲੀ ਬਹੁਤ ਹੈ। ਫਿਰ ਆਪਾਂ ਨੇ ਕੀ ਕਰਿਆ, ਅਲਟਰਾਵਾਇਲਟ ਦੀ ਥਾਂ ਤੇ ਇਲੈਕਟ੍ਰੋਨਿਕਲੀ ਇਹਨੂੰ ਇਰੇਜ਼ ਕਰਨਾ ਸਟਾਰਟ ਕਰਤਾ, ਤਾਂ E ਵਰਡ ਹੋਰ ਅਟੈਚ ਹੋ ਗਿਆ ਇਹਦੇ ਨਾਲ, ਠੀਕ ਹੈ, ਡਬਲ E ਹੋ ਗਿਆ। ਤਾਂ ਇਹਦਾ ਆਨਸਰ A ਸੀਗਾ। ਨੈਕਸਟ ਆ ਜਾਓ ਬਾਈ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਇਨਵੈਲਿਡ ਫਾਈਲ ਐਟਰੀਬਿਊਟ। ਇਨਵੈਲਿਡ ਪੁੱਛਿਆ ਨਾ ਇਹਨਾਂ ਨੇ, ਤਾਂ ਇਹਦਾ ਆਨਸਰ ਆਊਗਾ ਕਲਰ ਆਊਗਾ ਬਾਈ, ਠੀਕ ਹੈ, ਕਲਰ ਹੈ। ਤੇ ਬਾਕੀ किस दिन जो थ्योरी पढ़ांगे उस टाइम इनू आप एक्सप्लेन करके करांगे क्वेश्चनस नू। हुण टाइम बहुत हो गया ते नाले तुहाडे कोल इन्ना टाइम भी नहीं हैगा, अपनी जिन्ना पढ़िया होया बस उहनू पढ़ो बस। विच ऑफ द फॉलोइंग अलोकेट्स एंड डी अलोकेट कंप्यूटर रिसोर्स टू वन और मोर जॉब्स। ओके ओके, अलोकेट ते फिर डी अलोकेट ये काम हैगा बई अपने ऑपरेटिंग सिस्टम दा। चलो अगे, which of the following is a valid email ID। ਇਹ क्वेश्चन बहुत कॉमन है, ठीक है। ਤੁਹਾਨੂੰ मेल ID देखो सारे ਨੂੰ पता ਹੁੰਦੀ ਹੈ, ਇਦਾਂ ਹੀ मेल ID ਹੁੰਦੀ ਹੈ। ਆਪਾਂ ਕੁਝ ਵੀ ਲਿਖਦੇ ਆ ਹਨਾ, ਪ੍ਰਤਾਪ ਅਕੈਡਮੀ ਹਨਾ ਲਿਖ ਕੇ ਫਿਰ @ ਆਉਂਦਾ ਹੈ। ਫਿਰ ਜਿਹੜੀ ਕੰਪਨੀ ਦੀ ਆਪਾਂ ਮਤਲਬ ਬਣਾਣੀ ਹੈ, ਜਿਵੇਂ Gmail ਵਾਲਾ ਦੀ ਬਣਾਣੀ ਹੈ ਜਾਂ Yahoo ਤੋਂ ਬਣਾਣੀ ਹੈ ਜਾਂ Outlook ਤੋਂ ਬਣਾਣੀ ਹੈ, ਉਹਦਾ ਨਾਮ ਆਊਗਾ ਮੰਨ ਲਓ Gmail, ਠੀਕ ਹੈ। ਫਿਰ .com ਹੁੰਦਾ ਹੈ ਪਿੱਛੇ, ਜੋ ਵੀ ਡੋਮੇਨ ਹੁੰਦਾ ਜਾਂ .in ਹੁੰਦਾ, ਇਦਾਂ ਕਰਕੇ।
ठीक है। तो इन्हां विचों राइट की है, देखो ये राइट बन जाती है ना। ये बंदे ने अपना नाम लिखिया, फिर @ आ गया, फिर कंपनी का नाम आ गया, फिर डोमेन आ गया, इदा बनता है। ठीक है, इदा कभी नहीं होंगे कि 2 बार @ आ जाए, इदा कभी नहीं होगा। 2 @ जिथे आएंगे खत्म है। @ सिर्फ एक आएगा, तो @ तो बाद कोई नाम नहीं आना, कोई कुछ नहीं आना। ये कंपनियों के नाम होंगे हैं gmail.com, email.com, hotmail, yahoomail.com भी बस एक बार आएगा, ये नहीं कि बार बार .com आएगा। ठीक है, ओके। .com की थां ते .in वगैरह भी हो सकते हैं। वट इज द लेबल ऑफ द, अच्छा 27वें कॉलम की है MS Excel सीट दे विच। कॉलम की होंगे, देखो ये सीट खुली है MS Excel दी। ठीक है, ये पहला कॉलम हो गया, दूजा कॉलम हो गया, तीजा कॉलम हो गया, चौथा कॉलम हो गया, पंजवा हो गया, इदा करके है ना। ये पहली रो होगी उपर वाली, ये दूजी रो होगी, तीजी रो होगी। ठीक है, रो के ना जिहड़े हुंदे हैं वो हुंदे हैं पहला, दूजा, तीजा, चौथा, पंजवा, इदा करके है ना। कॉलम जिहड़े हुंदे हैं वो ABC दे विच हुंदे हैं, A कॉलम, B कॉलम, C D E इदा करके। तो जदों 27वां कॉलम उन्होंने पूछा की ना होगा, तो ABC दे विच कितने अखर है 26। तो जो 26 ते पहुंचेंगे Z आ जाएगा, तो Z तो जो अगला कॉलम है वो की होएगा, फिर Z तो अगला कॉलम की होएगा AA। ठीक है, उस तो अगला AB, ऐसा चलूगा। ठीक है, नेक्स्ट आ जाओ भाई। Which of the following types of memory is part of primary memory? Which of the following types of memory is the part of primary memory? तो गल हो रही है रैम दी। ठीक है, बस। Which of the following keyboard shortcut is used in MS Excel to open the insert function dialog box? insert function dialog box वास्ते आपां यूज करांगे भाई Shift F3। चलोगे, शॉर्टकट याद कर लियो बस, कहने का मतलब ये है शॉर्टकट के फुल फॉर्म्स बहुत आई हुई है यार। What is the keyboard shortcut to set focus in the notification area of window desktop? window desktop दे B आऊगा इधर, नहीं C आऊगा भाई, C सॉरी C आऊगा। विंडो लोगो की प्लस B आप दबाओगे ना ता होएगा। नेक्स्ट है जी, विच ऑफ द फॉलोइंग कीबोर्ड शॉर्टकट्स इज यूज्ड टू ओपन ए न्यू। ठीक है, ये बहुत इंपॉर्टेंट है। ठीक है ना, देखो आप जो गूगल क्रोम यूज करते हैं, एक तो होंगे भी अपना मतलब जो भी अपना गूगल ते ID हैगी है क्रोम वाले दे विच है ना, जो भी अपने ID पाई हुई है वो आप यूज करते हैं, वो कोई जो भी अपने सर्च करा, जो भी वेबसाइट खोली वो प्रॉपर हिस्टरी बन के सेव होती है, तो उन्होंने आप बाद भी चैक कर सकते हैं। बट आप कोई एक जासूसी करनी होंगी है ना, भी किसी को पता ना लगे अपनी की खोलिया, सारा कुछ करना होंगे ना, तो फिर उन्होंने आप बोलते हैं इनकोगिनेटो विंडो बोलते हैं उन्होंने। ठीक है ना, तो वो शॉर्टकट की उन्हें पूछी है, यदि शॉर्टकट की याद रखना है। ये पहला भी मैं 2-3 बार देख चुकिया क्वेश्चन, बट सेंटर वाले पेपरों के ये याद रख लो, ये बहुत इंपॉर्टेंट है। कंट्रोल प्लस शिफ्ट प्लस N। ठीक है, यदि हिस्ट्री वगैरह नहीं कुछ सेव होंगी, बस ये चोरी छिपे काम हो जाता है चुपचाप। विच ऑफ द फॉलोइंग इज एन आउटपुट डिवाइस? प्रिंटर आउटपुट डिवाइस, बाकी सारी इनपुट हैगी है। आउटपुट जो कंप्यूटर तो जी सानू आउटपुट मिलती है भाई। ठीक है, तो अगला क्वेश्चन की है, चैनल को सबसक्राइब करे या नहीं करे, ये कमेंट करके दसना है। ठीक है भाई, जो वीडियो वधिया लगी है तो वीडियो शेयर करनी है। तो इन्ना टाइम अपने को हुण नहीं है कि नवा डाटा कोई पढ़ सके है ना, जो पुराने है बस उस रिवाइज करो, फालतू टेंशन से पढ़न की लोड़ नहीं। तो बेस्ट ऑफ लक थोनों सारे पेपर वास्ते। हुण अपनी वीडियो आऊगी बस पेपर वाले दिन कि पेपर की आया हुआ, फालतू कोई टेंशन लेने की लोड़ नहीं यार, जो होएगा वधिया होएगा। ठीक है जी, धन्यवाद।